ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ? ਠੀਕ ਠਾਕ, ਬੜੀ ਕਿਰਪਾ ਜੀ। ਜੇ ਸਭ ਤੋਂ ਪਹਿਲੀ ਮੈਂ ਖਬਰ ਸਾਂਝੀ ਕਰਾਂ, ਖਬਰਾਂ ਤੇ ਵੈਸੇ ਚਲੋ ਸਾਰੀਆਂ ਸਾਡੀ ਟੀਮ ਜਿਹੜੀ ਹੈ ਕਵਰ ਕਰਦੀ ਹੈ। ਕਾਫੀ ਕਮੈਂਟਸ ਆਉਂਦੇ ਨੇ ਕਿ ਤੁਸੀਂ ਖਬਰ ਛੱਡਦੇ ਕੋਈ ਨਹੀਂ, ਜਿਹੜੀ 4 ਘੰਟਿਆਂ ਦੇ ਵਿੱਚ ਜਾਂ ਸਵੇਰੇ 2 ਘੰਟਿਆਂ ਦੇ ਵਿੱਚ ਰਹਿ ਜਾਂਦੀ ਹੋਵੇ। ਕੋਈ ਰਹਿ ਵੀ ਜਾਂਦੀ ਹੋਊਗੀ, ਕੋਈ ਵੱਡੀ ਗੱਲ ਨਹੀਂ ਜੀ ਜੀ। ਕਸ਼ਮੀਰੀ ਸਿੱਖਾਂ ਨੇ ਘੱਟ ਗਿਣਤੀ ਸਿੱਖਾਂ ਲਈ 2 ਸੀਟਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਾਖਵੀਆਂ ਰੱਖਣ ਦੀ ਮੰਗ ਕੀਤੀ ਹੈ। ਇਹ ਪਹਿਲਾਂ ਵੀ ਮਸਲਾ ਉੱਠਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਇੱਕ ਲੜਕੀ ਦੇ ਪਿਤਾ ਦੇ ਨਾਲ ਗੱਲ ਕੀਤੀ ਸੀ ਜਦੋਂ ਉੱਥੇ ਬੁਰਕੇ ਵਾਲੀ ਗੱਲ ਸੀ, ਤਾਂ ਕਸ਼ਮੀਰ ਤੋਂ ਅਸੀਂ ਸਾਡੇ ਨਾਲ ਉਹਨਾਂ ਨਾਲ ਗੱਲ ਕੀਤੀ ਸੀਗੀ। ਉਦੋਂ ਵੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਸੀ ਵੀ ਅਸੀਂ ਇਹ ਡਿਮਾਂਡ ਵੀ ਰੱਖੀ ਰੰਗਲਾ ਪੰਜਾਬ ਦੇ ਵਿੱਚ। ਇਹੋ ਜਿਹੀਆਂ ਚੀਜ਼ਾਂ ਵਾਇਰਲ ਨਹੀਂ ਨਾ ਹੁੰਦੀਆਂ। ਇਹ ਘਿਓ ਆ ਜੀ ਜੀ। ਹਾਂਜੀ, ਇਹ ਘਿਓ ਨਹੀਂ ਵਾਇਰਲ ਹੁੰਦਾ। ਘਿਓ ਤੋਂ ਤਾਂ ਮਨਾ ਕਰਤਾ, ਨਹੀਂ ਖਾਣਾ, ਡਾਲਡਾ ਖਾਓ, ਦੇਸੀ ਨਾ ਖਾਓ। ਡਾਲਡਾ ਜਿਹੜਾ ਵਾ ਉਹ ਵਾਇਰਲ ਬੜਾ ਹੁੰਦਾ ਅੱਜ ਕੱਲ੍ਹ। ਤਾਂ ਮੈਂ ਹੈਰਾਨ ਆ ਕਿ ਸਿੱਖਾਂ ਦੀਆਂ ਧੀਆਂ, ਸਿੱਖਾਂ ਦੇ ਬੱਚੇ ਯਾਰ ਚੰਦ ਛਿੱਲੜਾਂ ਦੀ ਖਾਤਰ ਉਹ ਧੱਜੀਆਂ ਉਡਾ ਰਹੇ ਨੇ ਸੋਸ਼ਲ ਨੈਟਵਰਕ ਮੀਡੀਆ ਤੇ ਪਾਪੂਲਰ ਹੋਣ ਵਾਸਤੇ ਕਿ ਸ਼ਰਮ ਆਉਂਦੀ ਹੈ। ਸ਼ਰਮ ਆਉਂਦੀ ਹੈ। ਮੈਂ ਵੀਡੀਓ ਦੇਖ ਰਿਹਾ ਸੀਗਾ, ਇੱਕ ਮੁੰਡਾ ਨਾਲ ਉਹਦਾ ਪਿਓ ਆ, ਭਰਾ ਵਾ, ਪਤਾ ਨਹੀਂ ਕੌਣ ਆ, ਸਹੁਰਾ ਵੀ ਤੇ ਪਿਓ ਹੀ ਆ, ਨਾਲ ਉਹਦਾ ਜੇ ਸਾਲਾ ਹੋਊਗਾ ਵੀ ਭਰਾ ਹੀ ਆ, ਉਹਦਾ ਭਰਾ ਹੋਊਗਾ ਕੁੜੀ ਦਾ। ਉਹ ਜਾ ਰਿਹਾ ਵਿਦੇਸ਼ਾਂ ਨੂੰ ਖਰੇ। ਸ਼ਰਮ ਹਯਾ ਲਾਈ ਪਈ ਆ ਉਸ ਵੀਡੀਓ ਦੇ ਵਿੱਚ, ਦਿਖਾਉਣ ਨੂੰ ਵੀ ਦਿਲ ਨਹੀਂ ਕਰਦਾ। ਥੱਲੇ ਕਮੈਂਟਸ ਦੇਖੋ ਤੁਸੀਂ, ਉਹ ਖਾਨਦਾਨ ਕਿੰਨਾ ਬੇਸ਼ਰਮ ਕਰ ਦਿੱਤਾ ਲੋਕਾਂ ਨੇ। ਮਤਲਬ ਜੇ ਉਹ ਪੜ੍ਹਦੇ ਹੋਣਗੇ ਥੱਲੇ ਕਮੈਂਟਸ, ਕੀ ਹਾਲ ਹੋਊਗਾ। ਪਰ ਹੋ ਸਕਦਾ ਦੂਜੇ ਪਾਸੇ ਉਹ ਭੈਣ ਵੀ ਹੋਵੇ, ਪਰ ਭੈਣਾਂ ਇੱਦਾਂ ਨਹੀਂ ਕਰਦੀਆਂ, ਚੂੜਾ ਪਾਇਆ ਹੋਇਆ। ਜੀ ਜੀ। ਚਲੋ ਜੇ ਉਹ ਭੈਣ ਭਰਾ ਦੀ ਹੈ ਤਾਂ ਫਿਰ ਖਿਮਾ ਤੇ ਜਾਚੇਗਾ, ਤੇ ਜੇ ਇਸ ਤਰ੍ਹਾਂ ਵਾ ਤੇ ਫਿਰ ਉਹ ਥੱਲੇ ਜੇ ਕਮੈਂਟ ਵੇਖੀਏ ਤਾਂ ਹੈਰਾਨ। ਸਿਰਫ ਲਾਈਕ ਲੈਣ ਵਾਸਤੇ ਸਾਡੀ ਵੀਡੀਓ ਵਾਇਰਲ ਹੋ ਜੇ, ਅਸੀਂ ਪਾਪੂਲਰ ਹੋ ਜੇ। ਲਾਹਨਤ ਹੈ ਇਹੋ ਜਿਹੀ ਕਮਾਈ ਦੀ। ਆਹ ਜਿਹੜੀਆਂ ਚੀਜ਼ਾਂ ਜਦੋਂ ਤੁਸੀਂ ਆਉਣ ਵਾਲਾ ਤੁਹਾਡਾ ਜਿਹੜਾ ਜਨਰੇਸ਼ਨ, ਤੁਹਾਡੀ ਜਿਹੜੀ ਮਤਲਬ ਭਵਿੱਖ ਦੇ ਵਿੱਚ ਜਿਹੜੀਆਂ ਗੱਲਾਂ ਨੇ, ਮਤਲਬ ਭਵਿੱਖ 'ਚ ਹੋਣ ਵਾਲਾ, ਉਹਨਾਂ ਦੀ ਗੱਲ ਕਰਦੇ ਹੋ, ਤੁਸੀਂ ਕਦੀ ਸ਼ੇਅਰ ਨਹੀਂ ਕਰਦੇ। ਬੜੀ ਸ਼ਰਮ ਆਉਂਦੀ ਹੈ। ਕਿਸੇ ਕੋਲੇ ਐਸੀ ਵੀ ਸੋਚਦੇ ਵੀ ਛੱਡੋ ਖੜਾ, ਕੀ ਲੋੜ ਆ, ਕਰੋ ਆਪਣੀਆਂ ਚਵਲੀਆਂ ਜੀਆਂ, ਬੜੀ ਵਧੀਆ ਲੱਗਦੀਆਂ ਲੋਕਾਂ ਨੂੰ ਨਾਲੇ। ਪਰ ਫਿਰ ਕਹਿੰਦੇ ਯਾਰ 25 ਸਾਲ ਕੱਢ ਲਏ ਆ, ਇਹੋ ਜਿਹਾ ਨਾਲ ਸਤਿਕਾਰ ਮਾਣ ਮਿਲਿਆ, ਕਿਉਂ ਹੁਣ? ਹਾਂਜੀ, ਕੀ ਕਹਿਣਾ ਚਾਹੋਗੇ? ਜਿਹੜੀ ਕਸ਼ਮੀਰ ਦੀ ਗੱਲ ਹੈ ਜੀ, ਕਸ਼ਮੀਰ ਨੂੰ ਆਬਾਦ ਕਰਨ ਦੇ ਵਿੱਚ ਤੇ ਉਹਨੂੰ ਇੱਥੋਂ ਤੱਕ ਪਹੁੰਚਾਉਣ ਤੱਕ ਜਿਹੜਾ ਵਾ ਸਿੱਖਾਂ ਦਾ ਬਹੁਤ ਵੱਡਾ ਰੋਲ ਰਿਹਾ। ਜਦੋਂ ਉੱਥੋਂ ਦੇ ਕੁਝ ਕਬਾਲੀਆਂ ਨੇ ਬੜੀ ਗੜਬੜ ਕੀਤੀ ਸੀ, ਇਤਿਹਾਸ ਦੇ ਪੰਨਿਆਂ ਨੂੰ ਫਰੋਲੀ, ਅਤੇ ਮਹਾਰਾਜਾ ਰਣਜੀਤ ਸਿੰਘ ਫਕੀਰ ਅਜ਼ੀਜ਼ ਕੇ ਜੈਸੇ ਵੀ ਜਾ ਕੇ ਸੁਖ ਸ਼ਾਂਤੀ ਕਰ, ਲੇਕਿਨ ਗੜਬੜ ਹੋਰ ਹੋ ਗਈ। ਉਹਨਾਂ ਫਿਰ ਮਹਾਰਾਜਾ ਹਰੀ ਸਿੰਘ ਨਲੂਏ ਨੇ ਕਿਹਾ। ਬੇਸਿਕਲੀ ਹਰੀ ਸਿੰਘ ਨਲੂਆ ਜਿਹੜਾ ਵਾ ਹਰੀ ਸਿੰਘ ਉੱਪਲ ਸੀ। ਜਦੋਂ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਫਾੜਿਆ ਤੇ ਜਿਹੜਾ ਲਾਲ ਮਹਾਰਾਜ ਸੀ ਨਾ, ਅੱਜ ਇੱਕ ਰਾਜਾ ਹੋਇਆ, ਬੜਾ ਬਲਵਾਨ ਹੋਇਆ, ਉੱਥੋਂ ਫਿਰ ਉਹਨੂੰ ਨਲੂਏ ਦਾ ਖਿਤਾਬ ਮਿਲਿਆ ਸੀ ਕਿ ਨਲ ਜਿਹੜਾ ਮਹਾਰਾਜਾ ਇਹਨਾਂ ਨਲੂਆ ਲੱਗ ਵੀ ਨਲੂਆ। ਹੁਣ ਜੇ ਗੱਲ ਕਰੀਏ, ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜੇ ਲਦਾਖ ਦੀ ਗੱਲ ਕਰਦੀ ਹੈ, ਜੋਰਾਵਰ ਸਿੰਘ ਜਿਹੜੇ ਸਾਡੇ ਜਰਨੈਲ ਸੀਗੇ, ਉਹਨਾਂ ਜਾ ਕੇ ਲਦਾਖ ਫਤਿਹ ਕੀਤਾ ਸੀ। ਤੇ ਜਿਹੜਾ ਜਵਾਬ ਸਾਡੇ ਵਿਦੇਸ਼ ਮੰਤਰੀ ਨੇ ਚੀਨ ਨੇ ਦਿੱਤਾ ਸੀ, ਉਹਦੇ ਬਾਰੇ ਅਸੀਂ ਕਈ ਵਾਰੀ ਡਿਸਕਸ ਕਰ ਚੁੱਕੇ, ਚੀਨ ਉਹਦੇ ਬਾਰੇ ਕੋਈ ਕਹਿਣ ਬਾਰੇ। ਤੇ ਕਸ਼ਮੀਰ ਦੇ ਉੱਤੇ ਫਿਰ ਹਰੀ ਸਿੰਘ ਨਲੂਏ ਨੇ ਜਾ ਕੇ ਚੰਗੀ ਤਰ੍ਹਾਂ ਤਹਿ ਪਾਈ ਸੀ। ਤਹਿ ਪਾਉਣ ਤੋਂ ਬਾਅਦ 2-3 ਚਿੱਠੀਆਂ ਲਿਖੀਆਂ ਸੀ ਵੀ ਤੂੰ ਇੱਥੇ ਬੈਠਾ ਬਰਾਜ ਕਰਦਾ ਤੇ ਹੱਕ ਸਾਡਾ ਬਣਦਾ, ਅਸੀਂ ਵੀ ਕਿੰਨਾ ਕੰਮ ਕਰਦੇ ਇੱਥੇ। ਉਦੋਂ ਫਕੀਰ ਅਜ਼ੀਜ਼ੋ ਨੂੰ ਪੁੱਛਿਆ ਸੀ ਉਹਨਾਂ ਨੇ, ਫਕੀਰ ਅਜ਼ੀਜ਼ੋ ਤੋਂ ਇੱਕ ਜਿਹੜਾ ਇੱਕ ਗਵਰਨਰ ਚੰਗਾ ਹੈ ਕਿ ਇੱਕ ਸੂਬੇਦਾਰ ਚੰਗਾ, ਇੱਕ ਜਨਰਲ ਠੀਕ ਹੈ ਕਿ ਇੱਕ ਗਵਰਨਰ ਠੀਕ ਹੈ ਮਹਾਰਾਜ ਜੀ? ਉਹਨਾਂ ਕਿਹਾ ਜੀ ਇੱਕ ਜਿਹੜਾ ਸੂਬੇਦਾਰ ਠੀਕ, ਇੱਕ ਫੌਜੀ ਕਮਾਂਡਰ ਠੀਕ ਹੈ। ਤੇ ਮਹਾਰਾਜ ਜੀ ਸਿਆਣਾ ਬਣਾ ਸੀ, ਉਹਨੇ ਚੁੱਕਿਆ ਤੇ ਚੱਲ ਵੀ ਪੇਸ਼ਾਵਰ ਚੱਲ, ਮਹਾਰਾਜ ਮੈਨੂੰ ਹਰੀ ਸਿੰਘ ਨਲੂਏ ਨੇ ਭੇਜਤਾ ਵੀ ਲੜਦਾ ਰੋ ਤੇ ਖਪਦਾ ਵੀ ਮੇਰੇ ਤੇ ਆ ਜੀ ਨਾ। ਉਦੋਂ ਤੋਂ ਲੈ ਕੇ ਮੁੜ ਕੇ ਜਿਹੜੇ ਉਸ ਤੋਂ ਪਹਿਲਾਂ ਸਾਡੇ
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਏ ਕਸ਼ਮੀਰ ਗਏ ਨੇ, ਉਦੋਂ ਸਿੱਖ ਵੱਡੀ ਗਿਣਤੀ ਕਸ਼ਮੀਰ ਵਸੇ। ਕਸ਼ਮੀਰ ਦੇ ਵਿੱਚ ਜਿਹੜੀ ਉੱਥੋਂ ਦੀ ਜਿਹੜੀ ਵਿਕਾਸ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। 1947 ਤੋਂ ਪਹਿਲਾਂ ਚਾਵਲਾ ਸਾਹਿਬ 2 ਸਿੱਖਾਂ ਦੀਆਂ ਸੀਟਾਂ ਰਾਖਵੀਆਂ ਹੁੰਦੀਆਂ ਸੀ, ਬਾਰਾਮੂਲਾ ਤੇ ਪੁੰਛ। ਹਾਂ, 2 ਸਿੱਖ ਪੱਕੇ ਤੌਰ ਤੇ ਉੱਥੇ ਜਿਹੜੇ ਸੀ ਵਿਧਾਨ ਸਭਾ ਚੁਣੇ ਜਾਂਦੇ ਸੀਗੇ। 1947 ਤੋਂ ਬਾਅਦ ਵੀ ਹਰਮਨ ਸਿੰਘ ਆਜ਼ਾਦ ਹੁੰਦੇ ਸੀ। ਹਰਮਨ ਸਿੰਘ ਆਜ਼ਾਦ ਜਿਹੜੇ ਉਹ ਲਗਾਤਾਰ 15 ਸਾਲ ਉੱਥੇ MLA ਰਹੇ। ਫਿਰ ਕਸ਼ਮੀਰ ਤੋਂ ਤੰਗਮਰਗ ਤੋਂ ਜਿਹੜੇ ਵਿਧਾਇਕ ਰਹੇ ਸਾਰੇ ਕਸ਼ਮੀਰ ਜਿਹੜੇ ਸੀ ਸੁਰਿੰਦਰ ਸਿੰਘ। ਫਿਰ ਜੰਮੂ ਤੋਂ ਰੰਗੀਲ ਸਿੰਘ, ਇਹ ਵੀ ਉੱਥੇ ਮੰਤਰੀ ਰਹੇ। ਮੰਤਰੀ ਰਹਿਣ ਤੋਂ ਬਾਅਦ ਤੁਸੀਂ ਵੇਖੇ ਉਹੀ ਇਹ ਹੈਗਾ ਸਾਡਾ ਰੰਗੀਲ ਸਿੰਘ, ਜਦੋਂ ਅਕਾਲ ਤਖਤ ਤੇ ਆਇਆ ਸੀ ਤੇ ਇਹਨੇ ਉਦੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੁੱਟਮਾਰ ਹੋਈ ਸੀ, ਤੁਸੀਂ ਸ਼ਾਇਦ ਜਾਣਦੇ ਹੋ। ਤਰਨਵੀਰ ਸਿੰਘ ਬਕਾਇਦਾ ਤੌਰ ਤੇ ਸ਼੍ਰੀ ਨੇ ਜਿਹੜੀ ਸਾਡੀ ਕਾਰਪੋਰੇਸ਼ਨ ਉਹਦੇ ਮੇਅਰ ਰਹੇ। ਵੱਡੇ ਅਹੁਦਿਆਂ ਤੇ ਜਿਹੜੇ ਸਿੱਖ ਉੱਥੋਂ ਦੇ ਰਹੇ ਤੇ ਸਿੱਖਾਂ ਦਾ ਵੱਡਾ ਯੋਗਦਾਨ। ਕਸ਼ਮੀਰ ਦੇ ਹਾਲਾਤ ਮਾੜੇ ਰਹੇ ਆ, ਚੰਗੇ ਰਹੇ ਆ, ਪਰ ਸਿੱਖਾਂ ਨੇ ਉੱਥੇ ਹਿਜਰਤ ਨਹੀਂ ਕੀਤੀ। 35 ਸਿੱਖ ਇਕੱਠੇ ਮਾਰ ਦਿੱਤੇ ਕਿ, ਲੇਕਿਨ ਸਿੱਖਾਂ ਨੇ ਕਸ਼ਮੀਰ ਨਹੀਂ ਛੱਡੀ। ਲੇਕਿਨ ਅੱਜ ਜੇ ਸਿੱਖ ਜੇ ਡੀਲਿਮਿਟੇਸ਼ਨ ਗਿਆ ਸੀ ਉੱਥੇ ਬਕਾਇਦਾ ਤੌਰ ਤੇ ਹੱਦਬੰਦੀ ਕਮਿਸ਼ਨ ਗਿਆ ਸੀ ਤੇ ਉਹਨੂੰ ਕਿਹਾ ਗਿਆ ਸੀ ਵੀ ਸਾਡੇ ਵਾਸਤੇ ਆ ਦੇਖੋ ਇਤਿਹਾਸ ਪੜ੍ਹ ਕੇ ਵੇਖੋ, ਸਿੱਖਾਂ ਦੀਆਂ 2 ਸੀਟਾਂ ਰਿਜ਼ਰਵ ਰਹੀਆਂ ਨੇ ਹਮੇਸ਼ਾ। ਇੱਕ ਜਗ੍ਹਾ ਤੇ ਲਿਖਿਆ ਵੀ 80,000 ਕਸ਼ਮੀਰ ਚ ਆਬਾਦੀ ਹੈ, ਦੂਜੇ ਪਾਸੇ ਕਹਿੰਦਾ ਨਹੀਂ 1,40,000 ਆਬਾਦੀ ਕਸ਼ਮੀਰ ਦੇ ਵਿੱਚ। ਹੁਣ ਇਹ ਆਪਾਂ ਜੇ ਇੰਨੀ ਗੱਲ ਕੀਤੀ ਆਪਾਂ, ਉਹ ਡੀਲਿਮਿਟੇਸ਼ਨ ਜਾ ਕੇ ਵਕਤ ਮਿਲੇ ਸਾਡੇ, ਪਰ ਉਹਨਾਂ ਤੇ ਕੋਈ ਅਸਰ ਨਹੀਂ ਰਿਹਾ। ਉਹਨਾਂ ਨੇ 9 ਸੀਟਾਂ ਜਿਹੜੀਆਂ SC ਵਗੈरह ਰੱਖ ਦਿੱਤੀਆਂ, ਲੇਕਿਨ ਸਿੱਖਾਂ ਵਾਸਤੇ ਦੋਸ਼ ਕਰਨੀ ਜੀ। ਉਹ ਕੰਮ ਹੋ ਸਕਦਾ ਸੀਗਾ ਜੇ ਕਿਤੇ ਸਾਡੇ ਲੀਡਰ ਬੇਈਮਾਨ ਨਾ ਹੁੰਦੇ। ਜਿਹੜੀ ਭਾਸ਼ਾ ਸੀਗੀ, ਜਦੋਂ ਭਾਸ਼ਾ ਦੀ ਗੱਲ ਕੀਤੀ ਤੇ ਜਿਹੜੀ ਡੋਗਰੀ ਤੇ ਕਸ਼ਮੀਰੀ ਆ ਉਹ ਪੰਜਾਬੀ ਦੀਆਂ ਉਹ ਭਾਸ਼ਾ ਨੇ, ਤੇ ਪੰਜਾਬੀ ਨੂੰ ਅੱਜ ਵਸਾਰ ਦਿੱਤਾ ਗਿਆ ਉੱਥੋਂ ਕਿ ਪੰਜਾਬੀ ਭਾਸ਼ਾ ਦੀ ਲੋੜ ਹੀ ਨਹੀਂ ਹੈਗੀ। ਤੇ ਸਾਰੇ ਕਿਹਨਾਂ ਨੇ ਸਾਡੇ ਉੱਥੇ ਲੀਡਰ, ਮੈਂ ਵੀ ਦੱਸਾਂਗਾ ਅੱਗੇ ਜਿਹੜੀ ਗੱਲ ਕਰਦੇ ਆਪਾਂ, ਸਾਡੇ ਉੱਥੇ ਦੇ ਲੋਕ ਸਿੱਖਾਂ ਨੇ ਬੜਾ ਰੌਲਾ ਪਾਇਆ, ਬੜੇ ਤਕੜੇ ਮਾਰੇ, ਬੜਾ ਕੁਛ ਕੀਤਾ, ਲੇਕਿਨ ਕਿਸੇ ਦੀ ਸੁਣਵਾਈ ਨਹੀਂ ਹੋਈ। ਜੇ ਕਿਤੇ ਸਾਡੇ ਲੀਡਰ ਬੇਈਮਾਨ ਹੁੰਦੇ, ਸਾਡਾ ਕੇਂਦਰ ਸਰਕਾਰ ਸੀ ਸ਼ੇਅਰ ਹੋਲਡਰ ਸੀਗੇ, ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਹੱਕ 'ਚ ਖਲੋਣਾ। ਅਸੀਂ ਖਲੋਂਦੇ ਬਕਾਇਦਾ ਤੌਰ ਤੇ ਕਹਿੰਦੇ ਵੀ ਸਾਡਾ 1947 ਵਾਲਾ ਸਟੇਟਸ ਬਹਾਲ ਕਰੋ, 2 ਸੀਟਾਂ ਸਾਡੀਆਂ ਰਿਜ਼ਰਵ, ਸਾਨੂੰ 2 ਸੀਟਾਂ ਰਿਜ਼ਰਵ ਦਿਓ। ਇਹ ਦੂਜੇ ਪਾਸੇ ਜਿਹੜੀ ਪੰਜਾਬੀ ਭਾਸ਼ਾ ਜਦੋਂ ਵਸਾਰੀ ਗਈ ਉਦੋਂ ਵੀ ਅਸੀਂ ਹਿੱਸੇਦਾਰ ਸੀਗੇ ਕੇਂਦਰ ਦੇ ਵਿੱਚ, ਮੰਤਰੀ ਸਨ ਸੀ ਬੜੇ ਵੱਡੇ ਉੱਥੇ, ਕੈਬਨਿਟ ਮੰਤਰੀ ਸਨ, ਕਿਹੜਾ ਕੰਮ ਨਹੀਂ ਸੀ ਕਰ ਸਕਦੇ। ਕਿਉਂ ਨਹੀਂ ਕੀਤਾ ਕਿ ਬੇਈਮਾਨੀ ਦਿਲ ਚ ਵੀ ਸਾਨੂੰ ਕੁਰਸੀ ਮਿਲ ਗਈ, ਬਾਕੀ ਸਭ ਕੋਈ ਢਿੱਠੇ ਹੋ, ਜਿਹਦੇ ਕਰਕੇ ਅੱਜ ਸਿੱਖ ਜਲਾਲਤ ਭੋਗ ਰਿਹਾ। ਜੋਗਾ ਸਿੰਘ ਜੋਗੀ ਬੜੀ ਵਧੀਆ ਚਪੇੜਾ ਮਾਰ ਕੇ ਗਿਆ ਮੁਕਤਸਰ ਦੀ ਜੰਗ ਦੇ ਸ਼ਹੀਦਾਂ ਦੇ ਨਾਂ ਹੇਠ, ਜਦੋਂ ਭਾਈ ਮਹਾਂ ਸਿੰਘ ਦਾ ਸਿਰ ਸਾਹਿਬੇ ਆਲਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਆਪਣੇ ਪੱਟ ਤੇ ਰੱਖਿਆ, ਆਖਰੀ ਸਾਹਾਂ ਦੇ ਹੈ। ਕਲਗੀਆਂ ਵਾਲੇ ਕਹਿੰਦੇ ਮਾਂ ਸਿਆ ਮੰਗ ਲਾ ਕੀ ਮੰਗਣਾ ਹੀ। ਉਹ ਕਹਿੰਦਾ ਵੀ ਜੇ ਅੱਜ ਦਾ ਜਥੇਦਾਰ ਹੁੰਦਾ ਉਹਨੇ ਸਾਰੇ ਜਥੇਦਾਰ ਲਪੇਟ ਦਿੱਤੇ, ਉਹ ਇਹਨੇ ਕਿਸੇ ਨੇ ਬਖਸ਼ਿਆ ਨਹੀਂ ਜੋਗਾ ਸਿੰਘ ਜੋਗੀ ਨੇ, ਸ਼ਾਇਦ ਉਹਦਾ ਬਦਲਾ ਪੂਲੇ ਦੇ ਰਾਹੀਂ ਉਹਦੇ ਕੋਲ ਲਿਆ ਗਿਆ ਹਨਾ। ਕਹਿੰਦਾ ਜੇ ਅੱਜ ਦਾ ਜਥੇਦਾਰ ਹੁੰਦਾ ਤੇ ਉਹਨੇ ਕਹਿਣਾ ਅੱਛ ਕੇ ਪੰਜਾਬ ਦਾ ਬਣਾ ਦੇ ਮੁੱਖ ਮੰਤਰੀ, ਬਦਾਵਾ ਪਾੜਨਾ ਪਾੜ, ਨਹੀਂ ਪਾੜਨਾ ਪਾੜ, ਤੇਰੀ ਮਰਜ਼ੀ, ਸਾਹ ਬਖਸ਼ ਦੇ ਮੇਰੇ। ਸ਼ਾਹ ਬਖਸ਼ਦਾ ਤੇ ਫੇਰ ਹੀ ਮੁੱਖ ਮੰਤਰੀ ਬਣਨਾ ਹੈ ਨਾ। ਅੱਛਾ ਚਾਵਲਾ ਸਾਹਿਬ, ਤੇ ਕਿਸੇ ਵੇਲੇ ਮੇਰੀ ਗੱਲ ਪੂਰੀ ਨਹੀਂ ਹੋਈ ਜੀ। ਕਹਿੰਦਾ ਵੀ ਜੇ ਭਾਈ ਮਹਾਂ ਸਿੰਘ ਅੱਜ ਦਾ ਜਥੇਦਾਰ ਹੁੰਦਾ ਤਾਂ ਇਹ ਕਹਿੰਦਾ, ਤੇ ਇਹ ਸਾਡੇ ਜਥੇਦਾਰਾਂ ਦੀ ਨਿਚੋੜ ਤੁਸੀਂ ਕੱਢਿਆ, ਉਹਦਾ ਬਦਲਾ ਕਿਵੇਂ ਲਿਆ ਉਹਨੇ ਗੱਲ ਤੇ ਰਿਕਾਰਡ ਕਰ ਦਿੱਤੀ। ਉਹ ਆਪਾਂ ਕਈ ਵਾਰੀ ਕੱਲ ਬਾਬੇ ਵਾਲੀ ਗੱਲ ਚੱਲੀ ਸੀ, ਹਾਂਜੀ ਪੂਲਾ ਉਹਦਾ ਸਿੰਘ ਕਹਿਣਾ ਵੀ ਸਿੰਘਾਂ ਦੀ ਤੋਹੀਨ। ਜੇ ਅਸੀਂ ਗੱਲ ਕੀਤੀ ਹੈ ਹਰੀ ਸਿੰਘ ਨਲਵੇ ਦੀ, ਤੇ ਹਰੀ ਸਿੰਘ ਨਲਵੇ ਬਾਰੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਉਹਦੇ ਕੋਲ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਨੇ,
ਤੇ ਮਹਾਰਾਜਾ ਰਣਜੀਤ ਸਿੰਘ ਵੀ ਸਤਾ ਦੇ ਨਸ਼ੇ ਦੇ ਵਿੱਚ ਆ ਕੇ ਉਹਨੇ ਕਈ ਗੱਲਾਂ ਇਹੋ ਜਿਹੀਆਂ ਵੀ ਕੀਤੀਆਂ ਨੇ ਕਿ ਜਿਹੜੀਆਂ ਲਿਖਣ ਤੋਂ ਬਾਹਰੀਆਂ ਨੇ, ਤੇ ਜਿਸ ਕੋਈ ਲਿਖਦਾ ਤੇ ਸਾਨੂੰ ਚੁੱਭਦੀਆਂ ਨੇ। ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ, ਬਿਲਕੁਲ ਠੀਕ, ਮਤਲਬ ਕਾਫੀ ਦੀ ਸਹਿਮਤ ਹਾਂ। ਚੁੱਭਦੀਆਂ ਨੇ ਸਾਨੂੰ ਕਿ ਇਹਨੇ ਕਿਉਂ ਲਿਖਤਾ, ਸ਼ੇਰੇ ਪੰਜਾਬ ਆ, ਮਹਾਰਾਜਾ ਰਣਜੀਤ ਸਿੰਘ ਆ। ਹਾਂਜੀ, ਜੇ ਉਹਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਸੀ, ਥੰਮਲੇ ਨਾਲ ਬੰਨਿਆ ਸੀ, ਤੇ ਉਹ ਅਕਾਲੀ ਫੂਲਾ ਸਿੰਘ ਵਰਗੀ ਸ਼ਖਸੀਅਤ ਸੀ ਜਿਨ੍ਹਾਂ ਨੇ ਸੱਦਿਆ ਸੀ ਤੇ ਤਲਬ ਕੀਤਾ ਸੀਗਾ ਵੀ ਤਖਤਾ ਤੂੰ ਤਖਤ ਹੋਏਗਾ, ਕਾਣਿਆ ਕਹਿ ਕੇ ਵਿਕਾਰਿਆ ਸੀਗਾ। ਦੇਗ ਦਾ ਪੈਸਾ ਜਿਹੜਾ ਕੜਾਹ ਪ੍ਰਸ਼ਾਦ ਬਣਦਾ ਸੀ ਨਾ, ਉਥੋਂ ਪੈਸਾ ਆਉਂਦਾ ਸੀ, ਫੇਰ ਬਣਦਾ ਸੀ, ਤੇ ਫਿਰ ਇਹ ਸੰਗਤੀ ਰੂਪ ਦੇ ਵਿੱਚ ਉਹਨੂੰ ਹੰਕਾਰ ਆ ਗਿਆ ਸੀਗਾ, ਲੈਣਾ ਬੰਦ ਕਰਤਾ ਸੀਗਾ। ਸੋ ਗੱਲ ਇਹ ਹੈ ਕਿ ਉਹਦੀ ਗਲਤੀ, ਉਹਨੇ ਕੋਈ ਪਰਚੋਲ ਨਹੀਂ ਕੀਤੀ। ਇੱਕ ਬੰਦੇ ਕੋਲ ਪੁੱਛ ਲਿਆ ਵੀ ਇਹਨੂੰ ਇਹ ਸਿਪਾ ਸਲਾਰ ਚੰਗਾ ਹੈ ਜਾਂ ਫਿਰ ਰਾਜ ਸੇਵਕ ਚੰਗਾ, ਤੇ ਉਹ ਜਿਹੜੇ ਚਿੱਠੀ ਲਿਖੀ ਹੋਊਗੀ ਜਾਂ ਜਿਹਨੇ ਸੁਝਾਅ ਦਿੱਤਾ ਹੋਊਗਾ ਉਹ ਉਹਦੇ ਅਧੀਨ ਕੰਮ ਕਰਨ ਨੂੰ ਤਿਆਰ ਨਹੀਂ ਹੋਣਾ ਕਿ ਜੇ ਇਹ ਰਾਜ ਸੱਤਾ ਤੇ ਬੈਠ ਗਿਆ ਮੈਨੂੰ ਇਹਦੇ ਥੱਲੇ ਕੰਮ ਕਰਨਾ ਪੈਣਾ। ਜੇ ਇੰਨੀ ਦੂਰਦੇਸ਼ੀ ਵੀ, ਮਤਲਬ ਵੇਖੋ, ਜਸ਼ੀਲਾ ਸੀ, ਬਹਾਦਰ ਸੀ, ਰਾਜ ਕਾਇਮ ਕੀਤਾ, ਬਹੁਤ ਵਧੀਆ ਕੀਤਾ। ਇਤਿਹਾਸਕ ਕਿਤਾਬਾਂ ਪੜ੍ਹੀਆਂ ਨੇ ਆਪਾਂ, ਦਿਨ ਰਾਤ ਪੜ੍ਹਦੇ ਰਹਿੰਦੇ ਹਾਂ, ਪਰ ਜਿੱਥੇ ਸਾਡੇ ਵਿੱਚ ਕੋਈ ਊਣਤਾਈ ਸਾਡੀ ਕੱਢਣ ਦੀ ਕੋਸ਼ਿਸ਼ ਕਰੇ ਤਾਂ ਸਾਨੂੰ ਸਮਝਣਾ ਚਾਹੀਦਾ ਕਿ ਕੁਝ ਨਾ ਕੁਝ ਤੇ ਹੋਊ। ਖੈਰ, ਆਪਾਂ ਗੱਲ ਨੂੰ ਇੱਥੇ ਜਿਹੜੀ ਗੱਲ ਤੁਸੀਂ ਕੀਤੀ ਜੀ, ਮੈਂ ਥੋੜੀ ਜਿਹੀ ਗੱਲ ਹੋਰ ਨਵਾਜ਼ ਕਰਾਂ। ਅਕਾਲ ਤਖਤ ਤੇ ਇਹਨੇ ਪੇਸ਼ ਨਹੀਂ ਸੀ ਆਓ, ਵੇਰ ਗਿਆ ਸੀ, ਨਹੀਂ ਸੀ ਅਕਾਲ ਤਖਤ। ਲੇਕਿਨ ਜਦੋਂ ਦਰਬਾਰ ਚ ਜਾਣ ਲੱਗਾ ਤੇ ਦਰਬਾਰੀ ਨੇ ਕੀ ਕਿਹਾ ਸੀ, ਝੁੱਕ ਕੇ ਮਹਾਰਾਜ ਨੂੰ ਸਲਾਮ ਕਰਤੀ ਸੀ, ਲੇਕਿਨ ਫਤਿਹ ਨਹੀਂ ਬੁਲਾਈ। ਉਹ ਕਹਿੰਦਾ ਵੀ ਇਹ ਮੈਨੂੰ ਦੱਸ ਕਿ ਸਲਾਮ ਤੇ ਕਰਦੀ ਕਮਾ ਰਹੇ ਨੂੰ ਤੇ ਫਤਿਹ ਕੋ ਨਹੀਂ ਬੁਲਾਈ। ਕਹਿੰਦਾ ਮਹਾਰਾਜ ਜੀ ਤੁਸੀਂ ਅਕਾਲ ਤਖਤ ਦੇ ਭਗੌੜੇ ਹੋ, ਇੱਕ ਕਰਕੇ ਮੈਂ ਫਤਿਹ ਨਹੀਂ ਬੁਲਾਈ। ਜਾਓ ਜਾ ਕੇ ਪਹਿਲਾਂ ਅਕਾਲ ਤਖਤ ਤੇ ਆਪਣੀ ਭੁੱਲ ਬਖਸ਼ਾ ਤੇ ਹੁਣ ਪਾਇਆ ਸੀ ਯਾਰ, ਬੜੀ ਅਜੋਕੇ ਦੌਰ ਦੇ ਵਿੱਚ ਜਿਨ੍ਹਾਂ ਨੂੰ ਅਕਾਲ ਤਖਤ ਤੇ ਤਲਬ ਕਰਨਾ ਸੀ, ਤਲਬ ਕਰਨ ਦੀਆਂ ਗੱਲਾਂ ਵੀ ਚੱਲੀਆਂ, ਉਹ ਜਦੋਂ ਮੱਥਾ ਟੇਕਣ ਆਉਂਦੇ ਸੀ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਤਲਵੇ ਚੱਟ ਜਿਹੜੇ ਸੀਗੇ ਧੂਤੀ ਉੱਠ ਕੇ ਖੜੇ ਹੋ ਜਾਂਦੇ ਸੀਗੇ। ਬਿਲਕੁਲ ਬਿਲਕੁਲ। ਆਪਾਂ ਹੁਣ ਗੱਲ ਗਾਂ ਕਰੀਏ ਕੇਂਦਰ ਸਰਕਾਰ ਵਿੱਚ ਸ਼ੇਅਰ ਹੋਲਡਰ, ਕਸ਼ਮੀਰ ਦੇ ਵਿੱਚ ਕਿਸੇ ਵੇਲੇ ਜੀ ਪੰਜਾਬੀ ਪੜ੍ਹਾਈ ਜਾਂਦੀ ਸੀ। ਹਾਂ ਬਿਲਕੁਲ। ਤੇ ਪੰਜਾਬੀ ਜਿਹੜੀ ਸੀ 1990 ਤੋਂ ਪਹਿਲਾਂ 9 ਕਾਲਜ ਸੀ ਕਸ਼ਮੀਰ ਦੇ ਵਿੱਚ, ਤੇ ਹਰ ਕਾਲਜ ਚ ਪੰਜਾਬੀ ਦੇ ਪ੍ਰੋਫੈਸਰ ਦੀ ਪੋਸਟ ਸੀਗੀ। ਅੱਜ ਇਹ ਸਭ ਕੁਝ ਖਤਮ ਕਰ ਦਿੱਤਾ। ਉਹ ਮੈਂ ਅਜੇ ਵੀ ਕਹਿੰਦਾ ਵੀਰੋ, ਡੁੱਲੇ ਬਿੜ ਦਾ ਕੁਛ ਨਹੀਂ ਵਿਗੜਿਆ, ਅਜੇ ਵੀ ਸਿੱਧੇ ਹੋ ਜਾਓ। ਸਰਕਾਰ ਤੁਹਾਡੀ ਗੱਲ ਮੰਨਣ ਲਈ ਤਿਆਰ ਬੈਠੀ ਹੈ, ਲੇਕਿਨ ਇਕੱਠੇ ਹੋ ਜਾਓ। ਪਰ ਸਿਆਪਾ ਇਸ ਗੱਲ ਦਾ, ਜਿਹੜੀ 11 ਮੈਂਬਰੀ ਕਮੇਟੀ ਸੀ ਉਹ ਜੱਡੂਆਂ ਦੀ ਪੰਛੇਰੀ ਵਾਂਗ ਖੱਦਰ। ਬਸ ਉਹ ਤਾਂ ਆਪਾਂ ਪਹਿਲੇ ਦਿਨ ਕਹਿਤਾ ਸੀ ਜਦੋਂ ਇਕੱਠੇ ਦੇਖੇ ਸਾਰੇ। ਜੀ ਜੀ। ਜਿਹੜਾ ਇੱਥੋਂ ਲਹੂ ਲੁਹਾਨ ਹੋ ਕੇ ਗਿਆ ਸੀ ਨਿਊਯਾਰਕ ਚੋਂ, ਅਮਰੀਕਾ ਚੋਂ, ਜੀਕੇ, ਉਹ ਬੈਠਾ ਵੇਖਿਆ, ਨਾਲ ਬੈਠਾ ਵੇਖਿਆ ਖਾਲਿਸਤਾਨ ਦਾ ਜਿਹੜਾ ਹਮਾਇਤੀ ਸੀ, ਤੇ ਖਾਲਿਸਤਾਨ ਨੇ ਜੀਕੇ ਨੂੰ ਖਦੇੜਿਆ ਸੀਗਾ, ਉਹਦੀਆਂ ਧਾਰਾਂ ਮੰਗਾਈਆਂ ਸੀ। ਉੱਥੇ ਬੈਠਾ ਵੇਖਿਆ ਆਪਾਂ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ, ਉੱਥੇ ਸਰਨਾ ਸਾਹਿਬ ਨੂੰ ਬੈਠਿਆ ਦੇਖਿਆ, ਉੱਥੇ ਨਾਲ ਪਿਛਲੇ ਪਾਸੇ ਹੋਰ ਵੀ 3-4 ਬੈਠੇ ਸੀ। ਆਪਾਂ ਉਸ ਦਿਨ ਕਹਿਤਾ ਸੀ ਵੀ ਆਹ ਕੀ, ਇਹ ਕਿਤੇ ਇਕੱਠੇ ਹੋ ਜਾਣਗੇ? ਦੋ ਤਾਂ ਸਿੱਖ ਤੇ ਦੋ ਨਹੀਂ ਇਕੱਠੇ ਹੋ ਸਕਦੇ, ਸਿੱਖ ਦੋ ਇਕੱਠੇ ਹੀ ਨਹੀਂ ਹੋ ਸਕਦੇ। ਜੇ ਸਿੱਖ ਹੋਣ, ਗੁਰੂ ਦੇ ਸਿੱਖ ਹੋਣ, ਤੇ ਦੋ ਇਕੱਠੇ ਹੋ ਜਾਣ ਤੇ ਫਿਰ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਾਰਸ ਹੋਣਗੇ। ਇੱਕ ਮੈਨੂੰ ਫੋਨ ਆਇਆ ਜੀ ਕਿਸੇ ਸਰੋਤੇ ਦਾ ਬਾਅਦ ਦੇ ਵਿੱਚ, ਮੈਨੂੰ ਕਹਿੰਦਾ ਜੀ ਤੁਹਾਨੂੰ ਅਸੀਂ ਉਹਦੇ ਸਿੰਘ ਟੋਕਿਆ ਵੀ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਹੋ, ਤੁਹਾਡੀ ਗੱਲਾਂ ਸੁਣਨ ਜੀ ਕਰਦਾ ਸੀ। ਕਹਿੰਦਾ ਮੈਂ ਇੱਕ ਸਵਾਲ ਪੁੱਛਣਾ। ਪੁੱਛੋ ਜੀ ਮਹਾਰਾਜ ਜੀ। ਮੇਰੇ ਤੇ ਹੋਈ ਯਾਦ ਜਵਾਬ ਦੇਣ ਦੀ ਕੋਈ ਗੱਲ ਨਹੀਂ। ਕਹਿੰਦਾ ਕੀ ਸਿੱਖ ਆਗੂ ਇੱਦਾਂ ਇਕੱਠੇ ਹੋ ਕੇ ਕੌਮ ਦੀ ਗਵਾਹੀ ਕਰਦੇ? ਮੈਂ ਕਿਹਾ ਬਿਲਕੁਲ। ਕਹਿੰਦਾ ਕੀ ਹੋਊਗਾ? ਮੈਂ ਕਿਹਾ ਖੁਆਰ ਹੋਏ ਜੰਮ ਜਾਏਗੀ, ਜਦ ਸਭ ਨੂੰ ਛੱਤਰ ਪੈਣਗੇ ਟਕਾ ਟਕਾ ਕੇ ਫਿਰ ਸਿੱਧੇ ਹੋਣਗੇ, ਫਿਰ ਇਕੱਠੇ ਹੋਣਗੇ। ਅਜੇ ਤਿਆਰ ਕੋਈ ਦੋ ਕਦਮ ਅਗਲੇ ਮੈਨੂੰ ਕੁਰਸੀ ਦੇ ਦਿਓ, ਮੈਨੂੰ ਪਾ ਦਿਓ, ਬਾਕੀ ਠਗੂ ਪੈਣ ਕੋਈ ਗੱਲ। ਬਸ ਦੋ ਸਿੱਖ ਨਹੀਂ ਗਏ ਪਾਟੀ ਸਾਹਿਬ। ਮੈਂ ਤਾਂ ਕਈ ਵਾਰੀ ਕਿਹਾ ਦੋ ਸਿੱਖ ਆਪਸ ਵਿੱਚ ਇਕੱਠੇ ਹੋ ਕੇ ਗੱਲ ਨਹੀਂ ਕਰ ਸਕਦੇ। ਜੇ ਦੋ ਸਿੱਖ ਇਕੱਠੇ ਹੋ ਕੇ ਆਪਸ ਵਿੱਚ ਇੱਕ ਸੁਰ ਚ ਰਲ ਕੇ ਇਕੱਠੇ ਹੋ ਕੇ ਚੱਲ ਪਏ, ਦੋ ਜਥੇਬੰਦੀਆਂ ਵੀ ਚੱਲ ਪਈਆਂ, ਤੇ ਬਾਬਾ ਗਰਜਾ ਸਿੰਘ ਦੇ ਬਾਬਾ ਬੋਤਾ ਸਿੰਘ ਦੇ ਵਾਰਸ ਹੋਣਗੇ ਉਹ। ਬਿਲਕੁਲ ਬਿਲਕੁਲ। ਚਲੋ ਆਪਾਂ ਅੱਗੇ ਵਧੀਏ, ਕਿਉਂਕਿ ਗੱਲਾਂ ਬੜੀਆਂ ਨੇ। ਜੇ ਆਪਾਂ ਗੱਲਾਂ, ਇੱਕ ਆਪਾਂ ਨੂੰ ਜਿਹੜਾ ਮੁੰਡਾ ਸਾਡਾ ਟੈਕਨੀਸ਼ੀਅਨ ਆ ਨਾ, ਉਹਨੇ ਬੜੀ ਵਧੀਆ ਗੱਲ ਕੀਤੀ, ਕਰਨ ਹੈ ਨੇ,
ਕਹਿੰਦਾ ਵੀ ਕਰਨ ਤੁਸੀਂ ਡਿਸਕਸ ਕਰਦੇ ਹੁੰਦੇ ਹੋ ਪਹਿਲਾਂ ਖਬਰਾਂ ਦੀ ਕਿ ਨਹੀਂ? ਕਿ ਮੈਂ ਕਿਹਾ ਜੀ ਇੱਕ ਦੋ ਕਰ ਲਈਦੀਆਂ ਨੇ। ਤੇ ਕਹਿੰਦਾ ਵੀ ਪੱਟੀ ਅੰਕਲ ਨੇ ਕਿਹਾ ਕਹਿੰਦਾ ਚਾਵਲਾ ਸਾਹਿਬ ਤੁਸੀਂ ਸਵਾਲ ਕਰ ਲਓ, ਆਪਾਂ ਉੱਤੇ ਹੀ ਡਿਸਕਸ ਕਰਾਂਗੇ ਘੰਟਾ ਇੱਕ। ਮੈਂ ਕਿਹਾ ਦਿਲਾਂ ਨੂੰ ਦਿਲਾਂ ਦੇ ਰਾਹ ਨੇ ਵੀ ਗੱਲ ਨੂੰ ਗੱਲ ਦੇ ਵਿੱਚੋਂ ਚੱਕਣਾ, ਗੱਲ ਨੂੰ ਗੱਲ ਦੇ ਵਿੱਚ ਜੋੜਨਾ ਉਹੀ ਜੋੜ ਸਕਦਾ। ਜੇ ਪੱਟੀ ਸਾਹਿਬ ਕੁਝ ਹੈ, ਮੈਂ ਤਾਂ ਕੁਛ ਵੀ ਨਹੀਂ, ਮੈਂ ਤਾਂ ਸਿੱਖਦਾ ਪਿਆ ਅਜੇ। ਮੈਂ ਤਾਂ ਸਿਰਫ ਅਜੇ ਮਤਲਬ ਉਹ ਕਹਿ ਲਓ ਕਿ ਕੁਛ ਵੀ ਨਹੀਂ ਹੈ, ਧੂੜ ਮਤਲਬ ਉਹੀ ਉਡਾਈ ਜਾਂਦੇ ਆ। ਪਰ ਪੱਟੀ ਸਾਹਿਬ ਕੋ ਤਾਂ ਅਥਾਹ ਸਮੁੰਦਰ ਨੇ, ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਗੱਲਾਂ ਲੈ ਲੈਣਾ। ਤੁਸੀਂ ਕਹਿੰਦੇ ਕਿ ਜਦੋਂ ਧਾਰਾ 370 ਦੀ ਗੱਲ ਚੱਲੀ, ਤੁਸੀਂ ਉਸ ਵਕਤ ਦਾ ਇੱਕ ਇਸ਼ਾਰਾ ਮਾਰਿਆ ਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ। ਤੁਸੀਂ ਨਹੀਂ ਕਹਿ ਰਹੇ, ਮੈਂ ਕਹਿ ਰਿਹਾ ਇਹ ਗੱਲ। ਜੀ ਸੈਂਟਰ 'ਚ ਭਾਈਵਾਲੀ ਸੀ ਹਨਾ। ਹੁਣ ਸੈਂਟਰ 'ਚ ਭਾਈਵਾਲੀ ਤੇ ਟੌੜੇ ਦੀ ਤੇ ਹੈ ਨਹੀਂ ਸੀ, ਨਾ ਹੀ ਆਪਣੇ ਰਾਮੋ ਵਾਲੇ ਗਰੁੱਪ ਦੀ ਹੈਗੀ ਸੀ, ਨਾ ਹੀ ਸ਼੍ਰੋਮਣੀ ਅਕਾਲੀ ਲੌਂਗੋਵਾਲ ਦੀ ਹੈਗੀ ਸੀ, ਨਾ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੈਗੀ ਸੀ, ਨਾ ਹੀ ਢੀਂਡਸਾ ਸਾਹਿਬ ਦੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉੱਥੇ ਸੀ ਭਾਈਵਾਲੀ, ਕਿਉਂਕਿ ਸਾਡੇ ਮੈਂਬਰ ਪਾਰਲੀਮੈਂਟ ਨੇ ਵੀ ਬਾਹਰ ਸਿਮਰਤ ਕੌਰ ਬਾਦਲ। ਜੀ ਤੇ ਧਾਰਾ 370 ਦੇ ਵਿੱਚ ਜਦੋਂ ਵੱਧ ਸੂਬਿਆਂ ਦੇ ਅਧਿਕਾਰਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਸ਼ੁਰੂ ਕੀਤਾ, ਭਾਵੇਂ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂਵਾਲਿਆਂ ਦੇ ਖਾਤੇ 'ਚ ਪਾ ਕੇ ਤੇ ਆਪ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀ। ਉਹਦੇ ਬਾਅਦ ਜੋ ਨਦੀਆਂ ਲਹੂ ਦੀਆਂ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ ਤੇ ਸਿੱਖਾਂ ਦੀਆਂ ਸਾਂਝੀਆਂ ਵਗੀਆਂ ਨੇ। ਇਹ ਇੱਕ ਸੌੜੀ ਸੋਚ ਜਿਹੜੀ ਸੀ ਕੁਰਸੀ ਦੀ ਖਾਤਰ ਅੱਜ ਫੇਰ ਜਿਹੜੀ ਉਪਦੀ ਜਾ ਰਹੀ ਆ, ਉਹ ਉਦੋਂ ਸੀ। ਸਾਨੂੰ ਪੰਜਾਬੀ ਮਾਂ ਬੋਲੀ ਤੇ ਅਸੀਂ ਆਪਣੇ ਰਾਜ ਦੇ ਵਿੱਚ ਪ੍ਰੋਪਰ ਨਹੀਂ ਲਾਗੂ ਕਰ ਸਕੇ। ਅਸੀਂ ਆਪਣੇ ਰਾਜ ਦੇ ਵਿੱਚ ਨੀਲੀਆਂ ਦਸਤਾਰਾਂ ਵਾਲੇ ਵੇਖਿਆ ਗਿਆ ਹਿੰਦੀ ਦੀ ਕਿਵੇਂ ਲੱਤ-ਬਾਂਹ ਤੋੜਦੇ ਇੰਟਰਵਿਊ ਦਿੰਦੇ ਸੀ, ਟਾਕ ਸ਼ੋ ਵੀ ਕੀਤਾ ਸੀ ਮੈਂ। ਅਸੀਂ ਆਪਣੀ ਮਾਤਰ ਭਾਸ਼ਾ ਨੂੰ ਉਹ ਨਹੀਂ ਮਾਣ ਦੇ ਸਕੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਹੋਵੇ ਤੇ ਪਤਾ ਨਾ ਤਾਰ ਤੇ ਸਾਡੀ ਕਿਤੋਂ ਹੋਰ ਹਿਲਦੀ ਆ। ਜਿਨ੍ਹਾਂ ਨੂੰ ਗੁਰਮੁਖੀ ਨਹੀਂ ਚੰਗੀ ਲੱਗਦੀ, ਜਿਹੜੀ ਗੁਰਮੁਖੀ ਨੂੰ ਮਿਟਾਉਣ ਵਾਸਤੇ ਆ ਤੁਹਾਡੀ ਪੰਜਾਬ ਯੂਨੀਵਰਸਿਟੀ ਨੇ ਕੀ ਗੁਨਾਹ ਕਰਤਾ? ਤੁਸੀਂ ਬਾਕੀ ਯੂਨੀਵਰਸਿਟੀਆਂ ਨੂੰ ਤਾਂ ਫੰਡ ਦਿੰਦੇ ਹੀ ਹੋ। ਚਲੋ ਵਾਪਸ ਆਈਏ, ਇਹਨੂੰ ਇੱਥੇ ਛੱਡ ਦਿੰਦੇ ਆ। ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧੀਆਂ ਨੇ। ਹਿਮਾਚਲ ਵਿੱਚ ਰਿਜ਼ੋਰਟ ਤੇ ਰਾਜਸਥਾਨ ਵਿੱਚ 150 ਏਕੜ ਜ਼ਮੀਨ। ਪਹਿਲਾਂ ਕਾਲ ਲੈ ਲਈਏ। ਹਾਂਜੀ, ਵੈਲਕਮ ਜੀ, ਜੀ ਆਇਆਂ ਨੂੰ। ਚਲੋ ਹੈਲੋ, ਹਾਂਜੀ ਭੱਟੀ ਸਾਹਿਬ ਤੁਸੀਂ ਆਪਣੀ ਗੱਲ ਕਰ ਲਓ ਜੀ। ਜਿਹੜੇ ਸਾਧੂ ਸਿੰਘ ਧਰਮਸੋਤ ਦੇ ਸਾਧੂ ਬੰਦੇ ਨੇ ਜੀ, ਕਾਂਗਰਸ ਦੇ ਸਾਧੂ ਸੁਭਾਅ, ਕੀ ਬਾਤ ਹੈ। ਲੇਕਿਨ ਸਾਧੂ ਜਿਹੜੇ ਹਮੇਸ਼ਾ ਹੀ ਚਰਚਾ 'ਚ ਰਹੇ, ਭਾਵੇਂ ਸਰਕਾਰ ਚੋਣ 'ਚ ਭਾਵੇਂ ਨਾ। ਮੈਂ ਕਹਿੰਦਾ ਵੀ ਤੁਸੀਂ ਏਦਾਂ ਕਰੋ ਕਿ ਹਰ ਲੀਡਰ ਨੂੰ ਫੜ ਲਓ, ਉਹਦੀ ਹਰ ਲੀਡਰ ਦੀ ਪੱਤਰੀ ਖੋਲ ਲਓ। ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਹਰ ਲੀਡਰਾਂ ਦੀਆਂ ਜਾਇਦਾਦਾਂ 150 ਏਕੜ ਜੇ ਕਹੀ ਜਾਂਦੀ ਆ ਵੀ ਇਹਦੀ ਜ਼ਮੀਨ ਹੈਗੀ, ਉੱਥੇ ਟੀਮ ਗਈ ਆ ਸਰਵੇ ਕਰਨ ਵਾਸਤੇ। ਜਦੋਂ ਉਹਨਾਂ ਨੂੰ ਕਾਰਡ ਆਇਆ, ਇੱਕ ਟੀਮ ਹਿਮਾਚਲ ਸੀ, ਪੁਲਿਸ ਦੀ ਇੱਕ ਚਲੀ ਰਾਜਸਥਾਨ, ਇਹ ਵੇਖਣ ਵਾਸਤੇ ਵੀ ਜ਼ਮੀਨ ਕਿੱਥੇ ਆ ਤੇ ਕਿੱਥੇ। ਤੇ ਜਿਨ੍ਹਾਂ ਦੀ ਹਜ਼ਾਰਾਂ ਏਕੜ ਨੂੰ ਉਹਨਾਂ ਨੂੰ ਕਦੇ ਪੁੱਛਿਆ ਕਿਸੇ ਨੇ? ਕੋਟੇ ਤੋਂ ਲੈ ਕੇ ਅਗਲੇ ਪਾਸੇ ਇੱਕ ਜੰਗਲ ਜਿਹਾ ਵਿਅਕਤੀ ਬਣ ਜਾਏਗਾ ਸੜਕਾਂ ਦੇ ਵਿੱਚ। ਸ਼੍ਰੋਮਣੀ ਕਮੇਟੀ ਦਾ ਇੱਕ ਅਧਿਕਾਰੀ ਮੇਰੇ ਨਾਲ ਗੱਲ ਕਰਦਾ, ਮੈਨੂੰ ਕਹਿੰਦਾ ਜੇ ਅਸੀਂ ਜਾ ਰਹੇ ਸੀ ਤੇ ਜਿਹੜੇ ਲੋਕ ਸਾਡੇ ਕੋਟੇ ਦੇ ਸੀ ਉਹਨਾਂ ਨੂੰ ਅਸੀਂ ਪੁੱਛਿਆ ਵੀ ਇਹ ਆ ਜਿਹੜਾ ਜੰਗਲ ਕਿਹਦਾ ਹੈਗਾ? ਉਹਨੇ ਪੰਜਾਬ ਦੇ ਇੱਕ ਵੱਡੇ ਰਜਵਾੜੇ ਦਾ ਨਾਮ ਲਿਆ ਸੀ, ਉਹਦਾ ਜੰਗਲ ਕਿੰਨਾ ਵਾ? 1000 ਏਕੜ। ਉਹਨਾਂ ਨੂੰ ਕਦੀ ਨਹੀਂ ਕਿਸੇ ਪੁੱਛਿਆ ਭਾਈ ਤੁਹਾਡੀ ਉਹ ਜ਼ਮੀਨ ਤੁਸੀਂ ਕਿੱਥੋਂ ਤੇ ਕਿਵੇਂ। ਹੁਣ ਸਾਧੂ ਸਿੰਘ ਧਰਮਸੋਤ ਕੜਿੱਕੀ 'ਚ ਆਇਆ, ਜਦੋਂ ਚੂਹਾ ਕੜਿੱਕੀ 'ਚ ਫਸਦਾ ਤੇ ਫਿਰ ਆਪਾਂ ਉਹਨੂੰ ਚੂਹਾ ਵੀ ਮਾਰਦੇ, ਕਈ ਕੁਛ ਕਰਦੇ ਆ ਤੇ ਭਾਈ ਹੁਣ ਇਹਨੂੰ ਪੂਰਾ ਤੰਗ ਪਰੇਸ਼ਾਨ ਕਰੋ। ਹੁਣ ਫਸੇ ਨੇ ਕੜਿੱਕੀ 'ਚ। ਹੁਣ ਇਹਨਾਂ ਤੇ ਇਹ ਆ ਵੀ ਵਿਜੀਲੈਂਸ ਨੇ ਦਾਅਵਾ ਕੀਤਾ ਵੀ ਸਾਡੇ ਕੋਲ ਰਿਕਾਰਡ ਮਿਲੇ, ਕੋਈ ਸੋਰਸ ਮਿਲੇ ਨੇ। ਇੱਕ ਰਿਜ਼ੋਰਟ ਇਹਨਾਂ ਨੇ ਹਿਮਾਚਲ 'ਚ ਬਣਾਇਆ ਕਰੋੜਾਂ ਰੁਪਏ ਦਾ, ਤੇ ਇਹਨਾਂ ਨੇ ਕਰੋੜਾਂ ਦੀ ਜ਼ਮੀਨ ਖਰੀਦੀ ਆ 150 ਏਕੜ ਰਾਜਸਥਾਨ ਤੇ। ਉਹਦੀ ਹੁਣ ਅਸੀਂ ਪੋਸ਼ਣ ਕਰ ਰਹੇ ਹਾਂ, ਰਜਿਸਟਰੀ ਕਰਵਾ ਰਹੇ ਹਾਂ ਵੀ ਇਹ ਇਹਨਾਂ ਦੇ ਮੰਤਰੀ ਬਣ ਤੋਂ ਬਾਅਦ 'ਚ ਖਰੀਦੀ ਕਿ ਪਹਿਲਾਂ ਸੀ। ਅੱਛਾ ਰੱਖ ਕੀ ਉਹ ਜਿਹੜੇ ਪੈਸੇ ਖਰਚ ਕੀਤੇ ਉਹ ਇਹਨਾਂ ਦੇ ਆਪਣੇ ਸੀ ਕਿ ਤੋਂ ਬਾਹਰੋਂ ਲੁੱਟ ਮਾਰ ਕੀਤੀ?
ਮਤਲਬ ਉਹਨਾਂ ਦੀ ਇਸੇ ਵਿਹਾਵ ਦੇ ਉੱਤੇ 3 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਵਧਾਇਆ ਗਿਆ ਕਿ ਕੁਝ ਬੰਦੇ ਹੋਰ ਵੀ ਫੜੇ ਨੇ, ਉਹਨਾਂ ਦੇ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕਰਨੀ। ਕੁਝ ਸਾਡੇ ਜਿਹੜੇ ਜੰਗਲਾਤ ਵਿਭਾਗ ਦੇ ਜਿਹੜੇ ਅਧਿਕਾਰੀ ਉਹ ਫੜੇ ਨੇ, DFO ਫੜੇ ਨੇ, ਕੁਝ ਦੂਜੇ ਫੜੇ ਨੇ, ਕੁਝ ਇਹਨਾਂ ਦੇ 2 PA ਇੱਕ ਮੀਡੀਆ ਸਲਾਹਕਾਰ ਇਹ ਫੜੇ ਨੇ। ਉਹਨਾਂ ਦੇ ਸਾਹਮਣੇ ਬਿਠਾ ਕੇ ਪੁੱਛਣਾ ਕਿ ਗੱਲ ਤੇ ਸਾਨੂੰ ਸਹਿਯੋਗ ਹੀ ਨਹੀਂ ਕਰ ਰਿਹਾ, ਸਾਡੇ ਗੱਲ ਪੇ ਨਾ ਕਿ ਬਸ ਇਸ ਮੈਨੂੰ ਨਜਾਇਜ਼ ਫੜਿਆ ਇੱਥੇ ਭੇਜਦਾ ਸਿੰਘ ਨੇ ਉੱਤੇ। ਇਹ ਗੱਲ ਵੀ ਤੇ ਹੈ ਵੀ ਏਦਾਂ ਦਾ ਹੀ ਵੇਖ ਕੇ ਜੋ ਕੋਈ ਗੱਲ ਨਹੀਂ। ਹੁਣ ਉਹ ਜਿਹੜੇ DFO ਆ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਜੰਗਲਾਤ ਵਿਭਾਗ ਦੇ ਅਧਿਕਾਰੀ ਸਾਰੇ ਸਹਿਮੇ ਪਏ, ਸਾਰੇ ਇੱਕ ਨੂੰ WhatsApp ਫੋਨ ਕਰਦੇ, ਤੂੰ ਠੀਕ ਠਾਕ ਆ ਨਾ ਯਾਰ, ਤੈਨੂੰ ਕੁਛ ਨਹੀਂ ਹੋਇਆ ਨਾ। ਬਕਾਇਦਾ ਤੌਰ ਤੇ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਡਿਵੀਜ਼ਨ ਫੋਰੈਸਟ ਆਫਿਸਰ ਤੇ ਡਿਸਟ੍ਰਿਕਟ ਫੋਰੈਸਟ ਲੱਗਣ ਵਾਸਤੇ ਉੱਥੇ ਜਿਹੜੀ ਸੀ ਕਰੋੜਾਂ ਰੁਪਏ ਵੱਢੀ ਲਈ ਜਾਂਦੀ। ਗੱਲ ਇਹ ਨਾ ਵੀ ਬਈ ਜੇ ਦਿਨ ਵੱਡਾ ਸਟਾਰ ਆਇਆ ਸੀਗਾ ਕ੍ਰਿਕਟ ਦਾ ਬੌਲਿੰਗ ਕਰਨ ਚੰਡੀਗੜ੍ਹ, ਜੇ ਤੁਹਾਡਾ ਅੰਮ੍ਰਿਤਸਰ ਵਾਲਾ ਉਹ ਕੀ ਆ ਡਾਕਟਰ ਰਾਜਕੁਮਾਰ ਵੇਰਕਾ ਤੇ ਬਾਕੀ ਦੂਜੇ ਤੀਜੇ ਚਲ ਗਏ ਸੀ, ਇਹ ਵੀ ਚਲ ਜਾਂਦਾ ਟੱਬ ਦੇ ਵਿੱਚ ਇਸ਼ਨਾਨ ਕਰ ਆਉਂਦਾ ਤੇ ਫੇਰ ਤਾਂ ਕੋਈ ਬਿਲਕੁਲ ਠੀਕ ਕਰਾਂਗੇ, ਫੇਰ ਤਾਂ ਕੋਈ ਗੱਲਬਾਤ ਹੀ ਨਹੀਂ ਸੀ। ਪਰ ਚਲੋ ਖੈਰ ਕਿਤੇ ਕਾਂਗਰਸੀ ਅੰਦਰੋਂ ਕਿਤੇ ਉਪਜ ਗਈ ਹੋਣੀ ਵੀ ਇੰਨਾ ਕੁਝ ਦਿੱਤਾ ਤੇ ਮੈਂ ਕਾਂਗਰਸੀ ਰਵਾਂ। ਅਜੇ ਜਿਵੇਂ ਅਜੇ ਵੀ ਕੋਈ ਟਕਸਾਲੀ ਕਾਲੀ ਹੈਗੇ ਨੇ ਨਾ, ਉਹਨਾਂ ਨੂੰ ਕਹਿ ਲਓ ਤੁਸੀਂ ਵੀ ਕਾਲੀ ਰਹਿਣਾ। ਕਾਲੀ ਨਹੀਂ, ਉਹ ਦਿਲੋਂ ਕਾਲੀ ਨੇ, ਜੋ ਮਰਜ਼ੀ ਕਰ ਲੈਣਾ, ਆਪਾਂ ਕਾਹ ਲੈ ਲੈਣੇ ਅਗਲੀ। ਵਾਦੀਆਂ ਸੁਜਾਦੀਆਂ ਨਾਲ ਸਿਰਾਂ ਦੇ ਨਾਲ। ਇਹ ਕਹਿੰਦੇ 500 ਰੁਪਇਆ ਇਲਜ਼ਾਮ ਲੱਗਾ ਇਹਨਾਂ ਤੇ ਇੱਕ ਦਾ, ਪਰ 700 ਸੀ, 700 ਨੂੰ 500 ਨਾਲ ਜਰਬ ਕਰੋ, ਕਿੰਨੇ 7 ਲੱਖ ਸੀਗਾ। ਨਹੀਂ ਇਹਨਾਂ ਦੇ ਹੈਗੇ ਸੀ 500 ਰੁਪਇਆ ਪ੍ਰਤ ਲੈਂਦੇ ਸੀ, 25,000 ਦੇ ਵਿੱਚ ਬੂਟੇ ਵੱਡੇ ਗਏ ਸੀ। ਅੱਛਾ ਚਲੋ, ਵਾਦੀਆਂ ਸੁਜਾਦੀਆਂ ਨਾਲ ਸਿਰਾਂ ਦੇ ਨਾਲ। ਕਹਾਵਤ ਅਨੁਸਾਰ ਚੌਂਕੀ ਇੰਚਾਰਜ ਫਿਰ ਖਾਕੀ ਨੂੰ ਤਾਰ-ਤਾਰ ਕਰਦਾ, 3000 ਰੁਪਏ ਰਿਸ਼ਵਤ ਲੈਂਦਾ ਕਾਬੂ। ਪਰੰਤੂ ਕਾਲਾਂ ਫਲੈਸ਼ ਹੋ ਰਹੀਆਂ ਨੇ, ਲੈ ਲੈਣੇ ਆ ਜੀ। ਵੈਲਕਮ ਜੀ। ਹੈਲੋ, ਹਾਂਜੀ ਹੋਲਡ ਰੱਖਿਓ ਜੀ ਦੋਸਤੋ। 11:58 ਹੋਏ ਨੇ ਤੇ ਅੱਜ ਹੈ ਫਰਾਈਡੇ ਤੇ ਸਾਡੇ ਟੈਕਨੀਸ਼ੀਅਨ ਨੂੰ ਵੀ ਚਾਰ ਚੜ ਜਾਂਦਾ ਭਈ ਅੱਜ ਗੱਲਾਂ ਸੁਣਨ ਨੂੰ ਮਿਲਣਗੀਆਂ। ਅੱਧਾ ਘੰਟਾ ਆਪਾਂ ਐਕਸਟਰਾ ਲਾਉਣਾ ਜੇ ਤੇ ਉਸ ਅੱਧੇ ਘੰਟੇ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਜਿਹੜੀ ਹੈ ਚਲਾਂਗੇ ਤੇ ਤੁਸੀਂ ਕਾਲ ਕਰੀ ਚਲਿਓ ਜੇ ਤੁਸੀਂ ਲਾਈਕ ਕਰਦੇ ਹੋ। 905 813 1320 905 813 1320। ਹਾਂਜੀ ਲਾਈਨਾਂ ਫਲੈਸ਼ ਹੋਣੀ ਸ਼ੁਰੂ ਹੋ ਗਈਆਂ। ਜਿੰਨਾ ਚਿਰ ਅੱਧਾ ਘੰਟੇ ਵਿੱਚ ਤੁਹਾਡੀਆਂ ਕਾਲਾਂ ਆਉਂਦੀਆਂ ਰਹੀਆਂ ਤੇ ਫਿਰ ਅਸੀਂ ਲੈ ਲਵਾਂਗੇ। ਜੇ ਨਹੀਂ ਆਈਆਂ ਤੇ YouTube ਤੇ ਮਸਲਾ ਇਹ ਆ ਕਿ ਅਸੀਂ ਨਾਲ ਰੇਡੀਓ ਵੀ ਕਰ ਰਹੇ ਹਾਂ ਤੇ ਇਸ ਕਰਕੇ ਮੈਂ YouTube ਤੇ ਸਾਹਮਣੇ ਨਹੀਂ ਦੇਖ ਰਿਹਾ, ਉਹ ਸਾਡੇ ਟੈਕਨੀਸ਼ੀਅਨ ਹੀ ਹੋਲਡ ਕਰਦੇ ਨੇ। ਇਸ ਕਰਕੇ ਤੁਸੀਂ ਉੱਥੇ ਕਿੰਨੇ ਕੁ ਦੇਖਦੇ ਹੋ, ਕਿੰਨੇ ਨਹੀਂ ਦੇਖਦੇ, ਕਿੰਨੇ ਸ਼ੇਅਰ ਕਰਦੇ ਹੋ ਨਹੀਂ ਕਰਦੇ, ਉਹਦਾ ਮੈਨੂੰ ਨਹੀਂ ਹੈਗਾ ਕੋਈ। ਮੇਰੀ ਰੋਟੀ ਜਿਹੜੀ ਹੈ ਉਹ ਮੇਰੇ ਟੋਰਾਂਟੋ ਦੇ ਜਿਹੜੇ ਓਨਟੇਰੀਓ ਦੇ ਲਿਸਨਰ ਨੇ ਨਾ ਰੇਡੀਓ ਦੇ, ਉਹ ਤੋਂ ਚੱਲਦੀ। ਆਹ ਤਾਂ ਸਿਰਫ ਅਸੀਂ ਤਕਨੀਕ ਆ, ਅਰਸ਼ ਨੇ ਲਿਆ ਕੇ ਕੈਮਰਾ ਸਾਹਮਣੇ ਰੱਖਦਾ ਕਿ ਬਾਪੂ ਹੁਣ ਬਣ ਛਣ ਕੇ ਬਹਿਣਾ ਪੈਣਾ, ਬਣ ਕੇ ਬਹਿਣਾ ਪੈਂਦਾ। ਦੈਟਸ ਇਟ। ਸ਼ੇਅਰ ਕਰੋ ਨਾ ਕਰੋ, ਚੰਗਾ ਲੱਗਦਾ ਕਰ ਦਿਓ, ਨਹੀਂ ਚੰਗਾ ਲੱਗਦਾ ਤਾਂ ਨਾ ਕਰੋ। ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਲਿਖ ਕੇ ਪਾਉਣਾ ਮਸਟ ਸ਼ੇਅਰ ਮਸਟ ਸ਼ੇਅਰ ਮਸਟ ਸ਼ੇਅਰ। ਨਾ ਨਾ, ਅਸੀਂ ਲੰਘ ਚੁੱਕੇ ਹਾਂ ਉਹਨਾਂ ਤੋਂ, ਮਿਲੀਅਨਸ ਹਿੱਟਾਂ ਤੋਂ ਲੰਘ ਚੁੱਕੇ ਹਾਂ। ਉਹ ਸਾਡੀ ਇਹ ਲੰਘ ਚੁੱਕੇ ਹਾਂ ਤੇ ਤਾਂ ਹੀ 25 ਸਾਲ ਪੂਰੇ ਕੀਤੇ ਨੇ। ਹਾਂਜੀ ਹਾਂ ਜੀ, ਵੈਲਕਮ ਜੀ। ਹੈਲੋ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਹਾਂਜੀ, ਤੁਸੀਂ ਇਹਨਾਂ ਦੀ ਗੱਲ ਕਰ ਰਹੇ ਹੋ। ਸਾਧੂ ਸਿੰਘ ਜੀ ਨੂੰ ਚਾਹੀਦਾ ਵੇ ਕਿ ਹਾਂ ਵੀ ਚੁੱਪਚਾਪ BJP ਜੁਆਇਨ ਕਰਨਾ, ਦੋ ਤੋਚੋ ਹੋ ਜਾਣਗੇ, ਸਾਰੇ ਕੇਸ ਖਤਮ ਹੋ ਜਾਣਗੇ। ਚੁੱਪਚਾਪ ਜਾ ਕੇ BJP ਜੁਆਇਨ ਕਰ ਲੈਣ, ਸਾਰੇ ਕੁਝ ਵੀ ਨਹੀਂ ਨਿਕਲਣਾ। ਬੋਲੋ ਖੁੱਲ ਕੇ ਬੋਲੋ। ਕੋਈ ਨਹੀਂ, ਹੁਣ ਤਲਵਾਰ ਚੁੱਕੀ ਗਈ। ਸਾਰੇ ਉਹ ਜਿਹੜੇ ਧੁੱਪੇ ਖੁੱਲੇ ਜਾਣੇ ਨੇ ਕਿ ਹਾਂ ਵੀ ਕਿੱਥੋਂ ਪੈਣੀ ਲਈ ਹੈ, ਕਿੱਥੋਂ ਕੀ ਲਿਆ ਵੇ। ਜੇ BJP ਜੁਆਇਨ ਕਰ ਗਏ ਸਾਰਾ ਕੁਝ ਬਹਿ ਜਾਣਾ, ਦੁੱਧ ਤੋਤੇ ਹੋ ਜਾਣਗੇ। ਹਾਂਜੀ ਪੱਟੀ ਸਾਹਿਬ। ਹਾਂਜੀ ਪੱਟੀ ਸਾਹਿਬ। ਬਿਲਕੁਲ ਜੀ, ਆਪਾਂ ਕਈ ਵਾਰੀ ਕਹਿ ਚੁੱਕੇ ਕਿ ਉਹਨਾਂ ਕੋਲ ਇੱਕ ਵਾਸ਼ਿੰਗ ਮਸ਼ੀਨ ਹੈਗੀ ਆ, ਉਹਦੇ ਵਿੱਚ ਜਿਹਨੂੰ ਲਗਾ ਦਿੰਦੇ, ਉਹਦੇ ਸਾਰੇ ਪਾਪ ਵੀ ਧੁੱਪ ਜਾਂਦੇ ਤੇ ਦਲਿੱਦਰ ਵੀ ਧੁੱਪ ਜਾਂਦੇ ਆ ਤੇ ਉਹ ਜਿਹੜੇ ਦੋਸ਼ ਲੱਗੇ ਵੀ ਧੁੱਪ ਜਾਂਦੇ। ਕਿ ਪੁੱਛਦਾ ਹੀ ਨਹੀਂ ਤੂੰ ਕੌਣ ਆ ਕੌਣ ਨਹੀਂ ਜੀ। ਅੱਜ ਦੀ ਡੇਟ ਦੇ ਵਿੱਚ ਜੇ ਕਿਤੇ ਸਾਡਾ ਮੀਡੀਆ ਸੁਹਿਰਦ ਹੋ ਜਾਵੇ, ਇਹ ਮੈਂ ਨਹੀਂ ਕਹਿੰਦਾ, ਇਹ ਵੱਡੇ ਵੱਡੇ ਅਖਬਾਰਾਂ ਦੇ ਰਿਪੋਰਟਰਾਂ ਦੀਆਂ ਜਿਹੜੇ ਐਡੀਟਰ ਉਹਨਾਂ ਦੀ ਗੱਲ। ਕੱਲ ਇੱਕ ਬੜਾ ਤਗੜਾ ਆਰਟੀਕਲ ਵੀ ਛਪਿਆ ਇਹਨਾਂ ਦੇ ਖਾਤਰ। ਜੀ 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 ਜੀ, ਜਿਹੜੀ ਸਾਡੀ ਉਹ ਸੰਪਾਦਕਾਂ ਦੀ ਹੈਗੀ ਨਾ ਐਡੀਟਰਸ ਗਿਲਡ ਜਿਹੜੀ ਹੈਗੀ ਆ, ਉਹਨਾਂ ਨੇ ਬਕਾਇਦਾ ਤੌਰ ਤੇ ਇੰਨੀ ਗੱਲ ਕਹੀ ਕਿ ਸਾਡੇ ਦੇਸ਼ ਦੇ ਹਾਲਾਤ ਵਿਗਾੜਨ ਵਾਸਤੇ ਜਿਹੜਾ ਮੀਡੀਆ ਬੜੀ ਜ਼ਿੰਮੇਵਾਰ।
ਪਾਟੀ ਸਾਹਿਬ ਹਰ ਇੱਕ ਖਬਰ ਦੀ ਨਿਗਾਹ ਰੱਖਣ ਦੀ ਕੋਸ਼ਿਸ਼ ਕਰਦੇ ਆ ਰੰਗਲਾ ਪੰਜਾਬ ਦੇ ਵਿੱਚ। ਜੀ ਜੀ 6 ਘੰਟੇ ਤੇ ਲਾਈਵ ਹੁੰਨੇ ਆ ਤੇ 10 ਘੰਟੇ ਸਰਚ ਵੀ ਕਰਨੀ ਪੈਂਦੀ ਹੈ। ਬਾਕੀ ਰਹਿ ਗਏ ਕਰਨੀ ਪੈਂਦੀ, ਬਿਲਕੁਲ ਬਿਲਕੁਲ। ਬਾਕੀ ਰਹਿ ਗਏ 6 ਘੰਟੇ। ਉਹਦੇ ਵਿੱਚ ਕਿਸੇ ਵੇਲੇ ਤੇ ਉਹ ਖਬਰਾਂ ਬਣਾਉਂਦੇ ਵੀ ਨਾ, ਜਿਵੇਂ ਟਰੱਕ ਡਰਾਈਵਰ ਸੌਂ ਜਾਂਦੇ ਨੇ, ਮੈਂ ਆਪਣੇ ਆਫਿਸ ਸੁੱਤਾ ਹੁੰਨਾ ਤੇ ਮੇਰੀ ਬੇਟੀ ਆ ਕੇ ਹਲੂਣ ਕੇ ਮੈਨੂੰ ਕਹਿੰਦੀ ਹੁੰਦੀ ਹੈ, ਡੈਡ ਗੋ ਰੈਸਟ। ਮੈਨੂੰ ਇਹ ਹੁੰਦਾ ਕਿ 4 ਘੰਟੇ ਜਿੰਨਾ ਚਿਰ ਹੈਗਾ ਇਹਨੂੰ ਪੂਰੇ ਦਮ ਨਾਲ ਕਰਨਾ, ਫੂਕਾਂ ਨਹੀਂ ਮਾਰਨੀਆਂ। ਜੀ 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 ਹਾਂਜੀ ਚਲੋ ਅਗਲੀ ਕਾਲ ਲੈ ਲੈਣੇ ਆ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਪਹਿਲਾਂ। ਦੇਖੋ ਉਹ ਜਿਹੜੀ ਗੱਲ ਕੀਤੀ ਨਾ ਆਪਾਂ ਨੇ, ਇਹ ਬਕਾਇਦਾ ਤੌਰ ਤੇ ਮੀਡੀਆ ਰਿਸਪੌਂਸਿਬਲ ਇਹਦੇ ਵਾਸਤੇ। ਐਡੀਟਰ ਗਿਲਡ ਦੀ ਤੁਸੀਂ ਗੱਲ ਕੀਤੀ ਆ, ਐਡੀਟਰ ਗਿਲਡ ਦੇ ਵਿੱਚ ਬਕਾਇਦਾ ਤੌਰ ਤੇ ਉਹਨੇ ਇੰਨੀ ਗੱਲ ਕਹੀ ਕਿ ਜਿਹੜੀ ਸਾਡੀ ਨੈਸ਼ਨਲ ਟੀਵੀ ਚੈਨਲ ਨੇ ਜਿਸ ਤਰੀਕੇ ਨੂੰ ਉਹ ਵਿਗਾੜ ਕੇ ਪੇਸ਼ ਕਰਦੇ, ਅੱਜ ਜਿਹੜੇ ਲੈ ਕੇ ਆਉਂਦੇ ਆ ਬਕਾਇਦਾ ਤੌਰ ਤੇ ਜੇ ਡਿਬੇਟ ਕਰਦੇ, ਉਹ ਡਿਬੇਟ ਬੰਦ ਹੋਣੀ ਚਾਹੀਦੀ। ਕਿਉਂ ਕਰਦੇ ਨੇ? ਇੱਕ ਧਰਮ ਦੇ ਦੂਜੇ ਧਰਮ ਦੇ ਤੁਸੀਂ ਇੰਨੇ ਪੂਜਾ ਲਾਉਂਦੇ ਹੋ, ਮੁੜ ਕੇ ਤੁਹਾਡੇ ਕੋਲ ਸੰਭਾਲਣੀ ਔਖੀ। ਹੁਣ ਕੱਲ ਕੀ ਆ, ਪੂਰੇ ਦੇਸ਼ ਦੇ ਵਿੱਚ ਅੱਜ ਦੀ ਡੇਟ ਵਿੱਚ ਜਿਹੜੀ ਹਾਹਾਕਾਰ ਮੱਚੀ। ਮੈਂ ਇੱਕ ਮੁੱਦੇ ਦੀ ਗੱਲ ਨਹੀਂ ਕਰਦਾ ਕਿ ਸਿਰਫ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ ਜਿਹੜੀ ਨੂਰ ਸ਼ਰਮਾ ਨੇ ਕੁਝ ਗੱਲ ਕੀਤੀ ਹੈ ਤੇ ਇੰਨਾ ਮਾਹੌਲ ਵਿਗੜਿਆ ਨਹੀਂ। ਜਿਹੜੇ ਮੁਸਲਮ 57 ਦੇਸ਼ ਸੀ ਉਹ ਵੇਖ ਰਹੇ ਸੀ ਕਿ ਸਾਡੇ ਕੋਲ ਮੁੱਦਾ ਇਹੋ ਜਿਹਾ ਆਵੇ ਤੇ ਇਹਨੇ ਖਿਚਾਈ ਕਰੀ ਟਿਕਾ। ਬੜਾ ਵੱਡਾ ਪੁਆਇੰਟ ਪੱਟੀ ਸਾਹਿਬ ਮੇਰੇ ਦਿਲ ਦੀ ਗੱਲ ਕਰ ਲਈ ਤੁਸੀਂ, ਵੀ ਉਹ ਮੌਕਾ ਵੇਖਦੇ ਵੀ ਕਿੱਦਣ ਸਾਡੇ ਹੱਥ ਕੋਈ ਸੋਲਿਡ ਪੁਆਇੰਟ ਆਵੇ ਤੇ ਅਸੀਂ ਮਤਲਬ ਗਿੱਚੀਆਂ ਫੜੀ ਵਾਲੀ ਗੱਲ ਕਰੀਏ। ਗਿੱਚੀਆਂ ਫੜੀ, ਹੁਣ ਗਿੱਚੀਆਂ ਫੜੇ ਗਏ ਨੇ, ਹੁਣ ਇਹ ਰੌਲਾ ਪਾਉਂਦੇ ਨੇ। ਉਧਰ 56 ਦੇਸ਼ ਪਿੱਛੇ ਨੇ, ਇਹਨਾਂ ਨੇ ਕਈ ਸਾਡੇ ਦੇਸ਼ਾਂ ਦੇ ਸਟੋਰਾਂ ਵਾਲਿਆਂ ਨੇ ਚੁੱਕ ਕੇ ਮਾਰਸ਼ ਲੜਦਾ ਇੰਡੀਆ ਦਾ ਅਸੀਂ ਵਿਚੜੇ ਨਹੀਂ ਸਕਦਾ। ਜੀ ਜੀ ਉਹਨਾਂ ਟਿਕਟਾਂ ਵੀ ਕੱਟ ਕੇ ਦੇ ਦਿੱਤੀਆਂ, ਤੁਸੀਂ ਜਾਓ, ਪੈਸੇ ਵੀ ਦੇਤੇ, ਤਨਖਾਹਾਂ ਵੀ ਦੇ ਦਿੱਤੀਆਂ ਵੀ ਜਾਓ ਆਪਣੇ ਘਰੋਂ। ਹਾਂਜੀ, ਉਹ ਲੋਕ ਕਿੱਥੋਂ ਕਹਿਣਗੇ ਵੀ ਇਹ ਸਰਕਾਰ ਵਧੀਆ ਹੈਗੀ? ਇਸ ਕਰਕੇ ਐਡੀਟਰ ਗਿਲਡ ਨੇ ਬਕਾਇਦਾ ਤੌਰ ਜਿਹੜੇ ਅਖਬਾਰਾਂ ਦੇ ਸੰਪਾਦਕ, ਉਹਨਾਂ ਦੀ ਐਸੋਸੀਏਸ਼ਨ ਆ, ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਅਸੀਂ ਦੇਸ਼ ਸਾਡਾ ਕਿਹੜੇ ਪਾਸੇ ਵੱਧ ਜਾਏ। ਸਰ ਜੀ ਤੁਸੀਂ ਦੀ ਕਾਤਰ ਸਿੰਘ ਪੱਟੀ ਸਾਹਿਬ, ਸੌਰੀ, ਛੋਟੀ ਮੂੰਹ ਵੱਡੀ ਗੱਲ, ਰੰਗਲਾ ਪੰਜਾਬ ਛੋਟਾ ਅਦਾਰਾ ਹੈ। ਗੱਲ ਮੈਂ ਪਹਿਲਾਂ ਹੀ ਕਹੀ ਸੀ ਕਿ ਅੱਜ ਤੁਸੀਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜ਼ਬਰਦਸਤੀ, ਹਾਂਜੀ, ਜੈ ਰਾਮ, ਜੈ ਮਤਲਬ ਜੋ ਵੀ ਤੁਸੀਂ ਕਰਵਾ ਰਹੇ ਹੋ, ਭਾਰਤ ਮਾਤਾ ਕੀ ਜੈ ਜਾਂ ਜੈ ਰਾਮ, ਜੈ ਸ਼੍ਰੀ ਰਾਮ ਕੋ, ਮੁਸਲਮਾਨਾਂ ਦੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਧੀਆਂ ਨੂੰ ਤੰਗ ਕਰ ਰਹੇ ਹੋ। ਜਦੋਂ ਖਬਰਾਂ ਛਪਦੀਆਂ ਸੀ, ਇਹ ਕੱਟੜਵਾਦ ਦੀ ਗੱਲ ਕਰਦਾ, ਸਰਕਾਰ ਦੀ ਨਹੀਂ ਗੱਲ ਕਰਦਾ ਮੈਂ। ਤੇ ਇਹ ਮਤ ਸੋਚੋ ਕਿ ਉਹਨਾਂ ਦੇ ਬਾਹਰਲੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਸਾਡੇ ਬੱਚੀਆਂ, ਸਾਡੇ ਬੱਚੇ, ਸਾਡੇ ਮਤਲਬ ਜਿਹੜੇ ਨੌਜਵਾਨ ਉੱਥੇ ਕੰਮ ਕਰਨ ਜਾਂਦੇ ਨੇ, ਤੇ ਇਹ ਉਹ ਸਖਤੇ 'ਚ ਇੱਕ ਦਿਨ ਆ ਸਕਦੇ ਨੇ। ਇਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ, ਇੱਕ ਉਹ ਨਾਵਲ ਸੀ ਨਿੱਕੀਆਂ ਨਿੱਕੀਆਂ ਗੱਲਾਂ, ਹਨਾ, ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ ਇਹ ਬਹੁਤ ਵੱਡਾ ਮਾਇਨਾ ਰੱਖਦੀਆਂ ਨੇ। ਸਾਡੀ ਗੱਲ ਚਲੋ ਛੋਟੀ ਨਹੀਂ ਪਹੁੰਚੀ, ਨਹੀਂ ਵਾਇਰਲ ਹੋਈ, ਪਰ ਅੱਜ ਵੇਖੋ ਤੁਸੀਂ ਦੁਬਈ ਦੀ ਇੱਕ UAE ਦੀ ਜਿਹੜੀ ਸੀਗੀ ਪ੍ਰਿੰਸੈਸ ਕਹਿ ਲਓ, ਉਹਨਾਂ ਦੀ ਜਾਂ ਰਾਣੀ ਸੀ, ਉਹਨੇ ਇੱਕ ਵਾਰੀ ਬਿਆਨ ਦਿੱਤਾ ਸੀ ਤੇ ਉਦੋਂ ਵੀ ਬਖੇੜਾ ਖੜਾ ਹੋਇਆ ਸੀਗਾ। ਉਹਨਾਂ ਦੀ ਬਾਜ਼ ਅੱਖ ਹੈ, ਇਹ ਨਹੀਂ ਕਿ ਅਸੀਂ ਕਹਿ ਦਿੱਤਾ ਫੜ ਕੇ ਬੋਲ ਜੈ ਸ਼੍ਰੀ ਰਾਮ। ਅੱਜ ਭਾਈ ਉੱਥੇ ਹਰ ਤਰ੍ਹਾਂ ਦਾ ਮੀਡੀਆ ਬੈਠਾ ਹੋਇਆ, ਉਹਨਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਜਿਵੇਂ ਮਤਲਬ TRP ਵਧਾਉਣ ਵਾਸਤੇ ਜਾਂ ਆਪਣੀ ਪਬਲਿਸਿਟੀ ਵਧਾਉਣ ਵਾਸਤੇ ਉਹਨਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਛਾਪਣਾ, ਇਹ ਉਹਨਾਂ ਦੀ ਮਾਤਰ ਭਾਸ਼ਾ ਦੇ ਵਿੱਚ ਦੱਸਣਾ ਕਿ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਨਾਲ ਕੀ ਹੋ ਰਿਹਾ। ਜਿਵੇਂ ਸਾਡੇ ਵਾਲੇ ਮਸਾਲਾ ਲਾ ਕੇ ਪੇਸ਼ ਕਰਦੇ ਨੇ ਬਾਹਰ ਜੋ ਕੁਝ ਹੁੰਦਾ ਹੈ, ਪਾਕਿਸਤਾਨ ਦੇ ਵਿੱਚ ਜੇ ਸਿੱਖਾਂ ਨਾਲ ਜਾਂ ਹਿੰਦੂ ਭਾਈਚਾਰੇ ਨਾਲ ਕੁਝ ਹੁੰਦਾ ਤੇ ਇਹ ਮਸਾਲਾ ਲਾ ਕੇ ਸਾਡਾ ਮੀਡੀਆ ਦੱਸਦਾ ਕਿ ਨਹੀਂ ਦੱਸਦਾ? ਬਿਲਕੁਲ ਦੱਸ, ਇੱਕ ਦੀਆਂ 10 ਬਣਾ ਕੇ, ਉਦਾਂ ਹੀ ਉਹਨਾਂ ਨੇ ਇੱਕ ਦੀਆਂ 10 ਬਣਾ ਕੇ ਦੱਸਣੀਆਂ। ਉਸ ਤੋਂ ਬਾਅਦ ਹੀ ਦੱਸਣ ਨੂੰ ਜ਼ਿਆਦਾ ਤੇਲ ਪਾਉਣ, ਕਿਉਂਕਿ ਉਹਨਾਂ ਦੇ ਮਗਰ ਤਾਂ ਹੈ ਕੱਟਾ ਤਾਂਗੜ ਦਾ ਕਿੱਲੇ ਦੇ ਜ਼ੋਰ ਉੱਤੇ। ਉਹਨਾਂ ਮਗਰ ਜੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਬੈਠਾ ਹੈ ਤੇ ਮੁਸਲਮਾਨਾਂ ਦੇ ਬਾਹਰ ਰਖਵਾਲੇ ਵੀ ਬੈਠੇ ਆ। ਤੇ ਮਿਰਚਾਂ ਇਸ ਕਰਕੇ ਲੱਗੀਆਂ ਸੀ ਵੀ ਜੇ ਉੱਥੇ ਸਿੱਖ ਕੌਮ ਨਾਲ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਸਿੱਖ ਕੌਮ ਦਾ ਰਖਵਾਲਾ ਬਾਹਰ ਕਿਹੜਾ ਬੈਠਾ, ਉਹ ਤੇ ਵਿਕੇ ਹੋਏ ਆ ਸਾਰੇ। ਉਹ ਤਾਂ ਧੀਆਂ ਪੁੱਤਾਂ ਨੂੰ ਲੈ ਕੇ ਜਾ ਕੇ ਨਾਅਰੇ ਤਾਂ ਜ਼ਰੂਰ ਮਰਵਾ ਲੈਣਗੇ, ਆਪ ਵੀਜ਼ਾ ਲੈ ਕੇ ਇੰਡੀਆ ਬੈਠੇ ਹੁੰਦੇ ਹੋ। ਦੇਖੋ ਇਨੀ ਗਿਰੀ ਹੋਈ ਹਾਲਤ ਆ ਸਾਡੀ ਕੌਮ ਦੇ ਬੰਦਿਆਂ ਦੀ। ਉਹਨਾਂ ਮਗਰ ਤਾਂ ਕੱਟਾ ਤਾਂਗੜ ਦਾ ਕਿੱਲੇ ਦੇ ਜ਼ੋਰ ਉੱਤੇ ਗੁਆਂਢੀ ਪਾਕਿਸਤਾਨ ਨੇ ਵੀ ਕਹਿ ਦਿੱਤਾ ਵੀ ਤੁਸੀਂ ਆਹ ਮੰਦਿਰ ਦੀ ਗੱਲ ਕਰਦੇ ਹੋ, ਸਿਰੇਆਮ ਝੂਠੀ ਆ। ਤੁਸੀਂ ਵੀ ਸਾਡੇ ਬੰਦਿਆਂ ਨਾਲ ਉੱਥੇ ਹੁੰਦਾ ਝੂਠੀ, ਤੁਸੀਂ ਕਹਿ ਦਿੰਦੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਤੇ ਜੇ ਪਾਕਿਸਤਾਨ ਦੇ ਵਿੱਚ ਮੰਦਿਰ ਦੇ ਵਿੱਚ ਲੁੱਟ ਖੋਹ ਹੋਈ, ਅੱਗ ਲਾਈ ਆ,
ਤੇ ਕੱਲ ਆਪਾਂ ਖਬਰ ਸੁਣਾਈ ਸੀ ਕਿ ਸਾਡਾ ਸਿੱਖ ਤੇ ਹਿੰਦੂ ਭਾਈਚਾਰਾ ਸਕਤੇ ਦੇ ਵਿੱਚ ਹੈ। ਅਮਰੀਕਾ ਦੀ ਵੀ ਇੱਕ ਰਿਪੋਰਟ ਆਈ ਕਿ ਸਕਤੇ ਦੇ ਵਿੱਚ ਆ ਪਰੇਸ਼ਾਨ ਨੇ, ਉੱਥੇ ਘੱਟ ਗਿਣਤੀਆਂ ਨਾਲ ਪਾਕਿਸਤਾਨ ਦੇ ਵਿੱਚ ਧੱਕਾ ਹੋ ਰਿਹਾ। ਤੇ ਉਹਨਾਂ ਨੇ ਕਹਿਤਾ ਇਹੋ ਜਿਹੀ ਗੱਲ ਹੀ ਕੋਈ ਨਹੀਂ ਹੋਈ, ਕਿਉਂਕਿ ਰਾਜ ਤੇ ਉਹਨਾਂ ਦਾ। ਜੇ ਆਮਰ ਖਾਨ ਨੂੰ ਉੱਥੇ ਲੋਕੀ ਉਹਨਾਂ ਨਹੀਂ ਸੀ ਲਾਈਕ ਕਰਦੇ, ਤੇ ਅੱਜ ਤਾਂ ਆਮਰ ਖਾਨ ਨਹੀਂ ਨਾ ਹੈਗਾ। ਨਹੀਂ ਜੀ, ਅੱਜ ਤਾਂ ਦੂਜੇ ਹੀ ਬੰਦੇ ਬੈਠੇ ਆ ਨਾ। ਅੱਜ ਉਹ ਕਹਿੰਦੇ ਨਹੀਂ ਛੇ ਕੁਝ ਨਹੀਂ ਆਇਆ ਮੰਦਿਰ ਦੇ ਵਿੱਚ। ਜਿਵੇਂ ਸਾਡੇ ਭਾਰਤ ਦੇ ਵਿੱਚ ਕਿਸੇ ਮਸਜਿਦ ਦੇ ਵਿੱਚ ਕੋਈ ਗੱਲ ਹੁੰਦੀ ਹੈ, ਜਾਂ ਹਿੰਦੂ ਭਾਈਚਾਰੇ ਨਾਲ ਜਾਂ ਸਿੱਖ ਭਾਈਚਾਰੇ ਨਾਲ, ਤੇ ਉਹ ਉੱਥੋਂ ਦੀ ਉਹ ਕਹਿ ਦਿੰਦੇ ਨਹੀਂ ਕੁਝ ਨਹੀਂ ਹੋਇਆ ਜੀ, ਕੁਝ ਨਹੀਂ ਹੋਇਆ, ਚਲੋ ਬਿਆਨ ਹੀ ਦੇਣਾ। ਮੀਡੀਆ ਨੇ ਛਾਪ ਦਿੱਤਾ। ਮੀਡੀਆ ਦੀ ਜ਼ਿਆਦਾ ਭੂਮਿਕਾ ਹੈ। ਮੀਡੀਆ ਖਤਰਨਾਕ ਰੋਲ ਨਿਭਾ ਰਿਹਾ। ਜਿਹੜੀ ਆਪਾਂ ਗੱਲ ਕਰਦੇ ਸੀ ਉਹ ਜੀ ਬਾਦਲੇ ਸਜਾਦਣੀ ਦੀ ਇਹ ਕਾਲ ਲੈ ਲਈਏ ਪਹਿਲਾਂ, ਕਿਉਂਕਿ ਆਪਾਂ ਕਾਲਾਂ ਉਹਨਾਂ ਚਿਰ ਗੱਲ ਕਰਨੀ ਹੈ ਜਿੰਨਾ ਚਿਰ ਕਾਲਾਂ ਆਉਂਦੀਆਂ ਜਾਣਗੀਆਂ, ਨਹੀਂ ਤੇ ਫਿਰ ਵਾਦੀਆਂ ਸਜਾਦੀਆਂ ਤੋਂ ਬਾਅਦ ਖਤਮ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਆਓ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਬੁਲਾਇਆ ਸੀ। ਮੇਰੇ 2 ਸਵਾਲ ਨੇ ਜੀ। ਇੱਕ ਇੱਕ ਕਰਕੇ ਕਰੀਏ। ਜੀ, ਪਹਿਲਾ ਸਵਾਲ ਹੈ ਕਿ ਮੁੱਸੇ ਵਾਲੇ ਦੇ ਕੇਸ ਨੂੰ ਦੇਖੋ, ਅੱਜ ਤਕਰੀਬਨ 12 ਦਿਨ ਹੋ ਗਏ ਨੇ। ਜੀ ਜੀ ਜੀ, ਮੇਰਾ ਖਿਆਲ ਹਰ ਮੀਡੀਆ, ਹਰ ਚੈਨਲ, ਹਰ YouTube ਮੇਰਾ ਖਿਆਲ ਕੋਈ ਮਿਸ ਨਹੀਂ ਕਰਦਾ। ਮੈਕਸਿਮਮ ਸਮਾਂ ਦਿੱਤਾ ਜਾ ਰਿਹਾ। ਪਰ ਮੈਨੂੰ ਲੱਗਦਾ, ਮੇਰੀ ਆਪਣੀ ਸੋਚ ਹੈ, ਤੇ ਤੁਹਾਡੇ ਤੋਂ ਐਨਾਲਿਸਿਸ ਮੰਗਣਾ ਹੈ ਤੇ ਟਿੱਪਣੀ ਮੰਗਣੀ ਹੈ, ਕਿ ਕੇਸ ਮੈਨੂੰ ਲੱਗਦਾ ਪੋਲੀਟੀਕਲ ਝੰਜਟ ਦੇ ਵਿੱਚ ਖਤਮ ਹੋ ਰਿਹਾ। ਜੇ ਤਾਂ ਕਾਰਨ ਪੁੱਛੋਗੇ ਫਿਰ ਮੈਂ ਕਾਰਨ ਦੱਸਾਂਗਾ, ਤੁਸੀਂ ਆਪਣੀ ਸੋਚ ਨਾਲ ਦੱਸੋ। ਕਾਰਨ ਮੈਂ ਦੱਸਦਾ, ਕਿਉਂਕਿ ਦੇਖੋ ਪੰਜਾਬ ਪੁਲਿਸ ਜਿਹੜੀ ਆ ਇੰਨੀ ਐਕਟਿਵ ਕਿਉਂ ਨਹੀਂ ਹੁੰਦੀ। ਅੱਗੇ ਨੂੰ ਲਿਆਉਣਾ ਸੀ ਚੰਡੀਗੜ੍ਹ, ਉੱਥੋਂ ਦਿੱਲੀੋਂ ਚੁੱਕ ਕਰਕੇ ਲਿਆਉਣਾ ਸੀ, ਤਾਂ 60 ਕਿੰਨੇ ਬੰਦੇ ਜਾ ਵੜੇ ਸੀਗੇ। ਹੁਣ ਤੱਕ ਇਹ ਜਾ ਕੇ ਉੱਥੇ ਪੁੱਛ ਹੀ ਨਹੀਂ ਸਕੇ। ਦਿੱਲੀ ਉਹਦਾ ਰਿਮਾਂਡ ਹੀ ਨਹੀਂ ਲੈ ਸਕੇ। ਨਾ ਇਹਨਾਂ ਨੂੰ ਕਾਹਲ ਹੈ, ਨਾ ਇਹਨਾਂ ਨੂੰ ਪੁੱਛਣ ਦੀ ਲੋੜ ਹੈ। ਇੱਥੋਂ ਫੜ ਲਿਆ, ਇਹ ਆਪਣੀਆਂ ਢੋਲ ਕੇ ਵਜਾਈ ਜਾਂਦੇ ਨੇ। ਨਾ ਤਾਂ ਮੇਰਾ ਖਿਆਲ ਹੈ, ਜਿੱਥੋਂ ਤੱਕ ਮੇਰਾ ਖਿਆਲ ਹੈ, ਕਿ ਦਿੱਲੀ ਵਾਲੇ, ਸੈਂਟਰ ਵਾਲੇ ਇਸ ਚੀਜ਼ ਨੂੰ ਲੰਮਾ ਪਾਉਣਾ ਚਾਹੁੰਦੇ ਨੇ ਤੇ ਇਹਦਾ ਕ੍ਰੈਡਿਟ ਆਪ ਲੈਣਾ ਚਾਹੁੰਦੇ ਨੇ, ਤੇ ਹੌਲੀ ਹੌਲੀ ਕੇਸ ਰੁਲ ਜਾਏਗਾ। ਜੀ ਪੱਟੀ ਸਾਹਿਬ, ਪਹਿਲਾ ਤੇ ਹੋ ਗਿਆ। ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਜੀ, ਇਹ ਤੁਹਾਡੀ ਗੱਲ ਦੇ ਉੱਤੇ ਮੋਹਰ ਬਕਾਇਦਾ ਤੌਰ ਤੇ ਰਾਜਾ ਵੜਿੰਗ ਨੇ ਲਾਈ ਹੈ। ਰਾਜਾ ਵੜਿੰਗ ਨੇ ਕਿਹਾ ਵੀ ਪੁਲਿਸ ਕੀ ਕਰ ਰਹੀ ਹੈ, ਨਕਲੀ ਬੰਦੇ ਫੜ ਰਹੀ ਆ, ਅਸਲੀ ਅਜੇ ਤੱਕ ਕੋਈ ਸ਼ੂਟਰ ਨਹੀਂ ਫੜਿਆ। ਇਹ ਮਾਨ ਸਰਕਾਰ ਦੀ ਪਹਿਲੀ ਪ੍ਰਾਪਤੀ। ਤੁਹਾਡੀ ਗੱਲ ਠੀਕ ਆ, 12 ਦਿਨ ਹੋ ਗਿਆ। ਹਰ ਕਮਲ ਰਾਣੂ ਨੇ ਇਹਨਾਂ ਕਿਹਾ ਸ਼ੂਟਰ ਆ, ਉਹਦੇ ਦਾਦੇ ਨੇ ਪੁਲਿਸ ਨੂੰ ਆਪ ਦਿੱਤਾ ਵੀ ਆਹ ਲੋਕ ਲੈ ਜਾਓ ਬੰਦਾ, ਇਹ ਸ਼ੂਟਰ ਤਾਂ ਜੋ ਮਰਜ਼ੀ ਕਰ। ਉਹਨੇ ਆਪਣੇ ਪੋਤੇ ਨੂੰ ਪੁੱਛਿਆ, ਕਹਿੰਦਾ ਮੈਂ ਸ਼ੂਟਰ ਜ਼ਰੂਰ ਆ, ਲੇਕਿਨ ਮੇਰਾ ਇਸ ਕਾਂਡ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦਾਦੇ ਗੁਰਚਰਨ ਸਿੰਘ ਨੇ ਆਪ ਪੁਲਿਸ ਨੂੰ ਬੁਲਾ ਕੇ ਬੰਦਾ ਐਵਲੋ ਕੀਤਾ, ਤੇ ਪੁਲਿਸ ਮੰਨਣ ਲਈ ਤਿਆਰ ਨਹੀਂ ਸਾਡੇ ਕੋਲ ਬੰਦਾ ਹੈਗਾ ਜੀ। ਜਦੋਂ ਜਿਹੜੇ ਸਾਡਾ ਇਹ ਬਿਸ਼ਨੋਈ ਆ, ਲਾਰੈਂਸ ਬਿਸ਼ਨੋਈ ਆ, ਇਹਨੂੰ ਪੰਜਾਬ ਪੁਲਿਸ ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਠੀਕ ਆ। ਕੇਂਦਰ ਸਰਕਾਰ ਇਹਨਾਂ ਨੂੰ ਪੰਜਾਬ ਦੇ ਹਵਾਲੇ ਕਰਨ ਲਈ ਤਿਆਰ ਨਹੀਂ। ਪਹਿਲੇ ਦਿਨ ਗੱਲ ਜਦੋਂ ਸ਼ੁਰੂ ਹੋਈ ਸੀ, ਇਸੇ ਮੰਚ ਤੋਂ ਅਸੀਂ ਇੰਨੀ ਗੱਲ ਕਹੀ ਸੀ ਕਿ ਥੋੜਾ ਜਿਹਾ ਤੁਸੀਂ ਉਹਦੀ ਬਾਈਟ ਸੁਣ ਲਓ ਸੁਖਜਿੰਦਰ ਰੰਧਾਵੇ ਦੀ, ਵੀ ਇਹ ਜਿਹੜੇ ਗੈਂਗਸ ਨੇ ਇਹਨਾਂ ਨੂੰ ਜਿਹੜੀ ਆ ਪੁਸਤਕ ਨਹੀਂ ਕਿਹਦੀ ਹੱਥ ਲੱਗੀ। ਉਹਨਾਂ ਨੇ ਸ਼ਾਹਰੁਖ ਦੇ ਬਿਆਨ ਤੇ ਕਤਲ ਕੇਸ ਵਿੱਚ ਉਹਨੂੰ ਲੈ ਜਾ, ਦਿੱਲੀ ਪੁਲਿਸ ਤੇ ਲੈ ਜਾ ਉਹਨੂੰ ਪ੍ਰੋਡਕਸ਼ਨ ਵੰਡ ਤੇ। ਅੱਜ ਮੇਰੇ ਖਿਆਲ ਕੋਲ 7 ਕਿ 8 ਦਿਨ ਉਹਨਾਂ ਕੋਲ ਹੋ ਗਏ ਨੇ ਉਹਨੂੰ ਉਧਰ ਦੇ ਲੈ ਗਏ, ਕਿਉਂਕਿ ਉਹਨੇ ਕਿਹਾ ਪੁਲਿਸ ਨੂੰ ਆ ਕੇ ਪੁੱਛ ਕੇ ਕਰ ਲਓ। ਤੁਸੀਂ ਕਹਿੰਦੇ ਸੀ ਟੀਮ ਗਈ ਸਾਨੂੰ ਇਹ ਗੱਲ ਦੀ ਸਾਨੂੰ ਜਾਣਕਾਰੀ ਨਹੀਂ ਹੈਗੀ। ਔਰ ਉਹਨਾਂ ਦਿੱਲੀ ਪੁਲਿਸ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਤੋਂ ਪੁੱਛ ਪੜਤਾਲ ਦੇ ਦੌਰਾਨ 6 ਸ਼ੂਟਰਾਂ ਦੀ ਪਛਾਣ ਕਰ ਲਈ, ਜਲਦੀ ਅਸੀਂ ਇਹਨੂੰ ਫੜ ਲਵਾਂਗੇ। ਇਹਦਾ ਮਤਲਬ ਇਹ ਸਭ ਘਾਲਾ ਮਾਲਾ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਦਿੱਲੀ ਸਰਕਾਰ ਦੀ, ਕਿਤੇ ਗੱਲਬਾਤ ਹੈਗੀ ਹੈ। ਦੂਜੀ ਅਗਲੀ ਗੱਲ, ਮਹਾਰਾਸ਼ਟਰ ਦੇ ਵਿੱਚ ਜਿਹੜਾ ਸੌਰਵ ਮਹਾਕਾਲ ਫੜਿਆ ਗਿਆ, ਉਹਨੂੰ ਵੀ ਮਕੋਕਾ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਕਿਸੇ ਹੋਰ ਕੇਸ।
ਉਹਨਾਂ ਨੇ ਬਕਾਇਦਾ ਤੌਰ ਤੇ ਪੁਲਿਸ ਨੇ ਪ੍ਰੈਸ ਖੋਲ ਕੇ ਕਹੀ ਤੇ ਪੁਲਿਸ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਕੀ ਤੁਹਾਨੂੰ ਮਹਾਕਾਲ ਤੋਂ ਪੁੱਛ-ਪੜਤਾਲ ਕਰਨ ਵਾਸਤੇ ਪੰਜਾਬ ਪੁਲਿਸ ਨੇ ਰਾਬਤਾ ਕਾਇਮ ਕੀਤਾ? ਉੱਥੋਂ ਦਾ ਐਸਐਸਪੀ ਕਹਿੰਦਾ ਬਿਲਕੁਲ, ਸਾਡੇ ਤੱਕ ਕਿਸੇ ਨੇ ਪਹੁੰਚ ਕੀਤੀ, ਲੇਕਿਨ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪੰਜਾਬ ਪੁਲਿਸ ਢਿੱਲੀ ਕਿਉਂ ਆ? ਢਿੱਲੇ ਕੰਮ ਕਰ ਰਹੀ ਹੈ, ਲਮਕਾ ਰਹੀ ਹੈ। ਇਸ ਕਰਕੇ ਲੱਗਦਾ ਨਹੀਂ ਕਿ ਮੂਸੇਵਾਲੇ ਕਾਂਡ ਦਾ ਹਾਲ ਦੀ ਕਿਹੜੀ ਕੁਛ ਬਣੇ। ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਦੇ ਗੱਲ ਦੇ ਵਿੱਚ ਇਹ ਹੱਤਿਆ ਪੜੀ। ਅੱਛਾ ਤੇ ਹੈ ਜੋ ਹੈਗਾ ਠੀਕ ਆ, ਪੈਰੀ ਦੇ ਦਿੱਤਾ ਜੀ ਜੀ ਹਾਂ ਜੀ। ਅਗਲਾ ਕੁਐਸਚਨ ਜੀ। ਅਗਲਾ ਸਵਾਲ ਹੈ ਜੀ ਮੇਰਾ, ਦੇਖੋ ਸਾਧੂ ਸਿੰਘ ਧਰਮਸੋਤ ਦੀ ਗੱਲ ਹੁੰਦੀ ਹੈ ਭਾਈ, ਜੀ 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 ਤੁਸੀਂ ਪੱਤਰਕਾਰ ਹੋ ਤੇ ਮਤਲਬ ਉੱਥੇ ਵਿਚਰਦੇ ਹੋ, ਤੁਹਾਨੂੰ ਹੁਣ ਤੱਕ ਪਤਾ ਸੀ ਵੀ ਐਡਾ ਵੱਡਾ ਜਿਹੜਾ ਇਹ ਕਰਪਸ਼ਨ ਕਰ ਰਹੇ ਨੇ, ਉਹਦਾ ਕਾਰਨ ਦੱਸਦਾ ਵੀ ਐਡੀ ਵੱਡੇ ਲੈਵਲ ਤੇ ਕਰਦਾ ਤੇ ਆਮ ਪਬਲਿਕ 'ਚ ਕਰ ਰਿਹਾ ਹੈ। ਮਲੇਰਕੋਟਲਾ ਦਾ ਕੱਲ ਬਣਿਆ ਡਿਸਟ੍ਰਿਕਟ, ਅਜੇ ਪਹਿਲਾਂ 22 ਡਿਸਟ੍ਰਿਕਟ ਸੀ। ਡਿਸਟ੍ਰਿਕਟ ਫਾਰੈਸਟ ਆਫਿਸਰ 22 ਤੇ ਹੈਗੇ ਸੀ, ਗਾਰਡ ਅੱਗੇ ਜ਼ਿਆਦਾ ਨੇ। ਇਹਨਾਂ ਦੇ ਜ਼ੋਨ ਦੇ ਵਿੱਚ ਵੰਡਿਆ ਸੀ, ਘੱਟੋ ਘੱਟ 5-6 ਜ਼ੋਨਾਂ 'ਚ ਵੰਡਿਆ ਹੋਣਾ। ਉਹਨਾਂ ਦਾ ਵੀ ਹੋਣਾ ਡਾਇਰੈਕਟਰ ਹੋਣੇ ਨੇ। ਇੰਨੇ ਬੰਦੇ ਇਨਵੋਲਵ ਸੀ ਇਹਦੇ ਵਿੱਚ ਓਪਨਲੀ, ਤੇ ਕਿਸੇ ਨੂੰ ਨਹੀਂ ਸੀ ਪਤਾ। ਇਹ ਕਰਪਸ਼ਨ ਹੁੰਦੀ ਰਹੀ ਤੇ ਕਰਦੇ ਰਹੇ। ਇਹਦਾ ਮਤਲਬ ਤੁਹਾਡੇ ਭਾਵੇਂ ਸਰਕਾਰੀ ਦਰਬਾਰੇ ਜਾਂ ਕਿਸੇ ਚੀਜ਼ ਨੂੰ ਪੋਲੀਟੀਸ਼ੀਅਨ ਨੂੰ ਨਹੀਂ ਪਤਾ। ਇਹਦਾ ਮਤਲਬ ਕਿ ਸਾਰੀ ਦੀ ਸਾਰੀ ਸਰਕਾਰ, ਭਾਵੇਂ ਜਿੰਨਾ ਮਰਜ਼ੀ ਅਗਲਾ ਕਹਿੰਦਾ ਹੋਵੇ, ਸਰਕਾਰ ਜਿਹੜੀ ਵੀ ਬਣੀ ਹੈ, ਪਹਿਲੀ ਸਰਕਾਰ ਵੀ ਬਣੀ ਹੈ, ਦੂਜੀ ਵੀ ਸਰਕਾਰ ਬਣੀ ਹੈ, ਜਿਹੜੇ ਪਿਛਲੇ 20 ਸਾਲਾਂ ਦੀ ਗੱਲ ਕਰਦਾ ਮੈਂ ਜੀ ਜੀ, ਇਹਨਾਂ ਦੇ ਵਿੱਚ ਕੋਈ ਵੀ ਬੰਦਾ ਇਮਾਨਦਾਰ ਨਹੀਂ ਮੈਨੂੰ ਦੱਸਦਾ। ਤੇ ਜੇ ਇੰਨੀ ਓਪਨਲੀ ਕਰਪਸ਼ਨ ਹੋ ਰਹੀ ਆ ਜੋ ਕਰ ਰਹੇ ਨੇ, ਤੇ ਹੁਣ ਵੀ ਮੈਨੂੰ ਲੱਗਦਾ ਆ ਜੇ ਕਰ ਜਾਣਗੇ ਤਾਂ ਕਰ ਜਾਣਗੇ, ਇਹਨਾਂ ਨੂੰ ਲੋਕਾਂ ਨੇ ਨਹੀਂ ਕਰਨ ਦੇਣਾ ਜੀ। ਜਿਹੜੀ ਆਪੋਜੀਸ਼ਨ ਦੇ ਅੱਜ ਕਿਸਾਨਾਂ ਨੇ ਕਰ ਦਿੱਤਾ ਜੀ, ਆਹ ਕਰ ਦਿੱਤਾ ਫਲਾਣਾ, ਠੀਕ ਹੈ, ਇਹਨਾਂ ਦੀ ਆਪਣੀਆਂ ਪ੍ਰੋਬਲਮਸ ਨੇ, ਮੈਂ ਇਹ ਨਹੀਂ ਕਹਿੰਦਾ ਨਹੀਂ, ਪ੍ਰੋਬਲਮ ਤਾਂ ਹੈ ਨੇ ਲੋਕਾਂ ਦੀਆਂ। ਲੋਕਾਂ ਨੇ ਆਸ ਨਾਲ ਐਡਾ ਵੱਡਾ ਡਿਸੀਜ਼ਨ ਲਿਆ ਹੈ, ਬੜਾ ਸੋਚ ਸਮਝ ਕੇ ਡਿਸੀਜ਼ਨ ਲਿਆ ਹੈ, ਪਰ ਅੱਗੋਂ ਮਜਬੂਰੀਆਂ ਨੇ, ਕਿਉਂਕਿ ਘਰ ਇੰਨਾ ਗੰਦਾ ਹੋ ਚੁੱਕਾ ਹੈ ਕਿ ਜਿਹੜੇ ਤੁਸੀਂ ਕਾਰਨਰ 'ਚ ਮਾੜੇ ਹੱਥ ਲਾਉਂਦੇ ਹੋ, ਤੁਹਾਡੇ ਹੱਥ ਨੂੰ ਮਿੱਟੀ ਲੱਗ ਜਾਂਦੀ ਹੈ। ਉਸ ਘਰ ਨੂੰ ਸਾਫ਼ ਕਰਨ ਵਾਸਤੇ ਬਹੁਤ ਟਾਈਮ ਲੱਗਦਾ ਹੈ ਜਦੋਂ ਕਿ ਇੱਕ ਪੰਜਾਬ ਦੇ ਸਟੇਟ ਨੂੰ ਸੰਭਾਲਣਾ ਹੈ। ਸੋ ਇਸ ਕਰਕੇ ਮੈਂ ਕਹਿੰਦਾ ਵੀ ਸਰਕਾਰ ਕੋਸ਼ਿਸ਼ ਕਰਦੀ ਹੈ ਹਰ ਬੰਦੇ ਨੂੰ ਕਰਨੀ, ਪਰ ਏਡੀ ਜਲਦੀ ਹੈ ਕਰਪਸ਼ਨ ਨੂੰ ਕੰਟਰੋਲ ਕਰਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ। ਵਿਰਕ ਸਾਹਿਬ, ਸੌਰੀ ਟੂ ਸੇ, ਇੱਕ ਪਹੁੰਚ ਜਾਣਾ ਮੈਸੇਜ ਭਗਵੰਤ ਮਾਨ ਮੁੱਖ ਮੰਤਰੀ ਤੱਕ, ਕਿਉਂਕਿ ਪਹੁੰਚ ਹੀ ਜਾਂਦੇ ਹੁੰਦੇ ਇਹੋ ਜਿਹੇ ਮਸਲੇ, ਕਿਉਂਕਿ ਸਾਨੂੰ ਬੜੇ ਨਜ਼ਦੀਕੀ ਤੋਂ ਆਵਾਜ਼ ਕੀਤਾ ਜਾਂਦਾ। ਜਿਸ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਇੰਨੀਆਂ ਵੱਡੀਆਂ ਘਟਨਾਵਾਂ ਵਾਪਰ ਗਈਆਂ, ਹੁਣ ਆ ਕੁਝ ਹੋ ਗਿਆ ਹੋਵੇ, ਮੂਸੇਵਾਲੇ ਦੇ ਪਿੰਡ ਜਾਣਾ ਤੇ ਦਿੱਲੀ ਦਾ ਗੇੜਾ ਲੱਗਦਾ। ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ, ਕੱਲ ਕਾਂਗਰਸੀ, ਮੈਂ ਕਾਂਗਰਸੀਆਂ ਦਾ ਕੋਈ ਉਹ ਨਹੀਂ ਪੱਖ ਪੂਰਿਆ, ਮੈਂ ਇੱਕ ਪੁਆਇੰਟ ਚੁੱਕ ਰਿਹਾ, ਤੁਸੀਂ ਸਮਝਦਾਰ ਹੋ ਪੱਟੀ ਸਾਹਿਬ ਜੀ ਜੀ ਜੀ। ਉਹ ਕਹਿੰਦੇ ਅਸੀਂ ਟਾਈਮ ਲਿਆ, ਸਾਡੀ ਸਿਕਿਉਰਿਟੀ ਚੈੱਕ ਹੋਈ, ਸਿਕਿਉਰਿਟੀ ਚੈੱਕ ਹੋਣ ਤੋਂ ਬਾਅਦ ਸਾਡੇ ਫੋਨ ਜਮ੍ਹਾਂ ਕਰਵਾ ਲਏ ਗਏ, ਫੋਨ ਜਮ੍ਹਾਂ ਕਰਵਾਉਣ ਤੋਂ ਬਾਅਦ ਸਾਨੂੰ ਮਤਲਬ ਬਿਠਾ ਕੇ ਅੱਧਾ ਘੰਟਾ ਜਲੀਲ ਕਰਕੇ ਤੋੜ ਦਿੱਤਾ। ਹਾਂਜੀ ਜੀ ਜੀ, ਮੈਂ ਨਹੀਂ ਮਿਲਣਾ। ਇਹਦਾ ਮਤਲਬ ਕੀ ਟਾਈਮ ਲਿਆ ਸੀ? ਇਹਦਾ ਮਤਲਬ ਟਾਈਮ ਲਿਆ ਸੀ, ਜਾਂ ਬਿਲਕੁਲ ਮਤਲਬ ਐਮਐਲਏ ਹੋਣ ਦੇ ਨਾਤੇ ਉਹ ਅੰਦਰ ਗਏ ਸੀ। ਜੇ ਐਮਐਲਏ ਹਰ ਐਮਐਲਏ ਦਾ ਫੋਨ ਜਮ੍ਹਾਂ ਹੁੰਦਾ, ਇਹ ਦੈਟਸ ਅ ਡਿਫਰੈਂਟ ਸਟੋਰੀ। ਕਿਉਂਕਿ ਜੇ ਉਹ ਕਹਿੰਦੇ ਨੇ ਕਿ ਸਾਡੇ ਫੋਨ ਚੈੱਕ ਜਮ੍ਹਾਂ ਕਰਾ ਲਏ ਗਏ, ਸਾਡੀ ਸਿਕਿਉਰਿਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਸਾਡੀ ਸੂਰੀ ਜਿਹੜੀ ਵੀ ਹੋਗੀ ਪ੍ਰੋਟੋਕਾਲ ਵੇਖਿਆ ਗਿਆ, ਮੁੱਖ ਮੰਤਰੀ ਨੇ ਮਨ ਤੋਂ ਨਾ ਕਰਤਾ, ਮਤਲਬ ਇੱਕ ਬਹੁਤ ਵੱਡਾ ਬਿਆਨ। ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਨੇ ਸਮਾਂ ਹੀ ਨਹੀਂ ਲਿਆ, ਇਹਨਾਂ ਦੇ ਖੂਨ ਦੇ ਵਿੱਚ ਭ੍ਰਿਸ਼ਟਾਚਾਰ ਹੀ ਆ, ਇਹ ਸਾਨੂੰ ਮਤਲਬ ਜਿਹੜਾ ਹੈ ਉਹ ਬਦਨਾਮ ਕਰ ਰਹੇ ਨੇ, ਬਿਨਾ ਸਮਾਂ ਲਿਆ ਮਿਲਣਾ ਗਏ। ਠੀਕ ਆ, ਹੁਣ ਮੁੱਖ ਮੰਤਰੀ ਭਗਵੰਤ ਮਾਨ ਸਰਦਾਰ ਮਤਲਬ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਪਤਾ ਹੀ ਨਹੀਂ ਹੈ ਵੀ ਇਹਨਾਂ ਨੇ ਸਮਾਂ ਨਹੀਂ ਲਿਆ, ਜਾਂ ਉਹ ਕਹਿ ਰਹੇ ਕਹਾਣੀ ਕਿੱਥੋਂ ਤੱਕ ਬਦਲ ਗਈ। ਹੁਣ ਇਹੋ ਜਿਹਾ ਮੁੱਖ ਮੰਤਰੀ ਜਦੋਂ ਕਿਸੇ ਦੇ ਫੋਨ ਦੇ ਉੱਤੇ ਚੱਲਦਾ ਹੋਵੇ, ਮਾਫ ਕਰਨਾ, ਇਹੀ ਨਿਕਲੂਗਾ ਨਾ ਵੀ ਜਦੋਂ ਸਮਾਂ ਦਿੱਤਾ ਤੇ ਮਿਲੇ ਨਹੀਂ, ਜਾਂ ਤੁਹਾਨੂੰ ਬਿਜੀ ਹੋ ਗਏ, ਜਾਂ ਜਾਣਾ ਤੁਸੀਂ, ਜਾਂ ਤੁਹਾਨੂੰ ਕੋਈ ਫੋਨ ਆ ਗਿਆ ਵੀ ਨਹੀਂ ਮਿਲਣਾ।
ਦਿੱਲੀ ਜਾਂਦੇ ਹੋ, ਫਿਰ ਤੁਸੀਂ ਮੂਸੇਵਾਲ ਦੇ ਪਿੰਡ ਉਹਦੇ ਮਾਂ-ਬਾਪ ਨੂੰ ਮਿਲਣ ਜਾਂਦੇ ਹੋ। ਲੋਕ ਤਾਂ ਫਿਰ ਲਿੰਕ ਹੀ ਜੋੜਨਗੇ ਨਾ। ਐਵੇਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮੇਰੇ ਰਾਜ ਦੇ ਵਿੱਚ ਕਿਸੇ ਧੀ ਦੀ ਚੁੰਨੀ ਨਹੀਂ ਉੱਡੂਗੀ, ਕੋਈ ਪੱਗ ਨਹੀਂ ਲੱਥੂਗੀ, ਕੋਈ ਮੁਜ਼ਾਹਰੇ ਨਹੀਂ ਹੋਣਗੇ, ਕੋਈ ਲਾਠੀ ਚਾਰਜ ਨਹੀਂ ਹੋਊਗਾ, ਪਾਣੀ ਦੀਆਂ ਵਿਛਾੜਾਂ ਨਹੀਂ ਹੋਣਗੀਆਂ। ਮਾਤਰ ਭਾਸ਼ਾ ਜਿਸ ਮਾਂ ਬੋਲੀ ਨੇ ਤੁਹਾਨੂੰ ਇੰਨੇ ਕਾਬਲ ਬਣਾਇਆ, ਤੁਸੀਂ ਪੰਜਾਬੀ ਬੋਲਦੇ ਸੀ, ਪੰਜਾਬੀ ਕਮੇਡੀਅਨ ਸੀ, ਪੰਜਾਬੀ ਕਮੇਡੀਅਨ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ। ਦਿਲਾਂ ਦੇ ਵਿੱਚ ਵਸਣ ਤੋਂ ਬਾਅਦ ਤੁਹਾਨੂੰ ਹਰਿਆਣਾ ਚਲ ਜਾਓ, ਹਰਿਆਣੇ ਦਾ ਮੁੱਖ ਮੰਤਰੀ ਨਹੀਂ ਬਣਾ, ਹਰਿਆਣੇ ਦੇ ਤੁਸੀਂ ਮਤਲਬ ਕੌਂਸਲਰ ਨਹੀਂ ਬਣ ਸਕਦੇ ਮਾਨ ਸਾਹਿਬ, ਕਿਉਂ ਪਾਟੀ ਸਾਹਿਬ? ਜੀ 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 ਜੀ। ਹਰਿਆਣੇ ਜਾ ਕੇ ਚੋਣਾਂ ਲੜੋਗੇ, ਤੁਸੀਂ ਐਮਐਲਏ ਨਹੀਂ ਬਣ ਸਕਦੇ, ਕੌਂਸਲਰ ਦੂਰ ਦੀ, ਚਲੋ ਮਤਲਬ ਕੌਂਸਲਰ ਮਤਲਬ ਲਾਗੇ ਦੀ ਗੱਲ ਹੈ। ਤੁਸੀਂ ਉੱਥੇ ਕਿਸੇ ਪਿੰਡ ਦੇ ਸਰਪੰਚ ਨਹੀਂ ਬਣ ਦੇਣਾ ਤੁਹਾਨੂੰ ਉਹਨਾਂ ਨੇ। ਤੁਹਾਡੀ ਮਾਤਰ ਭਾਸ਼ਾ ਪੰਜਾਬੀ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਰਾਜ ਕੀਤਾ। ਤੁਹਾਡੇ ਸਾਹਮਣੇ ਹੀ ਪੰਜਾਬੀ ਯੂਨੀਵਰਸਿਟੀ, ਇਹ ਲਾਈਵ ਹੋ ਕੇ ਮੈਂ YouTube ਤੇ ਵੀ ਬੋਲ ਸਕਦਾ, ਬਹੁਤ ਕੁਝ ਹੈ ਸਾਡੇ ਕੋਲ, ਅਸੀਂ ਵੀ ਲਾਈਵ ਹੋ ਕੇ ਆਪਣੀ ਇਹੋ ਜੀ TRP ਮਤਲਬ ਜਿੰਨੀ ਮਰਜ਼ੀ ਲੈ ਸਕਦੇ। ਆ ਵਿਦਿਆਰਥੀਆਂ ਨੂੰ ਮਿਲਣ ਤੋਂ ਇਨਕਾਰ ਕੀਤਾ। ਤੁਹਾਡੇ ਸਾਹਮਣੇ ਕੱਲ ਪੰਜਾਬੀ ਯੂਨੀਵਰਸਿਟੀ ਦਾ ਜੋ ਬੁਰਾ ਹਾਲ ਹੋਇਆ ਸਟੂਡੈਂਟਸ ਦਾ, ਤੁਹਾਡੇ ਸਾਹਮਣੇ ਤੁਹਾਡੀ ਸਰਕਾਰ ਨੇ ਕਿਸੇ ਹੋਰ ਨੇ ਤਾਂ ਨਹੀਂ ਕੀਤਾ ਉੱਥੇ। ਤੁਸੀਂ ਅੱਜ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉੱਤੋਂ ਹੁਕਮ ਆਊਗਾ ਫੇਰ ਮਿਲੋਗੇ ਤੁਸੀਂ। ਵਿਰਕ ਸਾਹਿਬ ਮਤਲਬ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਮੈਂ ਤੁਹਾਡੇ ਨਾਲ ਵੇਖੋ ਸਹਿਮਤ ਹਾਂ ਵੀ ਇਹ ਕਿਵੇਂ ਕਿਸ ਤਰੀਕੇ ਨਾਲ ਇਹਨਾਂ ਨੂੰ ਸਖਤ ਹੋਣਾ ਪਊਗਾ। ਇਹਨਾਂ ਨੂੰ ਫੈਸਲੇ ਖੁਦ ਆਪ ਨੇ ਲੈਣੇ ਪੈਣਗੇ। ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਇਹਨਾਂ ਨੂੰ ਆਪਣੇ ਫੈਸਲੇ ਆਪ ਲੈਣੇ ਪੈਣਗੇ ਪੰਜਾਬ ਪ੍ਰਤੀ ਆਜ਼ਾਦਾਨਾ ਤੌਰ ਤੇ। ਉਹਦਾ ਕਾਰਨ ਹੈ ਜੀ, ਇੱਕ ਦੋ ਤੁਹਾਨੂੰ ਦੱਸਦਾ ਮੈਂ। ਦੇਖੋ ਫਸਟ ਟਾਈਮ ਆਏ ਨੇ, ਸਾਰੇ ਮੁੰਡੇ ਨਵੇਂ ਨੇ। ਥੋੜਾ ਜਿਹਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਾਂ ਕੋਈ ਕੰਮ ਕਰਦੇ ਆ ਨਾ, ਇਨੀਸ਼ੀਅਲ ਸਟੇਜ ਤੇ ਕੋਈ ਵੀ ਆਪਣਾ ਪ੍ਰੋਫੈਸ਼ਨ ਦੇ ਵਿੱਚ ਪੂਰੀ ਟ੍ਰੇਨਿੰਗ ਲੈ ਕੇ ਆਏ ਹੁੰਦੇ ਆ, ਫਿਰ ਵੀ ਆਪਾਂ ਪੂਰੇ ਐਕਸਪਰਟ ਨਹੀਂ ਹੋ ਸਕਦੇ। ਆਪਾਂ ਕੋਸ਼ਿਸ਼ ਕਰਦੇ ਆ ਪਹਿਲੇ ਟਾਈਮ ਦੇ ਵਿੱਚ ਕਿ ਜੇ ਜਲਦੀ ਤੋਂ ਜਲਦੀ ਆਪਣੀ ਪ੍ਰੋਗਰੈਸ ਦਿਖਾਈ ਜਾਵੇ, ਅਸੀਂ ਆਪਣੀ ਕਾਬਲੀਅਤ ਨੂੰ ਵੱਧ ਤੋਂ ਵੱਧ ਜਿਹੜਾ ਮਤਲਬ ਅੱਗੇ ਪਹੁੰਚਾ ਸਕੀਏ ਲੋਕਾਂ ਤੱਕ, ਜਿਸ ਤੱਕ ਜਿਹੜੀ ਸਾਡੀ ਸਰਵਿਸ ਹੈ। ਪਰ ਉਹਦੇ ਵਿੱਚ ਥੋੜੀ ਬਹੁਤੀ ਕਮੀ ਜ਼ਰੂਰ ਰਹਿ ਜਾਂਦੀ ਹੈ। ਕਮੀ ਨੂੰ ਮੰਨ ਲੈਣਾ ਗ੍ਰੇਟਨੈਸ ਹੈ, ਪਰ ਇੱਕ ਪੋਲੀਟੀਸ਼ੀਅਨਾਂ ਦੇ ਵਿੱਚ ਇੱਕ ਪੰਗਾ ਹੈ ਵੀ ਦੂਜੇ ਰੌਲਾ ਪਹਿਲਾਂ ਪਾ ਦਿੰਦੇ ਨੇ। ਉਹਨਾਂ ਨੂੰ ਗਲਤੀ ਜਿਹੜੀ ਹੁੰਦੀ ਉਹ ਮੰਨਣਾ ਹੁੰਦਾ ਤੇ ਤਾਂ ਹੀ ਮੰਨਣ ਲੱਗਿਆ ਝੂਠ ਬੋਲ ਜਾਂਦੇ ਨੇ, ਜਿਵੇਂ ਅੱਜ ਸਵੇਰੇ ਬੋਲ ਗਏ ਨੇ ਉਹ। ਹਾਂ ਚਲੋ ਐਨੀਵੇ ਵਿਰਕ ਸਾਹਿਬ ਇੱਕ ਗੱਲ ਨੋਟ ਰੱਖਿਓ, ਆਪਾਂ ਰਹੀਏ ਚਾਹੇ ਨਾ ਰਹੀਏ, ਕਿਉਂਕਿ ਪਲ ਦਾ ਵਸਾ ਕੋਈ ਨਹੀਂ ਹੈ ਨਾ, ਜ਼ਿੰਦਗੀ ਦਾ ਕੋਈ ਪਤਾ ਨਹੀਂ ਸਵੇਰੇ ਉੱਠਣਾ ਜਾਂ ਨਹੀਂ ਉੱਠਣਾ। ਇਸ ਕਰਕੇ ਮੈਂ ਸਵੇਰੇ ਵੀ ਤੇ ਸ਼ਾਮ ਵੀ ਕਹਿੰਦਾ ਸ਼ੁਕਰੀਆ ਅਦਾ ਕਰਦੇ ਉਹਦਾ, ਹਮ ਆਦਮੀ ਹਾਂ ਇੱਕਦਮ ਹੀ। ਭਗਵੰਤ ਮਾਨ ਸਾਹਿਬ ਇੱਕ ਗੱਲ ਯਾਦ ਰੱਖਿਓ, ਕੱਲ ਨੂੰ ਕਿਤੇ ਪਾਰਟੀ ਬਦਲਣ ਤੋਂ ਬਾਅਦ, ਰੱਬ ਨਾ ਕਰੇ ਤੁਸੀਂ ਪਾਰਟੀ ਨਾ ਹੀ ਬਦਲੋ, ਚੰਗੀ ਗੱਲ ਹੈ, ਇੱਥੇ ਰਹੋ, ਟਿਕੇ ਰਹੋ। ਜੇ ਤੁਸੀਂ ਪਾਰਟੀ ਬਦਲੀ ਆ, ਪਹਿਲਾਂ ਕੋਈ ਨਹੀਂ ਬਦਲੀ, ਬਦਲਣ ਤੋਂ ਬਾਅਦ ਮੁੜ ਕੇ ਇਹੀ ਐਲੀਗੇਸ਼ਨ ਕਿਤੇ ਲਾ ਦਿੱਤੇ ਨਾ ਵੀ ਸਾਨੂੰ ਕੰਮ ਕਰਨ ਨਹੀਂ ਦਿੱਤਾ ਗਿਆ, ਸਾਡੀ ਚੱਲਦੀ ਨਹੀਂ ਸੀ, ਸਾਨੂੰ ਪ੍ਰੈਸ਼ਰਾਈਜ਼ ਕੀਤਾ ਸੀ, ਸਾਨੂੰ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਗਿਆ ਸਾਡੇ ਵੱਲੋਂ, ਤੇ ਫਿਰ ਲੋਕਾਂ ਨੇ ਮਾਫ ਨਹੀਂ ਕਰਨਾ। ਕਿਉਂਕਿ ਹੁੰਦਾ ਹੀ ਹੈ ਨਾ, ਆਮ ਤੌਰ ਤੇ ਬੱਚੇ ਵੱਡੇ ਵੱਡੇ ਅਹੁਦਿਆਂ ਤੇ ਰਹਿ ਕੇ ਮੁੜ ਕੇ ਆਜ਼ਾਦਾਨਾ ਤੌਰ ਤੇ ਜਦੋਂ ਲਿਖਦੇ ਨੇ, ਜਿਹਦੀ ਐਗਜ਼ਾਮਪਲ ਮਲਾਈ ਕ੍ਰਿਸ਼ਨ ਧਰ ਖੁੱਲੇ ਭੇਤ ਹਨਾ, ਸਾਰਾ ਕੁਝ ਚਿੱਟਾ ਸੱਚ ਲਿਖ ਦਿੱਤਾ, ਮੁੜ ਕੇ ਕੌੜੀ ਫਸਲ ਲਿਖਣਾ ਪਿਆ, ਉਹਨੂੰ ਲਿਖਵਾਤਾ ਅਗਲਿਆਂ ਨੇ। ਇੱਕ ਤੁਹਾਨੂੰ ਦੱਸਾਂ ਜੇ ਨਾ ਪਾਰਟੀ ਬਾਰੇ, ਪਾਰਟੀ ਦਾ ਸੰਵਿਧਾਨ ਹੁੰਦਾ ਇੱਕ ਜੀ, ਇਹਨਾਂ ਨੇ ਕਿਸੇ ਵੀ ਬੰਦੇ ਨੇ ਪਾਰਟੀ ਦਾ ਸੰਵਿਧਾਨ ਪੜ੍ਹ ਕੇ ਤੇ ਉਹ ਤੇ ਅਮਲ ਹੀ ਨਹੀਂ ਕੀਤਾ ਹੁਣ ਤੱਕ। ਜੀ ਜੀ ਜੀ। ਉਹ ਤਾਂ ਮੇਖਾ ਜੇ ਉਹ ਤਾਂ ਲਿਖਣ ਵਾਲੇ ਨੂੰ ਵੀ ਨਹੀਂ ਗਿਆਨ ਹੋਣਾ। ਉਹ ਠੀਕ ਹੈ, ਸੰਵਿਧਾਨ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ, ਤੇ ਲਿਖਿਆ ਲਿਖਤੀ ਹੁੰਦਾ ਸਾਰਾ, ਕੋਈ ਯਾਦ ਨਹੀਂ ਕਰਦਾ, ਕੁਛ ਨਹੀਂ ਕਰਦਾ ਸੰਵਿਧਾਨ ਤੇ ਉਹਨਾਂ ਨੂੰ। ਇਸ ਕਰਕੇ ਪਾਰਟੀ ਬਦਲਣ, ਜਿਹੜਾ ਸਾਡਾ ਪਾਰਟੀ ਬਦਲਾਓ ਸਿਸਟਮ ਹੋਇਆ ਨਾ, ਦੈਟ ਇਜ਼ ਵੈਰੀ ਬੈਡ। ਦੇਖੋ ਇੰਗਲੈਂਡ ਦਾ ਕੰਸਟੀਟਿਊਸ਼ਨ ਅਨਰਿਟਨ ਹੈ, ਉੱਥੇ ਬਦਲੀ ਥੋੜੀ ਨਹੀਂ ਹੋ ਜਾਂਦੀ। ਸਾਡਾ ਜਿਹੜਾ ਸੰਵਿਧਾਨ ਹੈ ਇਹ ਸਾਰੇ ਵਰਡ ਦੇ ਵਿੱਚੋਂ ਵੱਧ ਤੋਂ ਵੱਧ ਲਿਖਿਆ ਹੋਇਆ ਨੇ, ਕੋਈ ਚੀਜ਼ ਮੱਦ ਨਹੀਂ ਛੱਡੀ। ਚਲੋ ਬਹੁਤ ਧੰਨਵਾਦ। ਬਦਲਾਈ ਹੁੰਦੀ ਜਾਂਦੀ ਹੈ, ਕੁਛ ਹੁੰਦਾ ਉਹਨਾਂ ਦੀ ਕਨਵੈਨਸ਼ਨ ਦੇ ਵਿੱਚ ਚੇਂਜ ਨਹੀਂ ਹੁੰਦੀ, ਜਸਟ ਸਹੀ ਦਾ ਕਰੈਕਟਰ ਆਫ ਦਾ ਨੇਸ਼ਨ। ਜੀ ਮਿਹਰਬਾਨੀ। ਇੱਥੇ ਵੀ ਸਾਡੇ ਇੱਕ ਮਿਸੀਸਾਗਾ ਦੇ ਵਿੱਚ ਦਲ ਬਦਲਿਆ ਹੈ, ਮੁੜ ਕੇ ਲੱਭਾ ਹੀ ਨਹੀਂ ਹੈ, ਜਿੱਦਾਂ ਕਿੱਥੇ ਗਿਆ ਉਹ। ਹਾਂਜੀ ਪਾਟੀ ਸਾਹਿਬ ਤੁਸੀਂ ਵਾਈਂਡ ਅਪ ਕਰਨਾ ਚਾਹੋਗੇ ਇਸ ਗੱਲ ਤੇ? ਜਿਹੜੀ ਗੱਲ ਵਿਰਕ ਸਾਹਿਬ ਨੇ ਗੱਲ ਕਹੀ ਹੈ ਕਿ ਹਰ ਸ਼ਾਖ ਤੇ ਉੱਲੂ ਬੈਠਾ ਹੈ, ਜਿਹੜੀ ਇਹਨਾਂ ਨੇ ਗੱਲ ਕਹੀ ਭ੍ਰਿਸ਼ਟਾਚਾਰ ਦੀ 20 ਸਾਲ ਦੀ 74 ਸਾਲ ਦੀ ਗੱਲ, 1947 ਚ ਦੇਸ਼ ਆਜ਼ਾਦ ਹੁੰਦਾ ਸੀ, 48 ਦੇ ਵਿੱਚ ਦਿੱਲੀ ਜੀਤਾਂ ਸਿੱਧੀਆਂ ਜਾਂਦੀਆਂ।
1,33,000 ਰੁਪਇਆ ਰਿਸ਼ਵਤ ਲਈ ਜਾਂਦੀ ਹੈ ਪੂਰੇ ਅੰਗਰੇਜ਼ਾਂ ਵੱਲੋਂ ਉਸ ਟਾਈਮ। ਅਸੀਂ ਕਹਿੰਦੇ ਸੀ ਵੀ ਸਾਡੇ ਜਿਹੜੇ ਸੁਪਨੇ ਨਾ ਭਗਤ ਸਿੰਘ ਦੇ, ਰਾਜਗੁਰੂ ਸੁਖਦੇਵ ਦੇ ਸੁਪਨੇ ਜਿਹੜੇ ਸਾਕਾਰ ਹੋਏ ਉਹਦੇ ਪਤਾ ਲੱਗਿਆ ਵੀ ਕਿੰਨੇ ਸਾਕਾਰ ਹੋਏ। ਪਹਿਲੀ ਰਿਸ਼ਵਤ। ਫਿਰ ਜਿਹੜੇ ਗੋਪੀ ਚੰਦ ਭਾਰਗਵ ਤੇ ਜਿਹੜੇ ਦੂਜੇ ਸੀ ਭੀਮ ਸਿੰਘ ਸੱਚਰ, ਇਹ ਆਪਸ ਵਿੱਚ ਲੜੀ ਜਾਂਦੇ ਸੀਗੇ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਮੁੱਖ ਮੰਤਰੀ ਬਣਾਤਾ ਤੇ ਇੱਕ ਜੱਟ ਦਾ ਪੁੱਤ ਚੰਗੀ ਤਰ੍ਹਾਂ ਚਲਾਊਗਾ ਕਰਪਸ਼ਨ ਰਾਜੇ ਕੇ ਕੀਤੀ। ਜਦੋਂ ਜਾ ਕੇ ਉਹਦੇ ਕੋਲ ਲੋਕ ਗਏ ਉਹ ਕਹਿੰਦਾ ਫਿਰ ਕੀ ਆ ਯਾਰ, ਨਹਿਰੂ ਸਾਹਿਬ ਨੇ ਕਹਿਤਾ ਇਹ ਹਿੰਦੁਸਤਾਨ ਦੀ ਬਾਤ ਨਹੀਂ ਖੜਿਆ ਕਿਤੇ ਜੀ ਕੋਈ ਜ਼ਬਤ ਕਰ ਲਾਂਗੇ। ਮੁੜ ਕੇ ਜਦੋਂ ਬਹੁਤਾ ਰੌਲਾ ਪਿਆ ਤੇ ਫਿਰ ਉਹਦਾ ਛੱਡਾ ਥੋੜਾ ਜਿਹਾ ਅੱਗੇ ਹੋ ਰਿਹਾ ਜੀ। ਆਪਾਂ ਇਹ 64 ਦੀ ਗੱਲ ਆ, 6 ਸਾਲ ਲੱਗਿਆ ਜੀ। 70 ਦੇ ਵਿੱਚ ਕੀ ਹੋਇਆ, ਜਿਹੜੇ ਸਾਡੇ ਫਿਰ ਫਕਰੇ ਕੌਮ ਬਣੇ ਸੀ ਮੁੱਖ ਮੰਤਰੀ, ਉਹਨਾਂ ਤੇ ਇਲਜ਼ਾਮ ਲੱਗੇ ਕਰਪਸ਼ਨ ਕੀਤੇ ਤੇ ਸ਼ੰਗਾਨੀ ਕਮਿਸ਼ਨ ਬਣਿਆ। ਅੱਜ ਵੀ ਰਿਪੋਰਟ ਪਈ ਆ ਉੱਥੇ, ਕੱਢ ਲਓ ਮਾਨ ਸਾਹਿਬ, ਉਹ ਸਭ ਕੋ ਲੱਗ ਜੂਗਾ ਪਤਾ ਕੀ ਹੋਇਆ। ਚਲੋ ਕਾਲ ਲੈ ਲਈਏ, ਬਸ ਰਹਿਣ ਦੇ ਸ਼ੇਰ ਨਾ ਦਰਦਾਂ ਨੂੰ, ਸਾਰੀ ਰਾਤ ਸੁਣਾਇਆ ਨਹੀਂ ਜਾਣਾ। ਇੱਕ ਸਰਕਾਰ ਦੀ ਗੱਲ ਕਰਨੀ ਨਾਲ, ਕਿਹੜੀ ਸਰਕਾਰ ਕੀ ਦੱਸੋ ਸਾਨੂੰ ਤੁਸੀਂ। ਹਾਂ ਉਹ ਤੇ ਕਹਿੰਦੇ ਸੀ ਕਾਕਾ ਜੀ ਦੇ ਦਿਓ ਆਪਣੇ ਕੋਲੋਂ, ਦੇ ਦਿਓ, ਚਲੋ ਤੁਹਾਡਾ ਕੰਮ ਹੋ ਜੇ, ਜਾ ਕੇ ਮੈਡਮ ਰਹਿਣ ਦਿਓ ਕੱਲ ਹੀ। ਚਲੋ ਆਪਾਂ ਅਗਲੀ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਾਂਜੀ ਭਾਈ, ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ, ਵਧੀਆ ਚੱਲ ਰਿਹਾ ਜੀ, ਇਨਫੋਰਮੇਸ਼ਨ ਮਿਲਦੀ ਹੈ। ਮਿਹਰਬਾਨੀ। ਹਾਂਜੀ ਭਾਈ, ਮੈਂ ਗੱਲ ਕਰਨੀ ਜਿੱਦਾਂ ਨਾ ਪਹਿਲਾਂ ਇੱਕ ਕਾਲ ਕੀਤੀ ਸੀ ਅੰਕਲ ਜੀ ਨੇ, ਉਹ ਕਹਿ ਰਹੇ ਸੀਗੇ ਵੀ ਗਵਰਨਮੈਂਟ ਥੋੜਾ ਸਲੋ ਚੱਲ ਰਹੀ ਆ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ, ਰਾਈਟ? ਮੈਨੂੰ ਜਿੱਥੇ ਤੱਕ ਲੱਗਦਾ ਜੀ ਸਲੋ ਨਹੀਂ ਚੱਲ ਰਹੀ, ਉਹ ਕਿਸੇ ਪਰਪਸ ਕਰਕੇ ਸਲੋ ਚੱਲ ਰਹੀ ਹੈ, ਰਾਈਟ? ਕਿਉਂਕਿ 8 ਗੈਂਗ ਸ਼ੂਟਰ ਇਦਾਂ ਦੇ ਕਰਨੇ ਟੌਪ ਦੇ ਇਕੱਠੇ, ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਜੀ। ਇਹ ਏਜੰਸੀਆਂ ਦਾ, ਰਾਈਟ? ਮੇਰੀ ਆਪਣੀ ਰਾਏ ਆ, ਮੈਂ ਕਿਸੇ ਨੂੰ ਨਹੀਂ ਕਹਿੰਦਾ। ਕਿੰਨੀ ਉਮਰ ਆ ਵੀਰੇ? ਹਾਂਜੀ, ਕਿੰਨੀ ਕੁ ਉਮਰ ਆ? ਕਿਉਂਕਿ ਮੈਂ ਜੌਬ ਕੀਤੀ ਨਾ, ਮੈਂ ਉੱਥੇ ਰਹਿ ਕੇ ਆਇਆ, ਪੁਲਿਸ ਵਿੱਚ ਜੌਬ ਕਰਕੇ ਆਇਆ। ਅੱਛਾ। ਕਿਉਂਕਿ ਹਲੇ ਤੱਕ ਪੁਲਿਸ ਨੇ ਉੱਥੋਂ ਖੋਲ ਨਹੀਂ ਚੱਕੇ, ਜਿਹੜੇ ਕਹਿੰਦੇ ਨਾ ਜੀ ਇਹ ਲਾਈਕ 94 ਕਹਿ ਰਹੇ ਹੈ ਨਾ, ਇਹ ਹਲੇ ਤੱਕ ਜੀ ਉਹ ਸਿਰਫ ਕੀ ਕਹਿੰਦੇ ਹੁੰਦੇ ਵੀ ਪਲੇਨ ਰਾਹੀਂ ਆਊਗੀ ਰਸ਼ੀਆ ਤੋਂ, ਇੱਥੇ ਹੋਰ ਤਾਂ ਕੋਈ ਤਰੀਕੇ ਨਾਲ ਆ ਨਹੀਂ ਸਕਦੀ ਭਾਜੀ, ਰਾਈਟ? ਨਾਲੇ ਉਹਦੇ ਵਿੱਚ ਜੀ ਤੇ 74 ਦੇ ਵਿੱਚ ਇੱਕੋ ਹੀ ਪੈਂਦਾ ਜੀ ਦੂਜਾ ਰੌਂਦ, ਕੱਲੇ ਖੋਲ ਤੋਂ ਕਿੱਦਾਂ ਪਤਾ ਲੱਗ ਜੂਗਾ ਜੀ ਉਹ ਕਿਹੜੀ ਆ? ਨਹੀਂ ਉਹ ਤੇ ਜਿਹੜੇ ਇੱਕ ਮਿੰਟ ਸਾਹਿਬ ਵੀਰ ਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਮੋਨੂ ਆ ਜੀ, ਮਨਿੰਦਰ ਜੀ। ਜਿਹੜੀ ਚੀਜ਼ ਲੰਘਾਉਣ ਬਾਰੇ ਤੁਸੀਂ ਗੱਲ ਕਰ ਰਹੇ ਹੋ, ਬਾਰਡਰ ਕ੍ਰਾਸ ਵਾਸਤੇ, ਪਾਰਲੀਮੈਂਟ ਦੇ ਵਿੱਚ ਨਾ ਕਰੋੜਾਂ ਰੁਪਏ ਲੈ ਗਏ ਸੀ, ਜਿੱਥੇ ਚਿੜੀ ਚੂ ਨਹੀਂ ਕਰ ਸਕਦੀ। ਪੱਟੀ ਸਾਹਿਬ ਤੁਹਾਨੂੰ ਪਤਾ ਖਲਾਰਾ ਪਾਇਆ ਜਾ ਕੇ? ਬਿਲਕੁਲ ਬਿਲਕੁਲ। ਇੱਕ ਮਿੰਟ ਵੀਰੇ, ਆਪਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਕਿਵੇਂ ਆਊਗੀ, ਜਹਾਜ਼ ਰਾਹੀਂ ਆਊਗੀ। ਇਹ ਚੀਜ਼ਾਂ ਜਹਾਜ਼ ਰਾਹੀਂ ਨਹੀਂ ਆਉਂਦੀਆਂ, ਸਮੈਕ ਜਹਾਜ਼ ਰਾਹੀਂ ਆਉਂਦੀ, ਬੰਦੇ ਜਿਹੜੀ ਸਮਗਲਿੰਗ ਹੁੰਦੀ ਜਹਾਜ਼ ਰਾਹੀਂ ਹੁੰਦੇ ਆ ਜਿਹੜੇ ਅੱਤਵਾਦੀ ਆਉਂਦੇ ਨੇ ਐਡੇ ਵੱਡੇ ਜਿਹੜੇ ਮਤਲਬ ਉਹ ਜਹਾਜ਼ ਰਾਹੀਂ ਆਉਂਦੇ ਨੇ। ਮਤਲਬ ਮੇਰੇ ਜਿੱਡੇ ਤੋਂ ਵੀ ਵੱਡੇ ਗੋਗੜ ਵਾਲੇ ਅੱਤਵਾਦੀ ਜਹਾਜ਼ ਰਾਹੀਂ ਆਉਂਦੇ ਨੇ, ਬਾਰਡਰ ਕ੍ਰਾਸ ਕਰਦੇ ਰਹੇ ਲੋਕ, ਕਰਦੇ ਰਹੇ। ਅਜੇ ਰੁਕਿਆ ਬੰਬੇ ਬੰਦਰਗਾਹ ਦੇ ਉੱਤੇ ਕੀ ਕੁਝ ਉਤਰਦਾ, ਕਰੋੜਾਂ ਟਨ ਹੈਰੋਇਨ ਉਤਰੀ, ਕਿੱਥੇ ਉਤਰੀ ਸੀ ਤੁਹਾਨੂੰ ਪਤਾ? ਹਾਂਜੀ। ਤੇ ਫਿਰ ਉਹ ਜਹਾਜ਼ ਰਾਹੀਂ ਉਤਰੀ ਵੀਰ, ਕਿਹੜੀ ਇਹ ਨਾ ਇੱਕ ਨਾ ਤੁਸੀਂ ਰਹੇ ਹੋ ਮਤਲਬ ਉੱਥੇ। ਮੈਂ ਸਵਾਲ ਕਰਦਾ ਕਿ ਮਤਲਬ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਆਈ ਆ, ਹਾਂਜੀ ਦਰਬਾਰਾ ਸਿੰਘ ਦੀ, ਜਿਹਦਾ ਮਤਲਬ ਪੋਤੇ ਪਾਤੀਆਂ ਰੌਲਾ ਪਾਉਂਦੇ ਅੱਜ ਕੱਲ, ਉਦੋਂ ਬਾਅਦ ਕਿਹੜੀ ਗਿੱਦੜ ਸਿੰਘ ਦੀ ਆ ਗਈ ਸੀ ਕਿ ਪੰਜਾਬ ਪੁਲਿਸ ਕੋ, ਕਿ ਮਿੰਟੋ ਮਿੰਟ ਹੀ ਪਤਾ ਲੱਗਣ ਲੱਗ ਪਿਆ ਸੀਗਾ ਵੀ ਖਾੜਕੂ ਇੱਥੇ ਬੈਠੇ, ਉੱਥੇ ਬੈਠੇ। ਇੰਨੇ ਸਾਲ ਨਹੀਂ ਪਤਾ ਲੱਗਾ। ਜਿਹੜੇ ਤੁਸੀਂ 8 ਸ਼ੂਟਰ ਦੀ ਗੱਲ ਕਰਦੇ ਹੋ, ਇੱਕ ਮਿੰਟ, 8 ਸ਼ੂਟਰ ਦੀ ਗੱਲ ਕਰਦੇ ਹੋ ਨਾ? ਹਾਂਜੀ। 8 ਸ਼ੂਟਰ ਛੱਡੋ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ, ਸੁੱਖੀ ਦੀ ਚੱਲੀ ਸੀ ਅੱਤਵਾਦੀ ਦੀ ਗੱਲ, ਕੈਟ ਦੀ, ਹਨਾ? ਤੇ ਉਹ ਕਹਿੰਦੇ ਸੀ ਸਾਡੇ ਕੋਲ 300 ਆ, ਸੁੱਖੀ ਏਦਾਂ ਦੇ 300 ਆ। 8 ਸ਼ੂਟਰ ਛੱਡੋ, ਇਹ ਤਾਂ 100 ਸ਼ੂਟਰ ਕੱਢ ਸਕਦੇ ਆ।
ਨਹੀਂ ਸ਼ੂਟਰ ਭਾਜੀ, ਮੈਂ ਤੁਹਾਡੀ ਗੱਲ ਸ਼ੂਟਰ ਸਹਿਮਤ ਹਾਂ। ਜੇ ਮੈਂ ਗੱਲ ਸ਼ੂਟਰ ਇਹ ਜੇ ਪੰਜਾਬ ਦੇ ਜੇਲ੍ਹਾਂ ਦਾ ਸਾਬਕਾ ਮੰਤਰੀ ਕਹਿ ਸਕਦਾ ਕਿ ਸੈਂਟਰ ਜਿਹੜੀਆਂ ਮਤਲਬ ਏਜੰਸੀਆਂ ਜਿਹੜੀਆਂ ਨੇ ਇਹਨਾਂ ਨੂੰ ਮੁਹੱਈਆ ਕਰਾਉਂਦੀਆਂ ਨੇ ਉਹ ਫੋਨ ਜਾਂ ਸੁੱਖ ਸਹੂਲਤਾਂ, ਬਾਕੀ ਕੀ ਰਹਿ ਗਿਆ ਮੇਰੇ ਵੀਰ? ਭਾਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ, ਮੈਂ ਇਹੀ ਕਹਿ ਰਿਹਾ ਸੀ। ਮੈਂ ਕਿਹਾ ਜੀ ਇਹ ਕਿਸੇ ਇਦਾਂ ਦੀ ਰਾਈਟ ਏਜੰਸੀ ਦਾ ਜਾਂ ਕੋਈ ਕਹਿ ਲਓ ਇੱਕ ਤਰ੍ਹਾਂ ਦੀ ਨਾ ਕਮੇਟੀ ਦਾ ਕੰਮ ਆ ਜਿਹੜੇ ਐਨ ਤਰਤੀਬਵਾਰ ਸਾਰਿਆਂ ਨੇ ਕੀਤਾ ਰਾਈਟ। ਕਿਉਂਕਿ ਪਹਿਲਾ ਕੰਮ ਪੁਲਿਸ ਦਾ ਹੁੰਦਾ ਭਾਜੀ ਤੇ ਉਹ ਤੋਂ ਖੋਲ ਚੱਕਣੇ ਵੀ ਦੇਖਿਆ ਜਾਵੇ ਕਿਹੜੀ ਫਾਇਰ ਹੋਈ ਆ ਰਾਈਟ। ਮੇਨ ਗੱਲ ਉਹ ਹੁੰਦੀ ਹੈ ਨਾ, ਉਹ ਉੱਥੋਂ ਨਿਆਣੇ ਕੱਢਣ ਲੱਗੀ ਹੈ ਜੀ ਉਂਗਲਾਂ ਪਾ ਕੇ ਖੋਲ, ਹਾਲੇ ਤੱਕ ਨਹੀਂ ਚੱਕੇ ਹੋਣੇ ਉਹ। ਮੈਂ ਸਮਝਦਾ ਕਿ ਉਹਨਾਂ ਨੇ ਨਹੀਂ ਖੋਲ ਚੁੱਕੇ। ਆਪਣੇ ਵਾਸਤੇ ਉਹ ਜ਼ਰੂਰ ਲੋੜੀਂਦਾ, ਜੇ ਪੁਲਿਸ ਦੇ ਵਿੱਚ ਤੁਸੀਂ ਰਹੇ ਹੋ ਤੇ ਲੋੜੀਂਦਾ 1 2 4 10 ਉਹ ਲੈ ਗਏ ਹੋਣਗੇ ਵੀ ਆਹ ਖੋਲ ਚੱਲੇ ਆ, ਆਹ ਹਥਿਆਰ ਚੱਲੇ ਆ, ਆ ਜਿਹੜੇ ਨੇ ਉਹ ਖੋਲ ਮਿਲ ਗਏ ਨੇ, ਇਹ ਕਿਹਦੇ ਨਾਲ ਰਿਲੇਟਡ ਨੇ। ਬਾਕੀ ਹੋ ਸਕਦਾ ਉਹਨੂੰ ਲੱਗਦਾ ਹੋਵੇ ਕਿ ਸਾਰੇ ਇਹੋ ਜਿਹੇ ਰਹਿੰਦੇ ਪਏ। ਕਿਉਂ ਪੱਟੀ ਸਾਹਿਬ? ਇੱਕ ਚੀਜ਼ ਕਹਿੰਦਾ ਵੀ ਏਦਾਂ ਪਤਾ ਕਦ ਲੱਗ ਜੂਗਾ ਕਿ 94 ਆ ਤੇ 74 ਆ। ਹਾਂਜੀ ਨਹੀਂ, ਉਹ ਲੈ ਗਏ ਜੀ 40 ਖੋਲ ਲੈ ਗਏ ਨੇ ਫੜ ਕੇ, ਉੱਥੋਂ ਚੁੱਕ ਕੇ ਲੈ ਗਏ 40 ਖੋਲ। ਜਿਹੜੇ 40 ਖੋਲ ਵੱਜੇ ਨਾ ਉਹਦੀ ਗੱਡੀ 'ਚ ਵੱਜੇ ਆ, ਉਹਨੂੰ ਵੱਜੇ, ਉਹ ਖੋਲਾਂ ਦੇ ਕੋਲ ਨੇ, ਉਹ ਪੁਲਿਸ ਦੇ ਕੋਲ ਨੇ। ਜਿਹੜੇ ਕੰਧਾਂ 'ਚ ਵੱਜੇ ਉਹ ਨਹੀਂ ਕੱਢੇ। ਇਹ ਤੁਸੀਂ ਠੀਕ ਕਹਿ ਰਹੇ ਹੋ, ਕੰਧਾਂ 'ਚ ਵੱਜੇ ਨਹੀਂ ਕੱਢੇ, ਬਾਕੀ ਚੁੱਕ ਕੇ ਲੈ ਗਏ ਜੀ। ਤੇ ਸਰ ਜੀ ਮੈਂ ਪੁੱਛਣਾ, ਮੈਂ ਕਿਹਾ ਜੀ ਵੀ ਕਿੱਦਾਂ ਪਤਾ ਲੱਗੂਗਾ ਜੀ ਉਹਨਾਂ ਨੂੰ ਮਤਲਬ ਕਿ ਇੱਕ 97 ਅੰਕ? ਇਹ ਭਾਜੀ ਸਭ ਪਤਾ ਲੱਗ ਜੂਗਾ। ਵੇਖੋ ਇੰਨਾ ਵੀ ਨਹੀਂ ਕਿ ਸਾਡੇ ਦੇਸ਼ ਦੇ ਵਿੱਚ ਕੋਈ ਚੀਜ਼ਾਂ ਕੋਈ ਲੁਕੀਆਂ ਨੇ ਜਾਂ ਨਹੀਂ ਪਤਾ ਲੱਗੂਗਾ, ਲੱਗ ਜੂਗਾ ਪਤਾ, ਪਰ ਟਾਈਮ ਲੱਗੂਗਾ। ਠੀਕ ਆ, ਅਸੀਂ ਕਾਲੇ ਪੈ ਜਾਂਦੇ ਆ, ਅਸੀਂ ਮਿੰਟੋ ਮਿੰਟੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੁੰਦੇ ਆ, ਪਰ ਉੱਥੇ ਵੀ ਅੰਤਰਰਾਸ਼ਟਰੀ ਪੱਧਰ ਤੇ ਚੀਜ਼ ਦੀ ਚਰਚਾ ਹੋ ਰਹੀ ਹੈ। ਕਿਉਂ ਪੱਟੀ ਸਾਹਿਬ? ਜੀ ਹਾਸੋ ਹੀ ਨਾ ਥੋੜੀ ਕੰਮ ਕਰਨਾ ਉਹਨਾਂ ਨੇ। ਹਾਂਜੀ ਨਹੀਂ ਹਾਂਜੀ, ਇਹ ਤਾਂ ਚਲੋ ਆਪਾਂ ਏਦਾਂ ਤਾਂ ਨਹੀਂ ਕਹਿੰਦੇ, ਵਧੀਆ ਸਾਰਾ ਆਪਣੀ ਕਹਿੰਦੇ ਹੁੰਦੇ ਆ ਵੀ ਦੇਸ਼ ਦੀ ਫੋਰਸ ਵਧੀਆ ਆ, ਇੰਟੈਲੀਜੈਂਸ ਵਧੀਆ ਆ ਰਾਈਟ। ਕਈ ਵਾਰ ਮਨ ਦੇ ਵਿੱਚ ਆਪਣੇ ਹੁੰਦਾ ਰਾਈਟ, ਮੈਂ ਚਲੋ ਤਾਂ ਪੁੱਛ ਲਿਆ ਕਿਉਂਕਿ ਮੈਂ ਕਿਹਾ ਤੁਹਾਨੂੰ ਇਨਫੋਰਮੇਸ਼ਨ ਹੋਣੀ ਆ ਜੀ ਰਾਈਟ, ਸੋ ਇਸ ਲਈ ਮੈਂ ਕਾਲ ਕਰ ਲਈ ਜੀ। ਮਿਹਰਬਾਨੀ, ਥੈਂਕ ਯੂ। ਬਾਕੀ ਰਹੀ ਕਿ ਉਹ ਜਹਾਜ਼ ਥਾਣੀ ਆਉਣੀ ਹੈ, ਕੀ ਪਤਾ ਕਿਹੜਾ ਹਥਿਆਰ ਆ ਕਿਹੜਾ ਨਹੀਂ, ਜਿਹੜਾ ਐਡਾ ਖਤਰਨਾਕ ਪੱਥਰ ਪਾੜ ਕੇ ਰੱਖ ਦਿੱਤੇ ਨੇ। ਉਹ ਤਾਂ ਆਏ ਆਪਣੇ ਕੰਮ ਕਰਨ ਵਾਸਤੇ ਸੀ। ਹਾਂਜੀ, ਇੱਥੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜੀ, ਤੁਸੀਂ ਕਿਹਾ ਦਰਬਾਰਾ ਸਿੰਘ ਬੇਅੰਤ ਸਿੰਘ, ਸੌਰੀ ਬੇਅੰਤ ਸਿੰਘ ਜੀ, ਆਮ ਰੀਅਲੀ ਸੌਰੀ, ਕਿਸੇ ਵੇਲੇ ਹੋ ਜਾਂਦਾ। ਬੇਅੰਤ ਸਿੰਘ ਦੀ ਸਰਕਾਰ ਜਦੋਂ ਆਈ ਸੀ, ਮੈਂ ਪੋਤੇ ਦੀ ਗੱਲ ਤਾਈਓ ਕੀਤੀ ਨਾ, ਬੇਅੰਤ ਸਿੰਘ ਦੀ ਸਰਕਾਰ ਜਦੋਂ ਆਈ ਸੀ, ਕਿਹੜਾ ਗਿੱਦੜ ਸਿੰਘੀ ਇਹਨਾਂ ਕੋ ਆ ਗਈ ਸੀਗੀ। ਕੋਈ ਵੇਲੇ ਪਜਲ ਹੋ ਜਾਂਦਾ ਪੱਟੀ ਸਾਹਿਬ ਬੰਦਾ, ਕੋਈ ਨਹੀਂ। ਲਾਈਵ ਸ਼ੋਅ ਦੇ ਵਿੱਚ ਕਿਸੇ ਵੇਲੇ ਵੀ ਇਹ ਕੋਈ ਵੱਡੀ ਨਹੀਂ ਵੀ ਜਦੋਂ ਕਿਹੜੀ ਗਿੱਦੜ ਸਿੰਘੀ, ਮੈਂ ਤਾਂ ਕਈ ਵਾਰੀ ਸਵਾਲ ਕੀਤਾ ਕਿਹੜੀ ਗਿੱਦੜ ਸਿੰਘੀ ਆ ਗਈ ਸੀ, ਵੀ ਕਿੱਥੇ ਕਿੰਨਾ ਮੁਕਾਬਲੇ ਹੋਏ ਜੱਕਦਮ। ਪਤਾ ਸੀ ਵੀ ਹੁਣ A to Z। ਸੁਣਨ ਵਾਲੇ ਤੇ ਇਹ ਵੀ ਸੁਣਦੇ ਸੀ ਕਿ ਗ੍ਰਹਿ ਮੰਤਰੀ ਦੀ ਸਿੱਧੀ ਜਾ ਕੇ ਕੋਠੀ 'ਚ ਵੀ ਗੱਡੀ ਖੜਦੀ ਰਹੀ ਕਈਆਂ ਦੀ। ਜੀ ਬਿਲਕੁਲ ਮਲਾਇਕ ਕ੍ਰਿਸ਼ਨ ਧਾਰਨ। ਹਾਂਜੀ ਬਿਲਕੁਲ। ਫਿਰ ਉਹ ਆਦਰੀਆਂ ਵਾਦਰੀਆਂ ਵਾਲੀ ਗੱਲ ਤਾਂ ਕਰਨ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ। ਹੈਲੋ ਹਾਂਜੀ ਚਾਲ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਆਪਣੇ ਜਿਹੜੀ ਇਹ ਗੱਲ ਕਰਦੇ, ਚਲੋ ਆਪਾਂ ਕਿਸੇ ਦੀ ਗੱਲ ਨੂੰ ਕੱਟਦੇ ਵੱਢਦੇ ਨਹੀਂ, ਉਦਾਂ ਗੱਲ ਕਰਦੇ ਚਲੋ ਕੋਈ ਵੀ ਹਰ ਕੋਈ ਬੰਦਾ ਆਪੋ ਦਿਮਾਗ ਨਾਲ ਚੱਲਦਾ। ਅਤੇ ਚਾਲ ਦਾ ਆਪਾਂ ਰੋਜ਼ ਨਿਕਲਦੇ ਆ ਨਾ, ਬਾਰਡਰ ਕ੍ਰਾਸ ਕਰਦੇ ਆ US ਕੈਨੇਡਾ ਦਾ, ਇੱਥੇ ਮਤਲਬ ਬੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਡੇਲੀ ਨਿਕਲਦੀਆਂ ਹਨਾ, ਪਹੁੰਚਦੀਆਂ ਕੈਨੇਡਾ ਪਹੁੰਚਦੀਆਂ ਜਾਂ ਉੱਧਰ ਪਹੁੰਚਦੀਆਂ ਹਨਾ, ਜਦ ਕਿ ਇੱਥੇ ਸਖਤਾਈ ਉੱਥੇ ਨਾਲੋਂ ਬਹੁਤ ਜ਼ਿਆਦੀ ਹੈ, ਲੋਕੀ ਵਿਕਦੇ ਨਹੀਂ ਹੈਗੇ ਹਨਾ। ਤੇ ਜੇ ਇੱਥੇ ਨਿਕਲ ਜਾਂਦੀਆਂ ਉੱਥੇ ਵੀ ਉਹ ਚੀਜ਼ਾਂ ਇੱਧਰ ਉੱਧਰ ਜਾਣੀਆਂ ਕੋਈ ਵੱਡੀ ਗੱਲ ਨਹੀਂ, ਪਰ ਜਿਹੜੀ ਗੱਲ ਅਸਲੀ ਗੱਲ ਜਿਹੜੀ ਤੁਸੀਂ ਕੀਤੀ ਆ, ਮਤਲਬ ਮੈਂ ਵੀ ਉਹੀ ਕਹਿੰਦਾ ਕਿ ਕੰਮ ਦਾ ਏਜੰਸੀਆਂ ਦਾ ਜਦੋਂ ਉੱਧਰ ਪਤਾ ਕਿ ਉਹਨੂੰ ਬੰਦਾ ਚਾਹੀਦਾ ਆ ਹਨਾ, ਪੰਜਾਬ ਪੁਲਿਸ ਮੰਗ ਰਹੀ ਸਾਨੂੰ ਬੰਦਾ ਦਿਓ, ਰਿਮਾਂਡ ਦਿਓ, ਸੇਮ ਟਾਈਮ ਤੇ ਚੱਕ ਕੇ 5 ਦਿਨ ਦਾ ਦਿੱਲੀ ਪੁਲਿਸ ਨੂੰ ਰਿਮਾਂਡ ਮਿਲ ਜਾਂਦਾ ਕਿ ਭਾਈ ਉਹਨੂੰ ਲੈ ਜਾਓ ਚੱਕ ਕੇ। ਇੱਕ ਪਾਸੇ ਮਰਡਰ ਦਾ ਕੰਮ ਆ, ਦੂਜੇ ਪਾਸੇ ਚਪੇੜ ਦਾ ਕੰਮ ਆ। ਮਤਲਬ ਇਹਦਾ ਮਤਲਬ ਸਾਰਾ ਕੁਝ ਪਹਿਲਾਂ ਹੀ ਤੈਅ ਆ ਕਿ ਇੱਧਰ ਕੁਝ ਨਹੀਂ ਜਾਣ ਦੇਣਾ ਸੀ ਹਨਾ। ਤੇ ਉਹ ਗੱਲ ਤਾਂ ਜਿੱਦਾਂ ਉਹ ਕਹਿੰਦੇ ਕਿ ਏਦਾਂ ਬਸ ਏਦਾਂ ਹੀ ਚੱਲੀ ਜਾਣਾ, ਕਿਉਂਕਿ ਜਿਹੜੀ ਤੁਸੀਂ ਗੱਲ ਇੱਕ ਵਿੱਚ ਨਾਲ ਜੋੜੀ ਆ ਬੇਅੰਤ ਸਿੰਘ ਦੇ ਟਾਈਮ ਦੀ, ਉਦੋਂ ਆਪਾਂ ਇੰਡੀਆ ਸੀਗੇ ਹਨਾ, ਛੋਟੇ ਸੀਗੇ ਕਾਫੀ, ਤੇ ਆਮ ਪਿੰਡਾਂ ਦੇ ਵਿੱਚ ਪਹਿਲਾਂ ਤਕਰੀਬਨ ਹੋਈ ਜਾਂਦਾ ਸੀਗਾ ਮਹੀਨਾ ਨਹੀਂ ਤਕਰੀਬਨ 6 ਮਹੀਨਿਆਂ ਚ ਇੱਕ ਅੱਧੀ ਵਾਰੀ ਕਿ ਪੁਲਿਸ ਇਕੱਠੀ ਹੋ ਗਿਆ, ਨਹੀਂ ਕਹਿਣਾ ਜੀ ਪਿੰਡੋਂ ਬੰਦੇ ਲੱਭਣੇ ਆ, ਸਾਰਾ ਪਿੰਡ ਇਕੱਠਾ ਕਰ ਦੇਣਾ, ਕੁਝ ਗੁਰਦੁਆਰੇ ਇਕੱਠੇ ਕਰ ਦੇਣੇ, ਕੁਝ ਰੋਡਾਂ ਤੇ ਇਕੱਠੇ ਕਰ ਦੇਣੇ ਹਨਾ। ਰਾਈਟ, ਸਾਰੇ ਘਰੋਂ ਘਰ ਤਰਾਜੀ ਲੈ ਕੇ ਚੱਲ ਜਾਣੀ, ਤੇ ਸ਼ਾਮ ਨੂੰ ਟਰੈਕਟਰ ਆਮ ਆ ਕੇ ਖੜ ਜਾਂਦੇ ਹੁੰਦੀ ਉਹ ਕਮਾਦ ਭੰਨਣ ਵਾਲੇ ਹਨਾ, ਰੋਜ਼ ਵੇਖੀ ਤੇ ਗੋਲੀ ਚੱਲਦੀ ਆਪ ਸੁਣੀ ਜਾਂਦੀ ਹਨਾ। ਤੇ ਉਸ ਤੋਂ ਬਾਅਦ ਜਿੱਦਣ ਮੁੜ ਕੇ ਬੇਅੰਤ ਸਿੰਘ ਦੀ ਸਰਕਾਰ ਆਈ ਆ ਰਾਈਟ, ਉਹ ਸਾਨੂੰ ਉਦੋਂ ਪਤਾ ਆ, ਛੋਟੇ ਸੀਗੇ ਪਰ ਇੰਨਾ ਪਤਾ ਕਿ ਆਈ ਆ,
ਉਦੋਂ ਬਾਅਦ ਤਾਂ ਭਾਈ ਬਿਲਕੁਲ ਮਤਲਬ ਕੰਮ ਹੀ ਖਤਮ ਹੋ ਗਿਆ। ਜਿੱਦਾਂ ਕਹਿ ਲਓ ਕਿ ਜਿੱਦਾਂ ਪਤਾ ਹੀ ਆ ਜੀ, ਇੱਕ ਕੰਮ ਹੀ ਇਹ ਕਰਨ ਨੂੰ ਆਈ ਹੈ ਸਰਕਾਰ, ਹਨਾ, ਕਿ ਭਾਈ ਆਪਾਂ ਕੰਮ ਖਤਮ ਹੀ ਕਰ ਦਈਏ, ਹਨਾ। ਏਦਾਂ ਨੂੰ ਕਿੱਥੋਂ ਪਤਾ ਲੱਗ ਗਿਆ ਸਾਰੇ ਕੋਲ ਬੰਦੇ ਹੈਗੇ ਆ, ਇਹਦਾ ਮਤਲਬ ਸਾਰੇ ਕੋਲ ਸਾਹਮਣੇ ਹੀ ਹੈ ਨਾ। ਅੱਜ ਤਾਂ ਵੇਖੋ, ਇਹ ਤਾਂ ਪਹਿਲਾਂ ਸਾਡਾ ਇੱਕ ਸੀਮਤ ਜਿਹਾ ਚੈਨਲ ਸੀ ਨਾ। ਮੈਂ ਕਹਿੰਦਾ ਕਿ ਬੜੀਆਂ ਮੁਸ਼ਕਲਾਵਾਂ ਦੇ ਵਿੱਚੋਂ ਲੰਘਦਾ ਪਿਆ ਰਿਹਾ ਮੈਂ। ਜਦੋਂ ਮੈਂ ਇਹੋ ਜਿਹੀਆਂ ਗੱਲਾਂ ਬੋਲਦਾ ਸੀ ਤੇ ਬੜੀਆਂ ਉਹ ਪੁੱਠੀਆਂ ਸਿੱਧੀਆਂ ਕਾਲਸ ਦੂਜੀਆਂ ਤੀਜੀਆਂ ਹੁੰਦੀਆਂ। ਹੁਣ ਤਾਂ ਇਹ ਵਰਲਡ ਵਾਈਡ ਜਾਣਾ, ਹੁਣ ਤਾਂ ਹਾਕਮਾਂ ਤੱਕ ਵੀ ਪਹੁੰਚਣਾ ਵੀ ਕਿਹੜੀ ਗਿੱਦੜ ਸਿੰਘੀ ਆ ਗਈ ਸੀ ਤੁਹਾਡੇ ਕੋਲ, ਕਿਹੜੀ ਮਿੰਟੋ ਮਿੰਟੀ ਸਫਾਇਆ ਹੋ ਗਿਆ। ਇਹਦਾ ਮਤਲਬ ਕੁਛ ਨਾ ਕੁਛ ਤਾਂ ਗੜਬੜ ਸੀ। ਹਾਂਜੀ, ਮਿਹਰਬਾਨੀ ਜਨਾਬ, ਥੈਂਕ ਯੂ। ਪੱਟੀ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜੀ ਗੱਲ ਇਹਨਾਂ ਕਹੀ ਆ, ਤੁਸੀਂ ਕਹੀ, ਸਭ ਗੱਲਾਂ ਠੀਕ ਨੇ। ਹਰ ਗੱਲਾਂ ਜਿਹੜੀਆਂ ਗੱਲ ਤੁਸੀਂ ਕਹੀ ਆ, ਮੈਂ ਇੱਕ ਗੱਲ ਕਹੂੰਗਾ ਕਿ ਉਸ ਟਾਈਮ ਦੇ ਉੱਤੇ ਲੋਕ ਵੀ ਦੁਖੀ ਹੋ ਗਏ ਸੀ, ਕਿਉਂਕਿ ਉਹਦੇ ਵਿੱਚ ਇਨਫਲੇਸ਼ਨ ਬੜੀ ਹੋ ਗਈ ਸੀ। ਜਾਲੀ ਬੰਦੇ ਬਹੁਤ ਆ ਗਏ, ਬਹੁਤ ਘੱਟ ਰਹੇਗੀ। ਮੰਨਦੇ ਅਗਲੇ 300 ਸੀ ਸਾਡੇ ਕੋਲ ਕੈਟ, ਤੇ 300 ਕੈਟ ਪੰਜਾਬ ਦੇ ਵਿੱਚ ਸ਼ਾਂਤੀ ਬਣਾਉਣ ਵਾਸਤੇ ਥੋੜੀ ਸੀ। ਨਰਸਿਮਹਾ ਰਾਓ ਨੇ ਜਦੋਂ ਤੀਜੀ ਵਾਰੀ ਕਿਹਾ ਨਾ KPS ਗਿੱਲ ਨੂੰ, ਭਾਈ ਤੂੰ ਜਾ ਉੱਥੇ ਆਪਣੇ ਪੰਜਾਬ ਦੇ ਵਿੱਚ ਤੇ ਖਤਮ ਕਰਕੇ, ਹੁਣ ਥੋੜਾ ਡਿਟੇਲ ਚ ਦੱਸਿਓ ਜਰਾ। ਉਹਨੇ ਜਵਾਬ ਦਿੱਤਾ ਸੀ। ਜਵਾਬ ਦਿੰਦੇ ਉਹਨੇ ਇੰਨੀ ਗੱਲ ਕਹੀ ਸੀ, ਮੈਂ ਜੀ ਅੱਗੇ 2 ਵਾਰੀ ਇੱਥੋਂ ਫੇਲ ਹੋ ਗਿਆ, ਹੁਣ ਮੈਂ ਕਾਮਯਾਬ ਨਹੀਂ ਹੋ ਸਕਦਾ, ਪਿਛਲੇ ਨੂੰ ਨਾ ਭੇਜੋ। 2 ਵਾਰ ਮੇਰੀ ਬੇਇੱਜ਼ਤੀ ਚੁੱਕੀ, ਮੈਂ ਕਾਮਯਾਬ ਨਹੀਂ। ਕਿਉਂ ਅਸਾਮ ਦੇ ਵਿੱਚ ਇਹਨੇ ਕਾਫੀ ਉੱਥੇ ਜਿਹੜੇ ਸੀ ਸਾਡੇ ਨਕਸ਼ੇ ਦੇ ਮਾਰੇ ਸੀ ਮੁੰਡੇ ਨੇ, ਕਾਫੀ ਮੁੰਡੇ ਮਾਰੇ ਸੀ। ਉਦੋਂ ਇਹ ਚਰਚਾ ਆਇਆ ਸੀ ਪਹਿਲਾਂ ਤਾਂ। ਇੱਕ ਯੂਐਨ ਦਾ ਰਿਪੋਰਟਰ ਸੀ, ਉਹਨੇ ਜਾ ਕੇ ਉੱਥੇ ਰਿਪੋਰਟਿੰਗ ਕੀਤੀ ਸੀ। ਜਦੋਂ ਉਹਨੂੰ ਪਤਾ ਸੀ ਇਹਨੇ ਮੇਰੇ ਪਿੱਛੇ ਬੰਦੇ ਲਾਉਣੇ, ਜਦੋਂ ਇਹ ਉੱਥੇ ਗਿਆ, ਕਹਿੰਦਾ ਇੱਥੇ ਰਿਪੋਰਟਰ ਨਹੀਂ ਆਇਆ, ਕਹਿੰਦਾ ਇੱਕ ਰਿਪੋਰਟਰ ਆਇਆ ਸੀ ਯੂਐਨ ਦਾ ਫਲਾਣਾ, ਕਹਿੰਦਾ ਲੱਭੋ। ਪਰ ਉਹ ਬੰਦੇ ਦੀ ਹਿੰਮਤ ਸੀਗੀ, ਉਹ ਨਾ ਉਹਨੇ ਟ੍ਰੇਨ ਫੜੀ, ਨਾ ਬੱਸ ਫੜੀ, ਕਿਤੇ ਟਾਂਗਾ ਫੜ ਲਿਆ, ਕਿਤੇ ਰਿਕਸ਼ਾ ਫੜ ਲਿਆ। ਉਹ ਤਰਦ ਕਰਦਾ 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 ਦਿੱਲੀ ਪਹੁੰਚ ਗਿਆ। ਦਿੱਲੀ ਆ ਕੇ ਸਭ ਕੁਝ ਰਿਲੀਜ਼ ਕੀਤਾ ਉਸ ਬੰਦੇ ਨੇ, ਉਸ ਰਿਪੋਰਟਰ ਨੇ। ਬੜੀ ਮਿਹਨਤ ਕੀਤੀ ਉਹਨੇ। ਹੁਣ ਜਦੋਂ ਇਹ ਦੂਜੀ ਤੀਜੀ ਵਾਰੀ ਆਇਆ, ਫਿਰ ਨਰਸਿਮਹਾ ਰਾਓ ਨੇ ਕਿਹਾ ਕਿ ਤੂੰ ਜਾ, ਕਹਿੰਦਾ ਫਿਰ ਇੱਕ ਸ਼ਰਤ ਜਾਊਂ, ਮੇਰੇ ਕੰਮ ਦੇ ਵਿੱਚ ਕੋਈ ਮੁੱਖ ਮੰਤਰੀ, ਕੋਈ ਮੰਤਰੀ ਸੰਤਰੀ ਇੰਟਰਫੀਅਰ ਨਹੀਂ। ਕਹਿੰਦਾ ਠੀਕ ਹੈ, ਕਹਿੰਦਾ ਤੈਨੂੰ ਇਹ ਅਧਿਕਾਰ ਦਿੱਤਾ, ਤੂੰ ਸਿਰਫ ਦੇਸ਼ ਦੇ ਹੋਮ ਮਿਨਿਸਟਰ ਨੂੰ ਤੇ ਪ੍ਰਾਈਮ ਮਿਨਿਸਟਰ ਨੂੰ ਜਵਾਬ ਦੇਣੇ, ਕਿਸੇ ਹੋਰ ਨੂੰ ਜਵਾਬ ਦੇਣੇ ਹੋਣਗੇ, ਜੋ ਮਰਜ਼ੀ ਕਰ। ਕਹਿੰਦਾ ਇਹ ਇੱਕ ਅਧਿਕਾਰ ਤੂੰ ਮੰਗਿਆ ਤੇ ਦੂਜਾ ਅਧਿਕਾਰ ਤੈਨੂੰ ਮੈਂ ਕੋਰ ਦਿੰਦਾ। ਕਹਿੰਦਾ ਮੇਰੇ ਖਾਤੇ 'ਚ ਫੰਡ ਹੁੰਦਾ ਵਾ ਜਿਹਦੀ ਕੋਈ ਅਕਾਊਂਟ ਨਹੀਂ ਹੁੰਦਾ, ਕੋਈ ਉਹਦੀ ਕੁਛ ਨਹੀਂ ਹੁੰਦਾ, ਜਿੰਨੇ ਮਰਜ਼ੀ ਪੈਸੇ ਖਰਚ ਕਰ ਲਓ, ਉਹ ਤੈਨੂੰ ਅਧਿਕਾਰ ਜਿੰਨੇ ਪੈਸੇ ਤੂੰ ਚਾਹੀਦੇ ਉਹ ਵੀ ਲੈ ਲਾ। 2 ਚੀਜ਼ਾਂ ਮਿਲ ਗਈਆਂ ਇੱਥੇ। ਕਈ ਵੀ ਅੱਜ ਵੀ ਅਖਬਾਰਾਂ ਛਪਦਾ ਵੀ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਨੂੰ KPS ਗਿੱਲ ਦੇ ਸਾਹਮਣੇ ਭਿੱਜੀ ਵੀ ਨਹੀਂ ਬਣਨਾ, ਤੁਹਾਡੇ ਸਾਹਮਣੇ ਆ। ਮਨਿੰਦਰਜੀਤ ਸਿੰਘ ਬਿੱਟਾ ਆਪਣੇ ਥੰਨੇ ਖਾਂ ਖਵਾਉਂਦਾ ਸੀ, ਉਹਦੇ ਜਨਮ ਦਿਨ ਤੇ ਵਧਾਈ ਦੇਣ ਗਿਆ ਸੀ ਗੁਲਦਸਤਾ ਲੈ ਕੇ, ਉਹਨੇ ਅੰਦਰ ਨਹੀਂ ਸੀ ਵੜਨ ਦਿੱਤਾ, ਜਾਂ ਵਾਪਸ ਆਓ ਜੀ ਮੇਰੇ ਕੋਲ ਟਾਈਮ ਨਹੀਂ। ਮੇਰਾ ਕਹਿਣ ਤੋਂ ਭਾਵ ਉਸ ਟਾਈਮ ਤੇ ਇੱਕ ਤੇ ਲੋਕ ਦੁਖੀ ਹੋ ਗਏ ਸੀ, ਇੱਕ ਪੁਲਿਸ ਨੂੰ ਅਸੀਮ ਪਾਵਰਾਂ ਮਿਲ ਗਈਆਂ ਵੀ ਜੋ ਮਰਜ਼ੀ ਕਰ, ਜਿਹਨੂੰ ਮਰਜ਼ੀ ਚੁੱਕ, ਜਿਹਨੂੰ ਮਰਜ਼ੀ ਮਾਰ, ਜਿਹਨੂੰ ਮਰਜ਼ੀ ਖਪਾ ਦੇ। ਉਦੋਂ ਪੁਲਿਸ ਨੇ ਮਨਮਾਨੀਆਂ ਕੀਤੀਆਂ, ਲੋਕਾਂ ਨੂੰ ਰੱਜ ਕੇ ਲੁੱਟਿਆ, ਤੇ ਜਿਹਦੇ ਕੋਲ ਲਟਾਉਣ ਕੁਛ ਨਹੀਂ ਸੀ ਉਹਦਾ ਫਿਰ ਨੌਜਵਾਨ ਪਰਚਾ ਸੀ ਉਹ ਮੱਛੀਆਂ ਦੇ ਹਵਾਲੇ ਕਰ ਦਿੱਤਾ। ਹਾਂ ਚਲੋ, ਕਾਲਰ ਨੇ ਪੱਟੀ ਸਾਹਿਬ, ਆਪਾਂ ਅਗਲੀ ਕਾਲ ਲੈ ਲਈਏ। ਲਾਸਟ ਕਾਲ, ਵਾਦੀਆਂ ਸਜਾਦੀਆਂ ਰਹਿਣ ਦਾਂਗੇ ਕਿਉਂਕਿ ਹੁਣ ਰਿਸ਼ਵਤ ਲੈਂਦਾ 3000 ਪੁਲਿਸ ਵਾਲਾ ਕਾਬੂ ਹੋ ਗਿਆ, ਇਹਨੂੰ ਆ ਜਿਹੜਾ ਤੁਸੀਂ ਕਰਤਾ ਨਾ ਜਵਾਬ ਵਿੱਚ ਆ ਗਿਆ। ਹਾਂਜੀ, ਲਾਸਟ ਕਾਲ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਤੁਸੀਂ ਚਾਵਲਾ ਸਾਹਿਬ ਤੁਹਾਨੂੰ ਕੀ ਦਿੰਦੇ ਕਰੋ 2 ਘੰਟੇ ਜਿਹੜਾ, ਜੇ 2 ਘੰਟੇ ਹੋ ਗਿਆ ਤੁਹਾਨੂੰ ਫਿਰ YouTube ਦੇ 2 ਘੰਟੇ ਲਾਉਣੇ ਪਿਆ ਕਰਨੇ ਆ। ਨਹੀਂ ਧਮਕੀ ਨਹੀਂ ਵੀਰੇ, ਇਟਸ ਨਾਟ ਧਮਕੀ, ਇਟਸ ਇਮੋਸ਼ਨਲ। ਮੈਨੂੰ ਪਤਾ ਕਿ ਮੈਂ ਹਾਊ ਆਮ ਸਰਵਾਈਵਿੰਗ, ਮੈਨੂੰ ਪਤਾ ਜੀ। ਤੁਸੀਂ, ਮੈਂ ਇਹ ਗੱਲ ਕਹਿਣਾ ਕਿ ਤੁਹਾਡਾ ਕੋਈ ਵੀ 1 ਘੰਟਾ ਪ੍ਰੋਗਰਾਮ CGMR 1320 ਮੀਟਰ ਬੈਂਡ ਤੇ ਕਰਦਾ, ਕੋਈ FM ਤੇ ਕਰਦਾ, AM ਤੇ ਕਰਦਾ, ਸਾਰੇ ਚੈਨਲ ਜਿੰਨੇ ਵੀ ਨੇ 1 ਘੰਟਾ ਡੇਲੀ ਕਰਦਾ। ਉਹਨੂੰ ਪੁੱਛੋ ਤੇਰਾ ਖਰਚਾ ਕਿੰਨਾ, ਪਰਿਵਾਰ ਤੇਰਾ ਕਿਵੇਂ ਚੱਲਦਾ, ਕਿਵੇਂ ਤੂੰ ਗੱਡੀ ਚਲਾਉਣਾ, ਕਿਵੇਂ ਤੂੰ ਮੌਰਗੇਜ ਪੇ ਕਰਨਾ, ਤੇਰੇ ਨਾਲ ਕੰਮ ਕਰਨ ਵਾਲਿਆਂ ਨੂੰ ਤਨਖਾਹ ਦਿੰਨਾ, ਪੈਟਰੋਲ ਪਾਉਣਾ, ਘਰ ਦਾ ਗਰੋਸਰੀ ਕਿਵੇਂ ਲਿਆਉਣਾ, ਕੱਪੜੇ ਲੱਤੇ ਕਿਵੇਂ ਲੈਣਾ, ਤੈਨੂੰ ਕਿੰਨੇ ਬਚਦੇ ਆ। 1 ਘੰਟੇ ਦੀ ਵੀ ਉਨੀ ਹੀ ਮਿਹਨਤ ਆ। ਉਹਨੂੰ ਪੁੱਛ ਲਿਓ ਕਿੰਨਾ ਤੈਨੂੰ ਖਰਚਾ, ਤੇ ਅੱਜ ਮਹਿੰਗਾਈ ਦੇ ਵਿੱਚ ਤੈਨੂੰ ਕਿੰਨੇ ਪੈਸੇ ਚਾਹੀਦੇ ਆ। ਠੀਕ ਹੈ, ਮੈਨੂੰ ਐਡਵਰਟਾਈਜ਼ਮੈਂਟ ਮਿਲਦੀ ਆ, ਇਹ ਨਹੀਂ ਮਿਲਦੀ, ਪਰ ਉਹ ਮਿਲਦੀ ਹੈ ਕਿ ਉਹ ਫਿਰ ਕੀ ਹੋਇਆ, ਇੱਕ ਵਾਰੀ ਵੱਧ ਬੋਲ ਦਿਓ ਕਿ ਕੀ ਹੋਣ ਲੱਗਾ। 4 ਘੰਟੇ ਮੇਰੇ ਕੋਲ ਰਾਤ ਨੂੰ, 2 ਘੰਟੇ ਉਹ ਭਾਜੀ ਸਵੇਰੇ ਨਹੀਂ ਬੋਲਿਆ, ਭਾਜੀ ਰਾਤ ਦੀ ਗੱਲ ਤੇ ਰਾਤ ਦੀ ਗੱਲ ਹੋਈ ਸੀਗੀ। ਅੱਛਾ ਚਲੋ ਫਿਰ ਰਹਿਣ ਦਿਓ, ਫਿਰ ਆਪਾਂ
ਫੇਰ ਨਾ ਫੇਰ ਬਾਅਦ ਚ ਕਰ ਲਾਂਗੇ ਨਹੀਂ ਨਹੀਂ ਭਾਈ। ਸਵੇਰ ਵਾਲਾ ਪ੍ਰੋਗਰਾਮ ਜੇ ਮੇਰੇ ਕੋਲ ਦੇਖੋ, ਮੇਰੀ ਗੱਲ ਸੁਣੋ, ਜੇ ਸਵੇਰ ਵਾਲਾ ਪ੍ਰੋਗਰਾਮ ਮੇਰੇ ਕੋਲ ਨਾ ਹੋਵੇ ਤੇ ਫਿਰ ਉਹਨੂੰ ਪੈਸੇ ਵੱਖਰੇ ਦੇਣੇ ਆ। ਹਾਂਜੀ ਮੈਨੂੰ ਤਾਂ ਰਾਤ ਨੂੰ ਦੇਣੇ, ਮੈਨੂੰ 2 ਘੰਟੇ ਦੇ ਮਿਲਦੇ ਪੈਸੇ। ਬਾਕੀ ਮੈਂ ਪਸਾਰਾ ਵਧਾਇਆ ਸੀ ਕਿ ਮੈਨੂੰ ਬਿਜ਼ਨਸ ਵੱਧ ਮਿਲ ਜੂਗਾ, ਆ ਜੂਗਾ, ਖੁੱਲ ਕੇ ਆਪਾਂ ਥੋੜਾ ਚਲਾ ਲਾਂਗੇ। ਅਜੇ ਚਲਾਈ ਜਾਂਦਾ, ਅਜੇ ਮੈਂ ਬਾਟਮ ਟੂ ਇਦਾਂ ਐ ਕਰਕੇ ਚਲਾਈ ਜਾਂਦਾ ਵੀ ਕਦੀ ਐ ਹੋ ਜਾਂਦਾ ਕਦੀ ਐ ਹੋ ਜਾਂਦਾ। ਦੂਜੀ ਗੱਲ ਧਮਕੀ ਨਹੀਂ। ਅੱਛਾ ਫਿਰ ਸੈਟਰਡੇ ਸੰਡੇ, ਉਹ ਭਾਜੀ ਸੈਟਰਡੇ ਸੰਡੇ ਲਾਈ ਨਹੀਂ, ਜਿੱਦਣ ਐਡਵਰਟਾਈਜ਼ਮੈਂਟ ਦੇਣੀ ਆ ਉਦੋਂ ਮੰਡੇ ਟੂ ਫਰਾਈਡੇ ਦੀ ਗੱਲ ਆ। ਲੈ ਮੈਂ ਸੈਟਰਡੇ ਸੁਣਦਾ ਪਿਆ, ਆਪਣੀ ਐਡ ਹੀ ਨਹੀਂ ਆਈ। ਅੱਛਾ ਚਲੋ ਰੋਕ ਦਿਓ ਫਿਰ। ਉਹ ਭਾਈ ਸੈਟਰਡੇ ਦੇ ਵੱਖਰੇ ਪੈਸੇ ਆ, ਸੰਡੇ ਦੇ ਵੱਖਰੇ ਪੈਸੇ ਆ। ਅੱਛਾ ਫਿਰ ਜੇ ਸੈਟਰਡੇ ਵੀ 2 ਆ ਗਏ, ਮੰਡੇ ਨਾਲ 2 ਆ ਗਏ, ਇਸ ਵੇਲੇ ਇਹੋ ਜਿਹੇ ਹਫ਼ਤੇ ਵੀ ਆਉਂਦੇ ਆ, ਉਹ ਸਾਨੂੰ 7 ਘੰਟਿਆਂ ਦੇ ਪੈਸੇ ਕੋਲੋਂ ਦੇਣੇ ਪੈਂਦੇ ਆ। ਕੋਈ ਐਕਸਟਰਾ ਘੰਟਿਆਂ ਦੇ ਹਿਸਾਬ ਨੂੰ ਪੇ ਨਹੀਂ ਕਰਦਾ। ਇਸ ਕਰਕੇ ਵੀਰੇ ਧਮਕੀ ਨਹੀਂ। ਜੇ ਮੈਨੂੰ YouTube ਤੇ ਬਹਿਣਾ ਪੈ ਜਾਊਗਾ ਤੇ ਫਿਰ ਮੈਨੂੰ ਟੈਕਨੀਸ਼ੀਅਨ ਨੂੰ ਇਕੱਲੇ ਪੈਸੇ ਦੇਣੇ ਪੈਣਗੇ ਨਾ, ਟੀਵੀ ਵਾਲੇ ਨੂੰ, ਤੇ ਉਹ ਮੈਂ ਅਫੋਰਡ ਕਰ ਲੂੰਗਾ। ਇਹ ਧਮਕੀ ਨਹੀਂ। ਮੈਨੂੰ ਮਾਫ ਕਰਿਓ ਇਸ ਚੀਜ਼ ਦਾ। ਮੈਂ ਬਸ ਭਰੇ ਹੋਏ ਬੰਦੇ ਨੂੰ ਛੇੜੀਦਾ ਨਹੀਂ ਹੁੰਦਾ। ਨਹੀਂ ਮੈਂ ਚਾਵਲਾ ਸਾਹਿਬ ਕਿਉਂ ਪੱਟੀ ਸਾਹਿਬ? ਜੀ ਜੀ ਤੁਸੀਂ 2 ਘੰਟੇ ਕਰ ਦੂਗਾ, ਤੁਹਾਨੂੰ 2 ਘੰਟੇ ਕਰਨਾ ਪੈਣਾ ਫਿਰ। ਨਹੀਂ ਫਿਰ ਮੈਂ ਕਰ ਲੂੰਗਾ 2 ਘੰਟੇ, ਕਿਹੜੀ ਗੱਲ ਆ। ਫਰਾਈਡੇ ਤਾਂ ਅਸੀਂ ਲਾਇਆ ਕਰਨਾ, ਫਰਾਈਡੇ ਅਸੀਂ ਲਾ ਲਿਆ ਕਰਾਂਗੇ ਐਕਸਟਰਾ ਘੰਟਾ ਪੱਟੀ ਸਾਹਿਬ ਨਾਲ। ਤੇ ਜਦੋਂ ਵੀਕਐਂਡ ਤੇ ਕਰਨਾ ਹੁੰਦਾ ਸਾਨੂੰ ਏਦਾਂ ਚਾਅ ਚੜਿਆ ਹੁੰਦਾ, ਪੁੱਛੋ ਨਾ। ਬਸ ਤਾਂ ਜੀ ਬੈਠੇ ਆ ਹੁਣ। ਮਿਹਰਬਾਨੀ ਜੀ, ਮਿਹਰਬਾਨੀ ਸ਼ੁਕਰੀਆ। ਹਾਂਜੀ ਸਵਾਲ ਪੱਟੀ ਸਾਹਿਬ, ਅੱਜ ਪੱਟੀ ਸਾਹਿਬ ਜਦੋਂ ਨਾ 1984 ਦਾ ਸਾਕਾ ਹੋਇਆ ਤਾਂ ਆਪਣੇ ਮੈਂ ਬੈਂਗਲੌਰ ਸੀ। ਜੀ ਜੀ ਜੀ। ਰਾਮਾ ਕ੍ਰਿਸ਼ਨ ਹੈਗੜੇ ਉੱਥੇ ਦਾ ਮੁੱਖ ਮੰਤਰੀ ਸੀ। ਉਹ ਆਇਆ ਸੀ ਇਲਾਜ ਕਰਾਉਣ ਅਮਰੀਕਾ। ਜੀ ਜੀ ਜੀ। ਉਹਨਾਂ ਨੇ ਉੱਥੇ, ਤੁਹਾਨੂੰ ਨਹੀਂ ਪਤਾ, ਉੱਥੇ ਉਦੋਂ ਉਹਨਾਂ ਕੋਲ ਟੈਕਨੋਲੋਜੀ ਬਹੁਤ ਜਿੱਦਾਂ ਐਡਵਾਂਸ ਆ ਬੈਂਗਲੌਰ। ਉਹਨੇ ਉੱਥੋਂ ਲਾਈਵ ਕਿਹਾ, ਕਹਿੰਦਾ ਜੇ ਇੱਥੇ ਸਿੱਖ ਕਿਹਦਾ ਇੱਕ ਦਾ ਵੀ ਕਤਲ ਹੋ ਗਿਆ ਤੇ ਤੁਸੀਂ ਪੜਿਆ ਵਿਚਾਰੋਗੇ। ਅਸੀਂ ਰਹਿੰਦੇ ਸੀ ਇੱਥੇ ਮੱਤੀ ਕਰੇ ਏਰੀਆ ਆ, HMT ਰੋਡ ਤੇ, ਬਹੁਤ ਬੜੀ ਘੜੀਆਂ ਦੀ ਦੂਜੀ ਆ HMT ਘੜੀਆਂ ਦੀ ਫੈਕਟਰੀ। ਜੀ ਜੀ। ਉਹ ਕਹਿੰਦੇ ਤੁਸੀਂ ਸਾਨੂੰ ਪੁਲਿਸ ਵਾਲੇ ਆਏ, ਕਹਿੰਦੇ ਤੁਸੀਂ ਲਾਈਟਾਂ ਬੁਝਾ ਲਓ, ਅਸੀਂ ਪ੍ਰਾਈਵੇਟ ਕੰਪਨੀਆਂ 'ਚ ਖਾਣਾ ਇੱਥੇ, ਤੁਹਾਨੂੰ ਪ੍ਰੋਟੈਕਸ਼ਨ ਪ੍ਰਾਈਵੇਟ ਕਹਿੰਦੇ, ਜੇ ਅਸੀਂ ਦੂਜੀ 'ਚ ਖੜੇ ਤੇ ਉਹਨਾਂ ਪਾ ਲੈਣਾ ਕਿ ਇੱਥੇ ਸਰਦਾਰ ਰਹਿੰਦਾ ਕੋਈ। ਤੇ ਦੇਖੋ ਏਦਾਂ ਉਹਨਾਂ ਨੇ ਇੰਤਜ਼ਾਮ ਕਰਕੇ ਦਿੱਤਾ ਉੱਥੇ। ਤੇ ਹੁਣ ਦੇਖੋ ਉੱਥੇ ਹੀ BJP ਦਾ ਰਾਜ ਆ, ਤੇ ਉੱਥੇ ਦੇਖੋ ਆਪਣੇ ਦੇ ਹਜਾਬ ਤੇ ਕਿੱਦਾਂ ਹੋ ਰਿਹਾ ਤੇ ਕਿੱਦਾਂ ਹੋ ਰਿਹਾ। ਜੀ ਜੀ ਮਿਹਰਬਾਨੀ, ਥੈਂਕ ਯੂ। ਹਾਂਜੀ ਪੱਟੀ ਸਾਹਿਬ। ਬਿਲਕੁਲ ਜੀ, ਇਹੀ ਗੱਲ ਤੁਸੀਂ ਗੱਲ ਕੀਤੀ। ਮੈਂ ਤੁਹਾਡੇ ਨਾਲ ਮਹਾਰਾਸ਼ਟਰ ਦੀ ਵੀ ਗੱਲ ਕਰਨਾ। ਇੱਕੋ ਹੀ ਗੱਲ ਕਹੀ ਸੀ ਉਹਨੇ ਆਪਣੇ ਬਾਲ ਠਾਕਰੇ ਨੇ। ਬਸ ਹੈਗੇ ਨੇ, ਇਹ ਨਹੀਂ ਗੱਲ ਨਹੀਂ, ਚੰਗੇ ਬੰਦੇ ਹੈਗੇ ਨੇ ਜਿਹੜੇ ਕਹਿੰਦੇ ਨਹੀਂ ਕਤਲੇਆਮ ਨਹੀਂ ਕਰ। ਆ ਭਾਜੀ ਮਤਾਨ ਦੀ ਗੱਲ, ਕਿੱਡਾ ਵੱਡਾ ਬੰਦਾ ਡੋਲ ਰਿਹਾ, ਉਹਨੇ ਕਹਿੰਦੇ ਕਤਲ ਨਹੀਂ ਕਰਨਾ, ਗੋਲੀ ਨਹੀਂ ਮਾਰਨੀ। ਬੰਦਿਆਂ ਦੇ ਅਸੂਲ ਹੁੰਦੇ ਕੋਈ ਨਾ ਕੋਈ, ਲੇਕਿਨ ਫਿਰ ਉਹ ਗੰਢਿਆਂ 'ਚ ਗੰਢੇਲਦੀ ਹੁੰਦੀ ਹੈ, ਕੋਈ ਗੱਲ ਨਹੀਂ। ਫਿਰ ਕੀ ਹੋਇਆ, ਇਹ ਕੰਮ ਚੱਲਦਾ ਰਹਿਣਾ ਏਦਾਂ ਹੀ। ਤੁਹਾਡੀ ਬਿਲਕੁਲ ਗੱਲ ਠੀਕ ਹੈ, ਹੈਗੜੇ ਨੇ ਬਹੁਤ ਵਧੀਆ ਕੀਤਾ। ਧੰਨਵਾਦੀ ਹਾਂ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਪੱਟੀ ਸਾਹਿਬ। ਸ਼ੁਕਰੀਆ। ਸਾਥ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।